ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਬੀਤੇ ਕਈ ਦਿਨਾਂ ਤੋਂ ਅਸੀਂ ਵੈਨਕੂਵਰ ਆਈਲੈਂਡ ਦੇ ਵੱਖੋ-ਵੱਖ ਸ਼ਹਿਰਾਂ ਦੇ ਵਿੱਚ ਹੁੰਦੇ ਅੱਜ ਅਸੀਂ ਕੈਂਪਬੈਲ ਰਿਵਰ ਦੇ ਵਿੱਚੋਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੇ ਪਿੱਛੇ ਸਾਡੇ ਤੁਹਾਨੂੰ ਜਿਹੜਾ ਖੂਬਸੂਰਤ ਕੁਦਰਤੀ ਨਜ਼ਾਰਾ ਨਜ਼ਰ ਆ ਰਿਹਾ ਹੈ, ਇਹ ਵੀ ਪੈਸੀਫਿਕ ਓਸ਼ਨ ਹੈ। ਬਿਲਕੁਲ ਇਹ ਸਮੁੰਦਰ ਦੇ ਕਿਨਾਰੇ ਤੇ ਵਸਿਆ ਇਹ ਸ਼ਹਿਰ ਕੈਂਪਬੈਲ ਰਿਵਰ, ਜਿੱਥੋਂ ਦੀ ਵਸੋਂ ਲਗਭਗ 40,000 ਦੇ ਨੇੜੇ ਤੇੜੇ ਹੈ ਤੇ ਆਪਣੇ ਪੰਜਾਬੀ ਭਾਈਚਾਰੇ ਦੀ ਜੇਕਰ ਗੱਲ ਕਰੀਏ ਤੇ ਲਗਭਗ 200 ਪੰਜਾਬੀ ਵਿਅਕਤੀ ਇੱਥੇ ਰਹਿੰਦੇ ਨੇ ਤੇ ਪਰਿਵਾਰ ਥੋੜੇ ਹੀ ਹੈ, ਪਰ ਗੁਰਦੁਆਰਾ ਸਾਹਿਬ ਇੱਥੇ ਸ਼ਸ਼ੋਭਤ ਨੇ। ਜਿੰਨੀ ਕੁ ਜਾਣਕਾਰੀ ਸਾਨੂੰ ਮਿਲ ਸਕੀ ਆ ਉਸ ਦੇ ਮੁਤਾਬਕ 1907 ਦੇ ਵਿੱਚ ਪਹਿਲੇ ਪੰਜਾਬੀ ਨੇ, ਪਹਿਲੇ ਭਾਰਤੀ ਨੇ ਇਸ ਧਰਤੀ ਦੇ ਉੱਤੇ ਪੈਰ ਰੱਖਿਆ ਸੀ। ਪਰ ਕੋਈ ਵੇਲਾ ਹੁੰਦਾ ਸੀ ਮਿੱਲਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਵੱਡੇ ਪੱਧਰ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਹੋਇਆ ਕਰਦੀ ਸੀ। ਜਿਉਂ-ਜਿਉਂ ਸਮੇਂ ਨੇ ਕਰਵਟ ਲਈ ਹੈ, ਤਬਦੀਲੀ ਆਈ ਹੈ, ਕੰਮਾਂ ਕਾਰਾਂ ਵਿੱਚ ਤਬਦੀਲੀ ਆਈ ਹੈ, ਸਾਹ ਮਿਲਜ਼ ਘਟੀਆਂ ਨੇ ਜਾਂ ਉੱਥੇ ਮਸ਼ੀਨਰੀ ਦੇ ਵਿੱਚ ਇਜ਼ਾਫਾ ਹੋ ਗਿਆ। ਹੌਲੀ-ਹੌਲੀ ਲੋਕ ਜਿਉਂ-ਜਿਉਂ ਉਹਨਾਂ ਦੇ ਬੱਚੇ ਵੱਡੇ ਹੁੰਦੇ ਗਏ, ਉਚੇਰੀ ਸਿੱਖਿਆ ਦੇ ਵਾਸਤੇ ਉਹਨਾਂ ਦੀਆਂ ਜ਼ਰੂਰਤਾਂ ਵਧਣ ਲੱਗੀਆਂ ਤਾਂ ਇਹਨਾਂ ਸ਼ਹਿਰਾਂ ਦੇ ਵਿੱਚੋਂ ਉਹ ਪ੍ਰਵਾਸ ਕਰਕੇ ਵੈਨਕੂਵਰ ਜਾਂ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਜਾ ਕੇ ਵਸਣਾ ਸ਼ੁਰੂ ਹੋ ਗਏ। ਅੱਜ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇੱਥੇ ਮੁੱਖ ਕਿੱਤੇ ਜਾਂ ਤਾਂ ਉਹ ਫਿਰ ਹਾਲੇ ਵੀ ਮਿੱਲਾਂ ਵਿੱਚ ਨੇ, ਜਾਂ ਕਿਸੇ ਦੇ ਰੈਸਟੋਰੈਂਟ ਨੇ, ਜਾਂ ਮੋਟਲ ਇੰਡਸਟਰੀ ਵਿੱਚ ਨੇ, ਜਾਂ ਫਿਰ ਗੈਸ ਸਟੇਸ਼ਨ ਦਾ ਉਹ ਕੰਮ ਕਰਦੇ ਆ। ਕੁਝ ਕੰਸਟਰਕਸ਼ਨ ਵੱਲ ਵੀ ਹੁਣ ਪੈਣ ਲੱਗੇ ਨੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਕਿ ਇੱਥੋਂ ਦੇ ਲੋਕਾਂ ਦੇ ਮੁੱਖ ਕਿੱਤੇ ਕੀ ਨੇ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਪੇਸ਼ ਕਰਾਂਗੇ। ਇਹਦੇ ਨਾਲ ਅਸੀਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਅਸੀਂ ਗੱਲਬਾਤ ਕਰਨੀ ਹੈ ਤੇ ਟਿੱਪਣੀਆਂ ਤੁਹਾਡੀਆਂ ਸਾਨੂੰ ਚਾਹੀਦੀਆਂ ਹੋਣਗੀਆਂ। ਪਰਮਵੀਰ ਬਾਠ ਸਾਹਿਬ ਵੀ ਮੇਰੇ ਨਾਲ ਰਹਿਣਗੇ। ਸਭ ਤੋਂ ਪਹਿਲੀ ਗੱਲ ਕਿ ਟਕਸਾਲੀਆਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਇੱਕ ਵੱਡੀ ਆਫਰ ਕੀਤੀ ਹੈ। ਢੀਂਡਸਾ ਸਾਹਿਬ ਨੇ 1-2 ਦਿਨਾਂ ਦੇ ਵਿੱਚ ਪੱਤੇ ਖੋਲ ਕੇ ਉਹਨਾਂ ਨੂੰ ਦੱਸ ਦੇਣਾ ਹੈ ਕਿ ਤੁਹਾਡੀ ਆਫਰ ਮੈਨੂੰ ਮਨਜ਼ੂਰ ਹੈ ਜਾਂ ਨਾ ਮਨਜ਼ੂਰ ਹੈ, ਕਿ ਮੈਂ ਵੱਖਰੀ ਪਾਰਟੀ ਬਣਾਉਣੀ ਹੈ ਜਾਂ ਨਹੀਂ। ਇਹਦੇ ਨਾਲ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੀ ਨਨਕਾਣਾ ਸਾਹਿਬ ਦਰਸ਼ਨਾਂ ਦੇ ਵਾਸਤੇ ਗਿਆ ਸੀ। ਉੱਥੇ ਮੰਦਭਾਗੀ ਘਟਨਾ ਵਾਪਰੀ ਹੈ, ਲਗਭਗ 20 ਸ਼ਰਧਾਲੂਆਂ ਦੀ ਮੌਤ ਹੋਈ ਹੈ, ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ। ਇਹਦੇ ਨਾਲ ਪਰਮਬੰਸ ਬੰਟੀ ਰਮਾਣਾ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਕਾਂਗਰਸੀ ਲੀਡਰ ਦੇ ਉੱਤੇ ਤੰਜ ਕਸੀ ਹੈ, ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਦੇ ਨਾਲ ਬੀਤੇ ਦਿਨੀ ਅਨੁਪਮ ਖੇਰ ਨੇ ਇੱਕ ਟਵੀਟ ਕਰ ਦਿੱਤਾ ਸੀ, 4 ਚਫੇਰੇ ਸਿੱਖ ਭਾਵਨਾਵਾਂ ਭਟਕਣ ਦੇ ਦੋਸ਼ ਲੱਗੇ, ਇੱਕ ਪੰਕਤੀ ਤੋੜੀ ਮਰੋੜੀ ਗਈ ਸੀ। ਉਹਦੇ ਤੋਂ ਬਾਅਦ ਕੀ ਹੋਇਆ ਕਿ ਅਨੁਪਮ ਖੇਰ ਨੇ ਮੁਆਫੀ ਮੰਗ ਲਈ ਹੈ ਜਾਂ ਨਹੀਂ। ਇਹਦੇ ਨਾਲ ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਹਾਂ ਕਿ ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਧਿਰਾਂ ਨੇ, ਪੰਜਾਬ ਦੇ ਭਲੇ ਦੀ ਸੋਚਦੀਆਂ ਨੇ ਕਿ ਉਹ ਮੁੜ ਇਕੱਠੀਆਂ ਹੋ ਸਕਣਗੀਆਂ। ਡਾਕਟਰ ਧਰਮਵੀਰ ਗਾਂਧੀ ਨੇ ਕੀ ਆਖਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਮੁੜ ਕੇ ਸਮਝੌਤਾ ਕਰ ਸਕਦੇ ਹੈ, ਕਿ ਪੰਜਾਬ ਦੇ ਹਿੱਤਾਂ ਦੇ ਵਾਸਤੇ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਇਹ ਕੁਝ ਗੱਲਾਂ ਨੇ। ਇਹਦੇ ਨਾਲ ਭਾਰਤ ਦਾ ਇੱਕ ਸੂਬਾ ਹੈ ਜਿੱਥੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ 14 ਉਹ ਲੋਕ ਨੇ ਜਿਨ੍ਹਾਂ ਨੂੰ ਮੰਤਰੀ ਪਦ ਦੇ ਦਿੱਤਾ ਗਿਆ, ਪਰ ਉਹਨਾਂ ਨੇ ਕੋਈ ਚੋਣ ਨਹੀਂ ਲੜੀ, ਉਹ ਵਿਧਾਇਕ ਨਹੀਂ ਨੇ। ਇਹ ਗੱਲਾਂ ਬਾਤਾਂ ਕਰਦੇ ਕਰਦੇ ਅਸੀਂ ਪ੍ਰੋਗਰਾਮ ਦੀ ਆਖਰੀ ਮੰਜ਼ਲ ਤੱਕ ਤੁਹਾਡਾ ਸਾਥ ਲੈਂਦੇ ਪਹੁੰਚਾਂਗੇ। ਆਓ ਇਹਨਾਂ ਖਬਰਾਂ ਦੇ ਵਿੱਚ ਹੁਣ ਸ਼ਾਮਲ ਕਰਦੇ ਹਾਂ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬੈਨੀਪਾਲ ਸਾਹਿਬ, ਬਹੁਤ ਸ਼ੁਕਰੀਆ, ਮਿਹਰਬਾਨੀ। ਪਹਿਲੀ ਗੱਲ ਤਾਂ ਇਹ ਕਿ ਅਸੀਂ ਜਿੱਥੇ ਬੈਠੇ ਹਾਂ ਨਾ ਜੀ ਧੱਕੇ ਨਾਲ ਬੈਠੇ ਹਾਂ, ਕਿਉਂਕਿ ਇਹ ਜਿਹੜਾ ਥਾਂ ਆ ਇੱਥੇ ਰਾਤ ਨੂੰ ਪਾਣੀ ਹੁੰਦਾ ਹੈ, ਕਿਉਂਕਿ ਜਦੋਂ ਛੱਲਾਂ ਰਾਤ ਵੇਲੇ ਵੱਧਦੀਆਂ ਤੇ ਇਹ ਸਾਰੀ ਥਾਂ ਤੇ ਜਿੱਥੇ ਸਾਡੀਆਂ ਕੁਰਸੀਆਂ ਪਈਆਂ ਇੱਥੇ ਪਾਣੀ ਹੁੰਦਾ ਤੇ ਉਹਨਾਂ ਛੱਲਾਂ ਦੇ ਨਾਲ ਬਹੁਤ ਸਾਰੇ ਜਿਹੜੇ ਸਮੁੰਦਰੀ ਜੀਵ ਆ ਉਹ ਇੱਥੇ ਆ ਜਾਂਦੇ। ਸਾਡੇ ਪੈਰਾਂ ਦੇ ਨੇੜੇ ਵੀ ਕੇਕੜੇ, ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਰੀਆਂ ਫਿਰਦੀਆਂ, ਪਰ ਉਹ ਖਤਰਨਾਕ ਨਹੀਂ ਹੈਗੀਆਂ ਜੀ। ਜਾਣੀ ਇਦਾਂ ਦੀ ਗੱਲ ਨਹੀਂ ਕਿ ਇਹ ਸਾਡਾ ਥਾਂ ਆ, ਇਹ ਸਮੁੰਦਰੀ ਜੀਵਾਂ ਦਾ ਥਾਂ ਆ। ਦੂਸਰੀ ਗੱਲ ਬੈਨੀਪਾਲ ਸਾਹਿਬ, ਆਪਣੇ ਪਿੱਛੇ ਜਿਹੜਾ ਇਸ ਵੇਲੇ ਇੱਕ ਟਾਪੂ ਜਿਹਾ ਦੀਦਾ ਹੈ, ਪਾਣੀ ਤੋਂ ਅਗਲੇ ਪਾਸੇ ਜਿਹੜੀ ਇੱਕ ਧਰਤੀ ਦੀਦੀ ਹੈ, ਉਹ ਧਰਤੀ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰਾ ਆਈਲੈਂਡ ਹੈ ਜੀ। ਉੱਥੇ ਜਾਣ ਦੇ ਲਈ ਵੀ ਕਿਸ਼ਤੀ ਲੈਣੀ ਪੈਂਦੀ ਹੈ ਤੇ ਕੋਸ਼ਿਸ਼ ਆਪਣੀ ਇਹ ਸੀ ਕਿ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਜਿੱਥੇ ਵੀ ਜਾਵੇ ਆਪਾਂ ਦਰਸ਼ਕਾਂ ਨੂੰ ਨਾਲ ਲੈ ਕੇ ਚੱਲੀਏ। ਜਦੋਂ ਆਪਾਂ ਪਿਛਲੇ 2 ਪ੍ਰੋਗਰਾਮ ਸਟੂਡੀਓ ਤੋਂ ਬਾਹਰ ਕੀਤੇ ਆ, ਬਹੁਤ ਸਾਰੇ ਦਰਸ਼ਕਾਂ ਦੇ ਇਹ ਆਏ ਸੀ ਸੁਨੇਹੇ, ਟਿੱਪਣੀਆਂ ਆਈਆਂ ਸੀ ਕਿ ਚੰਗੀ ਗੱਲ ਹੈ ਕਿ ਤੁਸੀਂ ਜਾਣਦੇ ਹੋ ਤਾਂ ਸਾਨੂੰ ਦਿਖਾਉਂਦੇ ਹੋ। ਹਾਲਾਂਕਿ ਸਾਡੇ ਲਈ ਔਖਾ ਹੁੰਦਾ, ਇੱਥੇ ਕੁਰਸੀ ਟਿਕਾਉਣੀ ਵੀ ਔਖੀ ਹੈ, ਕਿਤੇ ਛੋਟਾ ਪੱਥਰ ਉਹਦੇ ਥੱਲੇ ਦੇ, ਕਿਤੇ ਵੱਡਾ ਪੱਥਰ ਉਹਦੇ ਥੱਲੇ ਦੇ, ਤਾਂ ਕੰਮ ਚੱਲਦਾ ਹੈ। ਪਰ ਇਸ ਵੇਲੇ ਬੈਨੀਪਾਲ ਸਾਹਿਬ, ਜੇ ਆਪਾਂ ਨੂੰ ਬਜ਼ੁਰਗ ਜਦੋਂ ਕਹਿੰਦੇ ਹੁੰਦੇ ਸੀ ਨਾ, ਅਸੀਂ ਤਾਂ 2 ਵਜੇ ਉੱਠਣਾ, ਪੈਰ ਦੇ ਤੜਕੇ ਉੱਠਣਾ,
ਜਿੰਨੇ ਵਜੇ ਤੁਸੀਂ ਹੁਣ ਉੱਠਦੇ ਹੋ ਉਦੋਂ ਤੱਕ ਤਾਂ ਅਸੀਂ 4 ਕਿੱਲੇ ਖੇਤ ਵਾਹ ਕੇ ਵੀ ਆ ਜਾਈਦਾ ਸੀ ਬਲਦਾਂ ਦੇ ਨਾਲ। ਹੁਣ ਵਾਲੀਆਂ ਬੀਬੀਆਂ ਵੀ ਕਈ ਵਾਰੀ ਨੌਹਾਂ ਧੀਆਂ ਦੇ ਉੱਤੇ ਔਖੀਆਂ ਹੁੰਦੀਆਂ ਕਿ ਜਿੰਨੇ ਕੁ ਵਜੇ ਤੁਸੀਂ ਬਿਸਤਰਾ ਛੱਡਦੀਆਂ ਉਦੋਂ ਤੱਕ ਅਸੀਂ ਮੱਝਾਂ ਚੋ ਲਈਦੀਆਂ ਸੀ, ਦੁੱਧ ਰਿੜਕ ਲਈਦਾ ਸੀ, ਝਾੜੂ ਬਹਾਰੂ ਕਰ ਲਈਦਾ ਸੀ, ਗੋਹਾ ਕੂੜਾ ਕਰਕੇ ਤਾਂ ਫਿਰ ਰੋਟੀ ਪਾਣੀ ਨੂੰ ਲੱਗ ਜਾਈਦਾ ਸੀ। ਇਹ ਗੱਲਾਂ ਬਾਤਾਂ ਆਮ ਚੱਲਦੀਆਂ ਰਹਿੰਦੀਆਂ, ਜਾਣੀ ਕਿ ਸਾਡੀ ਪਿਛਲੀ ਪੀੜ੍ਹੀ ਜੋ ਕੁਝ ਮਿਹਨਤ ਕਰਦੀ ਆਈ ਹੈ ਉਹ ਸਾਨੂੰ ਲੱਗਦਾ ਹੁੰਦਾ ਕਿ ਇਦਾਂ ਕਿੱਦਾਂ ਹੋ ਸਕਦਾ। ਹੁਣ ਗਾਹਾਂ ਨੂੰ ਜਿਹੜੀ ਅਗਲੀ ਪੀੜ੍ਹੀ ਹੈ, ਜਿਹੜੇ ਨਿੱਕੇ ਨਿਆਣੇ ਨੇ, ਜਦੋਂ ਉਹਨਾਂ ਨੂੰ ਕੋਈ ਬੰਦਾ ਦੱਸੂਗਾ ਕਿ ਭਾਈ ਅਸੀਂ ਸਾਈਕਲ ਦੇ ਉੱਤੇ ਪੜ੍ਹਨ ਜਾਂਦੇ ਹੁੰਦੇ ਸੀ, ਅਸੀਂ ਤੁਰ ਕੇ ਪੜ੍ਹਨ ਜਾਂਦੇ ਹੁੰਦੇ ਸੀ, ਅਸੀਂ 1.5 ਕਿਲੋਮੀਟਰ 2 ਕਿਲੋਮੀਟਰ 4 ਕਿਲੋਮੀਟਰ ਸਾਈਕਲ ਚਲਾ ਕੇ ਜਾਣਾ, ਉਹਨਾਂ ਨੇ ਕਿਹੜਾ ਮੰਨਣਾ? ਕਿਉਂਕਿ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਲੋਕ ਕਾਰਾਂ ਦੇ ਵਿੱਚ ਛੱਡ ਆਉਂਦੇ ਆ, ਤੇ ਜਿਹੜੇ ਲੋਕ ਭਾਰਤ ਦੇ ਵਿੱਚ ਨੇ, ਪੰਜਾਬ ਦੇ ਵਿੱਚ ਨੇ, ਘੱਟੋ ਘੱਟ ਸਕੂਲਾਂ ਦੀਆਂ ਬੱਸਾਂ ਜਿਹੜੀਆਂ ਬਹੁਤ ਸਾਰੇ ਬੱਚਿਆਂ ਨੂੰ ਲੈਣ ਆਉਂਦੀਆਂ, ਨਹੀਂ ਤਾਂ ਸਕੂਲ ਪਿੰਡ ਪਿੰਡ ਖੁੱਲ ਗਏ ਆ। ਜਾਣੀ ਕਿ ਇੱਕ ਪੀੜ੍ਹੀ ਦੀ ਕੀਤੀ ਮਿਹਨਤ ਕਈ ਵਾਰੀ ਦੂਸਰੀ ਪੀੜ੍ਹੀ ਨੂੰ ਲੱਗਦਾ ਹੁੰਦਾ ਕਿ ਸੱਚ ਥੋੜ੍ਹੀ ਬੋਲਦੇ ਆ, ਐਵੇਂ ਯੱਕੜ ਮਾਰੀ ਜਾਂਦੇ ਆ। ਹੁਣ ਜਿਵੇਂ ਬੈਨੀਪਾਲ ਸਾਹਿਬ ਨੇ ਗੱਲ ਕੀਤੀ ਸੀ ਕਿ ਇਹ ਜਿਹੜਾ ਇਲਾਕਾ ਕੈਨੇਡਾ ਦੇ ਮੁੱਖ ਹਿੱਸੇ ਤੋਂ ਕੱਟਿਆ ਹੋਇਆ, ਪਾਣੀ ਦੇ ਵਿਚਾਲੇ ਘਿਰਿਆ ਹੋਇਆ, ਪੰਜਾਬੀਆਂ ਦੀ ਵਸੋਂ ਕਿਸੇ ਵੇਲੇ ਕਾਫੀ ਹੋ ਗਈ ਸੀ, ਪਰ ਹੌਲੀ ਹੌਲੀ ਕੰਮਾਂ ਦੀ ਘਾਟ ਕਰਕੇ, ਯੂਨੀਵਰਸਿਟੀਆਂ ਕਾਲਜਾਂ ਦੀ ਘਾਟ ਕਰਕੇ, ਜਾਂ ਪੰਜਾਬੀਆਂ ਦੀ ਬਹੁਤ ਜ਼ਿਆਦਾ ਗਿਣਤੀ ਨਾ ਹੋਣ ਕਰਕੇ ਉਹ ਕੈਨੇਡਾ ਦੇ ਮੁੱਖ ਹਿੱਸੇ ਦੇ ਵਿੱਚ ਚਲੇ ਗਏ। ਪਰ ਇੱਥੇ ਜਿਹੜੀ ਮਿਹਨਤ ਕਰਨੀ ਪਈ, ਤੁਸੀਂ ਇੱਕ ਗੱਲ ਹਿਸਾਬ ਕਿਤਾਬ ਜਿਹਾ ਲਾਓ ਕਿ ਜਦੋਂ 1907 ਦੇ ਵਿੱਚ ਪਹਿਲਾ ਪੰਜਾਬੀ ਇੱਥੇ ਆਇਆ ਹੋਏਗਾ, ਉਹਦੇ ਆਸ-ਪਾਸ ਫਿਰ ਹੋਰ 2-4 ਪਰਿਵਾਰ ਪੰਜਾਬੀਆਂ ਦੇ ਆਏ ਹੋਣਗੇ। ਉਦੋਂ ਫਿਰ ਲੱਕੜ ਦਾ ਕੰਮ ਸੀ ਕਿ ਜਾਣੀ ਵੱਡੇ ਵੱਡੇ ਫੱਟੇ, ਸ਼ਤੀਰੀਆਂ, ਲੌਗਾਂ ਜਿਹੜੀਆਂ ਚੱਕ ਚੱਕ ਕੇ ਲਿਜਾਣੀਆਂ, ਬੂਰਾ ਉੜਦਾ ਹੋਣਾ, ਮਸ਼ੀਨਾਂ ਦੀ ਆਵਾਜ਼ ਗੈਂ ਗੈਂ ਕਰਦੀ ਹੋਣੀ, ਬਹੁਤਾ ਜ਼ਿਆਦਾ ਨਾ ਕਾਰਾਂ ਹੋਣੀਆਂ, ਨਾ ਇੰਟਰਨੈਟ ਹੋਣਾ, ਨਾ ਟੈਲੀਫੋਨ ਹੋਣਾ, ਪਰਿਵਾਰਾਂ ਦੇ ਨਾਲ 6-6 ਮਹੀਨੇ ਕੋਈ ਗੱਲ ਹੀ ਨਾ ਹੋਣੀ, ਜਦੋਂ ਚਿੱਠੀ ਆਉਣੀ ਤਾਂ ਵਿਆਹ ਵਰਗੀ ਖੁਸ਼ੀ ਹੋਣੀ। ਉਹ ਸਾਰੀਆਂ ਗੱਲਾਂ ਨੂੰ ਜੇ ਦੇਖੀਏ ਤਾਂ ਅੱਜ ਦੀ ਜਿਹੜੀ ਭਾਵੇਂ ਪੰਜਾਬ 'ਚ ਕੀਤੀ ਮਿਹਨਤ ਹੈ ਤੇ ਭਾਵੇਂ ਵਿਦੇਸ਼ਾਂ 'ਚ ਕੀਤੀ ਮਿਹਨਤ ਹੈ, ਬੜੀ ਸੁਖਾਲੀ ਲੱਗਦੀ ਹੈ। ਪਰ ਜਦੋਂ ਅਸੀਂ ਇਸ ਧਰਤੀ ਦੇ ਉੱਤੇ, ਇਸ ਦਰਿਆ ਦੇ ਵਿਚਾਲੇ ਕੋਨੇ ਦੇ ਕੋਲੇ ਬੈਠੇ, ਪਾਣੀ ਦੇ ਕੋਲੇ ਬੈਠੇ ਇਹ ਗੱਲਾਂ ਬਾਤਾਂ ਕਰਦੇ ਹਾਂ, ਤਾਂ ਇਹ ਮਹਿਸੂਸ ਤੁਸੀਂ ਵੀ ਕਰਿਓ ਤੇ ਅਸੀਂ ਵੀ ਕਰਨ ਦੀ ਕੋਸ਼ਿਸ਼ ਕਰੀਏ ਕਿ 100 ਤੇ 12-13 ਸਾਲ ਦਾ ਪੰਜਾਬੀਆਂ ਦਾ ਸਫ਼ਰ ਆਪਣੇ ਨਾਲ ਚੱਲਦਾ ਹੈ। ਇਹ ਜਿਹੜਾ ਸਾਮਰਾਜ ਹੁਣ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੇ ਖੜਾ ਕਰ ਲਿਆ, ਉਹਦੇ ਪਿੱਛੇ ਬਹੁਤ ਜ਼ਿਆਦਾ ਜਿਹੜੀ ਘਾਲਣਾ ਬਹੁਤ ਸਾਰੇ ਲੋਕਾਂ ਨੇ ਘਾਲੀ। ਹੁਣ ਬੈਨੀਪਾਲ ਸਾਹਿਬ, ਆਪਾਂ ਜੇ ਮੁੱਖ ਖਬਰਾਂ ਵਾਲੇ ਪਾਸੇ ਆਈਏ ਜੀ, ਮੈਂ ਕਹਿੰਦਾ ਕਿ ਆਪਾਂ ਹੋਰ ਕਿਸੇ ਪਾਸੇ ਜਾਣ ਤੋਂ ਪਹਿਲਾਂ ਜਿਹੜਾ ਚੀਨ ਤੇ ਭਾਰਤ ਦਾ ਰੇੜਕਾ ਚੱਲਿਆ ਜੀ, ਤੇ ਚੀਨ ਤੇ ਭਾਰਤ ਦੇ ਰੇੜਕੇ ਦੇ ਵਿਚਾਲੇ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਲਦਾਖ ਪਹੁੰਚੇ ਆ, ਉਹਦੇ ਤੋਂ ਗੱਲ ਸ਼ੁਰੂ ਕਰਨੀ ਹੈ। ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕੁਝ ਥਾਵਾਂ ਦੇ ਉੱਤੇ ਇਸ ਖਬਰ ਨੂੰ ਬਹੁਤ ਵੱਡੀ ਕਰਕੇ ਪ੍ਰਚਾਰਿਆ ਜਾ ਰਿਹਾ ਕਿ ਭਾਈ ਪਤਾ ਨਹੀਂ ਕੀ ਹੋ ਗਿਆ। ਪਹਿਲੀ ਗੱਲ ਕਿ ਉੱਥੇ ਜਾਣਾ ਤੈਅ ਸੀ, ਪਰ ਭਾਰਤ ਦੇ ਇੱਕ ਕੇਂਦਰੀ ਮੰਤਰੀ ਰਾਜਨਾਥ ਸਿੰਘ ਹੋਰਾਂ ਦਾ ਕਿ ਉਹ ਲਦਾਖ ਜਾਣਗੇ। ਲਦਾਖ ਤੋਂ ਕੁਝ 100 ਕਿਲੋਮੀਟਰ ਦੂਰ ਗਲਵਾਨ ਘਾਟੀ ਦੇ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦੀ ਝੜਪ ਹੋਈ। ਭਾਰਤ ਦੇ 20 ਫੌਜੀ ਜਵਾਨ ਉੱਥੇ ਸ਼ਹੀਦ ਹੋਏ। ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਜੰਗ ਯੁੱਧ ਨਾ ਹੋਵੇ ਇਸ ਗੱਲ ਦੀ ਆਸ ਤੇ ਅਰਦਾਸ ਕਰਦੇ ਹਾਂ। ਪਰ ਜਦੋਂ ਅਚਾਨਕ ਰਾਜਨਾਥ ਸਿੰਘ ਹੋਰਾਂ ਦੀ ਉਮੀਦ ਸੀ ਜਹਾਜ਼ ਹੈਲੀਕਾਪਟਰ ਜਾ ਕੇ ਉਤਰਿਆ ਹੋਊਗਾ, ਮੀਡੀਆ ਵਾਲਿਆਂ ਦੇ ਕੈਮਰੇ ਲੱਗੇ ਹੁੰਦੇ ਆ ਕਿ ਭਾਈ ਹੁਣ ਕੇਂਦਰੀ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਉਤਰਨਾ। ਅਚਾਨਕ ਰਾਜਨਾਥ ਸਿੰਘ ਹੋਰਾਂ ਦੀ ਥਾਂ ਦੇ ਉੱਤੇ ਦੇਸ਼ ਦੇ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਤਰਦੇ ਆ। ਸਾਰੇ ਹੈਰਾਨ ਰਹਿ ਜਾਂਦੇ ਆ। ਫਿਰ ਪ੍ਰਧਾਨ ਮੰਤਰੀ ਸਾਹਿਬ ਇੱਕ ਖੁਦ ਟਵੀਟ ਕਰਦੇ ਆ, ਆਪਣੀ ਫੋਟੋ ਤੇ ਵੀਡੀਓ ਜਿਹੜੀ ਆ ਇੰਸਟਾਗ੍ਰਾਮ ਦੇ ਉੱਤੇ ਵੀ ਸ਼ੇਅਰ ਕਰਦੇ ਆ ਕਿ ਆਹ ਦੇਖੋ, ਲਦਾਖ ਤੋਂ ਵੀ ਕੁਝ ਦੂਰੀ ਤੇ ਭਾਰਤੀ ਫੌਜੀਆਂ ਦਾ ਜਿਹੜੇ ਕਿ ਚੀਨੀ ਫੌਜੀਆਂ ਦੇ ਨਾਲ ਹੋਈ ਝੜਪ ਦੇ ਵਿੱਚ ਜ਼ਖਮੀ ਹੋ ਗਿਆ ਸੀ, ਹਾਲ ਚਾਲ ਪੁੱਛਦੇ ਹੋਏ, ਉਹਨਾਂ ਦੀ ਬਹਾਦਰੀ ਨੂੰ ਸਲੂਟ ਕਰਦੇ ਹੋਏ, ਉੱਥੇ ਜਾ ਕੇ ਫੌਜ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਸਹੀ ਸਥਿਤੀ ਦਾ ਪਤਾ ਲਾਉਂਦੇ ਹੋਏ। ਬੈਨੀਪਾਲ ਸਾਹਿਬ ਦੇਖੋ, ਪ੍ਰਧਾਨ ਮੰਤਰੀ ਦੀ ਫੇਰੀ ਬਹੁਤ ਅਹਿਮ ਹੈ। ਚੰਗਾ ਹੋਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਗਏ। ਇੱਕ ਤਾਂ ਜਿਹੜੀ ਇਹ ਗੱਲ ਫੈਲੀ ਸੀ ਕਿ ਲਦਾਖ ਤੋਂ ਦਿੱਲੀ ਤੱਕ ਖਬਰ ਜਾਂਦੀ ਬਹੁਤ ਦੇਰ ਨਾਲ ਅੱਪੜਦੀ ਹੈ। ਫੈਸਲੇ ਦਿੱਲੀ ਤੋਂ ਹੁੰਦੇ ਆ, ਜ਼ਮੀਨੀ ਸਥਿਤੀ ਲਦਾਖ ਦੇ ਵਿੱਚ ਹੈ। ਫੌਜੀ ਭਾਰਤ ਦੇ ਉੱਥੇ ਹਥਿਆਰ ਲੈ ਕੇ ਗਏ ਸੀ ਕਿ ਨਹੀਂ ਗਏ, ਉਹਨਾਂ ਨੂੰ ਚਲਾਉਣ ਦੀ ਆਗਿਆ ਸੀ ਕਿ ਨਹੀਂ ਸੀ, ਉਹਨਾਂ ਦਾ ਇੰਨਾ ਨੁਕਸਾਨ ਕਿਉਂ ਹੋ ਗਿਆ, ਸ਼ਹਾਦਤਾਂ ਕਿਉਂ ਹੋ ਗਈਆਂ, ਬਹੁਤ ਸਾਰੀ ਚਰਚਾ ਸੀ। ਹੁਣ ਉਹਦਾ ਭਾਰਤੀ ਫੌਜੀਆਂ ਦੇ ਵਿੱਚ ਵੀ ਚਰਚਾ ਚੱਲਦਾ ਹੋਣਾ। ਜਦੋਂ ਪ੍ਰਧਾਨ ਮੰਤਰੀ ਸਾਹਿਬ ਅਚਾਨਕ ਗਏ ਨੇ, ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਗੱਲਾਂ ਬਾਤਾਂ ਕੀਤੀਆਂ, ਸਲੂਟ ਕੀਤਾ, ਤੇ ਪਹਿਲੀ ਗੱਲ ਕਿ ਭਾਰਤੀ ਫੌਜੀਆਂ ਦਾ ਮਨੋਬਲ ਵਧਿਆ ਹੋਏਗਾ। ਦੂਸਰੀ ਗੱਲ ਹੈ ਕਿ ਸਾਰੇ ਦੇਸ਼ ਨੂੰ ਵੀ ਲੱਗਦਾ ਹੈ ਕਿ ਜੇ ਸਾਡੇ ਪ੍ਰਧਾਨ ਮੰਤਰੀ ਉੱਥੇ ਨੇ ਤਾਂ ਇਹਦਾ ਮਤਲਬ ਹੈ ਕਿ ਸਰਕਾਰ ਦੀ ਸਿੱਧੀ ਉੱਥੇ ਤੱਕ ਪਹੁੰਚ ਹੈਗੀ ਹੈ। ਤੀਸਰੀ ਗੱਲ, ਜਿਹੜਾ ਚੀਨ ਅਜੇ ਤੱਕ ਵੀ ਕਹੀ ਜਾਂਦਾ ਕਿ ਗਲਵਾਨ ਘਾਟੀ ਸਾਡੀ ਹੈ, ਐ ਉਹ ਹੱਥ ਦੇ ਲੈਂਦਾ ਕਿ ਭਾਈ ਸਾਡੀ ਆ, ਤੁਸੀਂ ਉੱਥੇ ਕੌਣ ਹੋ। ਇਦਾਂ ਨਹੀਂ, ਗਲਵਾਨ ਘਾਟੀ ਦੇ ਨੇੜੇ ਤੇੜ ਸਾਡੇ ਪ੍ਰਧਾਨ ਮੰਤਰੀ ਦਾ ਪਹੁੰਚਣਾ। ਹੁਣ ਚੀਨ ਭਾਵੇਂ ਲੱਖ ਨਕਸ਼ੇ ਬਣਾਈ ਜਾਵੇ, ਇਹਦਾ ਮਤਲਬ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਨੇ
ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ, ਇਹ ਏਰੀਆ ਸਾਡਾ ਹੈ, ਸਾਡੇ ਫੌਜੀਆਂ ਦੀਆਂ ਇੱਥੇ ਚੌਂਕੀਆਂ ਹੈ, ਤੁਸੀਂ ਇੱਥੇ ਗਲਤ ਤਰੀਕੇ ਦੇ ਨਾਲ ਆ ਰਹੇ ਹੋ, ਜਿੰਨੀਆਂ ਮਰਜ਼ੀ ਕੂਟਨੀਤੀਆਂ ਅਪਣਾਈ ਜਾਓ, ਭਾਰਤ ਨੇ ਪਿਛਾਂਹ ਨਹੀਂ ਹਟਣਾ। ਹਾਲਾਂਕਿ ਫੌਜੀ ਤਾਕਤ ਸਾਡੀ ਬੈਨੀਪਾਲ ਸਾਹਿਬ ਕਿੰਨੀ ਘੱਟ ਹੈ ਕਿੰਨੀ ਵੱਧ ਹੈ ਉਹ ਮਸਲਾ ਨਹੀਂ, ਪਰ ਕੇਂਦਰ ਦੀ ਸਰਕਾਰ ਨੇ ਇਹ ਕੰਮ ਚੰਗਾ ਕੀਤਾ। ਹੁਣ ਦੂਸਰੀ ਗੱਲ, ਜਿੱਥੇ ਇਹ ਚਰਚਾ ਛਿੜੀ ਜਾ ਰਹੀ ਹੈ ਕਿ ਭਾਈ ਪਤਾ ਨਹੀਂ ਕੀ ਕਰ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਨੇ ਜਾ ਕੇ, ਨਹੀਂ, ਦੁਨੀਆ ਦਾ ਕਿਹੜਾ ਦੇਸ਼ ਹੈ ਜੇ ਇਸ ਦੇਸ਼ ਦਾ ਮੁਖੀਆ ਸਰਹੱਦ ਤੇ ਨਹੀਂ ਜਾਂਦਾ, ਖਾਸ ਤੌਰ ਤੇ ਜਦੋਂ ਤਣਾਅ ਵਾਲੀ ਸਥਿਤੀ ਹੋਵੇ, ਦੁਨੀਆ ਦੇ ਕਿਹੜੇ ਦੇਸ਼ ਦਾ ਮੁਖੀਆ ਜਿਹੜਾ ਉੱਥੇ ਨਹੀਂ ਪਹੁੰਚਦਾ? ਵੱਖ-ਵੱਖ ਦੁਨੀਆ ਦੇ ਦੇਸ਼ਾਂ ਦਾ ਆਪਾਂ ਚਰਚਾ ਕਰ ਸਕਦੇ ਹਾਂ, ਉੱਥੋਂ ਦੇ ਪ੍ਰਧਾਨ ਮੰਤਰੀਆਂ ਦਾ, ਉੱਥੋਂ ਦੇ ਰਾਸ਼ਟਰਪਤੀਆਂ ਦਾ ਚਰਚਾ ਕਰ ਸਕਦੇ ਹਾਂ। ਕੋਈ ਐਸੀ ਗੱਲ ਨਹੀਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਉੱਥੇ ਜਾ ਕੇ ਕੱਦੂ ਦੇ ਵਿੱਚ ਕੋਈ ਵੱਖਰਾ ਤੀਰ ਮਾਰਤਾ, ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੇ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰਤਾ, ਐਸੀ ਗੱਲ ਨਹੀਂ ਹੈ। ਉਹਨਾਂ ਦੀ ਡਿਊਟੀ ਸੀ, ਉਹਨਾਂ ਦਾ ਫਰਜ਼ ਸੀ, ਉਹਨਾਂ ਨੇ ਨਿਭਾਇਆ, ਚੰਗੀ ਗੱਲ। ਹੁਣ ਬੈਨੀਪਾਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਸੀ, ਭਾਰਤੀ ਜਨਤਾ ਪਾਰਟੀ ਨੇ ਆਪਣਾ ਅਕਸੇ ਬਣਾਇਆ ਸੀ ਕਿ ਭਾਈ ਅਸੀਂ ਦੇਸ਼ ਦੀ 1 ਇੰਚ ਵੀ ਜ਼ਮੀਨ ਦੇ ਉੱਤੇ ਕਿਸੇ ਦੂਸਰੇ ਦੇਸ਼ ਦੇ ਫੌਜੀ ਨੂੰ ਕਦਮ ਨਹੀਂ ਰੱਖਣ ਦਿਆਂਗੇ। ਉਹ ਠੋਕ ਵਜਾ ਕੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਉੱਤੇ ਨਿਸ਼ਾਨੇ ਵੀ ਲਾਉਂਦੇ ਸੀ ਕਿ ਤੁਸੀਂ ਜਦੋਂ ਵੀ ਸਰਕਾਰ ਬਣਾਈ ਹੈ, ਦੂਜੇ ਦੇਸ਼ਾਂ ਨੇ ਆਪਣੇ ਥਾਂ ਦੇ ਉੱਤੇ ਕਬਜ਼ਾ ਕੀਤਾ ਹੈ, ਦੂਜੇ ਦੇਸ਼ਾਂ ਦੇ ਫੌਜੀ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਆਉਂਦੇ ਆ। ਪਰ ਜਦੋਂ ਦਾ ਗਲਵਾਨ ਘਾਟੀ ਵਾਲਾ ਮਸਲਾ ਆਇਆ, ਉਦੋਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਦੀ ਸਰਕਾਰ ਦੇ ਉੱਤੇ ਦੋਸ਼ ਲੱਗੇ ਨੇ ਕਿ ਭਾਈ ਤੁਸੀਂ ਉਹਨੇ ਮਜ਼ਬੂਤ ਸਾਬਿਤ ਨਹੀਂ ਹੋਏ ਜਿੰਨੇ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਸਾਬਿਤ ਕਹਿੰਦੇ ਸੀ। ਹੁਣ ਇੱਕ ਤਾਂ ਅਚਾਨਕ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਇਹਨਾਂ ਚਰਚਾਵਾਂ ਦੇ ਉੱਤੇ ਥੋੜਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੂਸਰੀ ਗੱਲ, ਹੁਣ ਫੌਰੀ ਤੌਰ ਦੇ ਉੱਤੇ ਜਿਹੜੀ ਬਣਦੀ ਹੈ, ਪ੍ਰਧਾਨ ਮੰਤਰੀ ਸਾਹਿਬ ਕੋਈ ਪਹਿਲੀ ਵਾਰੀ ਅਚਾਨਕ ਦੌਰਾ ਨਹੀਂ ਕਰਨ ਗਏ। ਮੇਰਾ ਖਿਆਲ ਹੈ ਕਿ 2015 ਦਾ ਸਾਲ ਹੋਣਾ, 5 ਸਾਲ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਅਫਗਾਨਿਸਤਾਨ ਤੋਂ ਆਉਂਦੇ ਸੀ। ਅਚਾਨਕ ਜਹਾਜ਼ ਜਿਹੜਾ ਪਾਕਿਸਤਾਨ ਰੁਕਵਾ ਲਿਆ। ਨਵਾਜ਼ ਸ਼ਰੀਫ ਸਾਹਿਬ ਉਦੋਂ ਪਾਕਿਸਤਾਨ ਦੇ ਮੁਖੀਆ ਸੀ ਤੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਸੀ ਤੇ ਉਹਨਾਂ ਨੂੰ ਵਧਾਈ ਦੇਣ ਚਲੇ ਗਏ। ਭਾਰਤ ਦੇ ਲੋਕ ਤਾਂ ਉਦੋਂ ਵੀ ਹੈਰਾਨ ਹੋਏ ਸੀ। ਜ਼ਰੂਰੀ ਨਹੀਂ ਕਿ ਰਾਜਨਾਥ ਸਿੰਘ ਹੋਰਾਂ ਦੀ ਥਾਂ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਹਾਜ਼ ਤੋਂ ਬਾਹਰ ਨਿਕਲੇ ਆ ਤੇ ਹੈਰਾਨੀ ਪਹਿਲੀ ਵਾਰੀ ਹੋਈ ਹੈ। ਇਹਦੇ ਤੋਂ ਪਹਿਲਾਂ ਵੀ ਇੱਕ ਵਾਰੀ ਰਾਜੌਰੀ ਵਾਲੇ ਖੇਤਰ ਦੇ ਵਿੱਚ ਐਨ ਜਾ ਕੇ ਭਾਰਤ ਪਾਕਿਸਤਾਨ ਦੀ ਜਿਹੜੀ ਲਾਈਨ ਆਫ ਕੰਟਰੋਲ ਹੈ, ਉੱਥੇ ਜਾ ਕੇ ਵੀ ਭਾਰਤ ਦੇ ਫੌਜੀਆਂ ਨੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਿਲੇ ਸੀ। ਇਹਦੇ ਤੋਂ ਬਿਨਾਂ ਵੀ ਗੁਰੇਜ਼ ਸੈਕਟਰ ਦੇ ਵਿੱਚ ਇੱਕ ਵਾਰੀ ਨਰਿੰਦਰ ਮੋਦੀ ਸਾਹਿਬ ਗਏ ਸੀ, ਉਹ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੈਨੀਪਾਲ ਸਾਹਿਬ ਗਏ ਸੀ। ਜਾਣੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈਰਾਨ ਕਰ ਦਿੰਦੇ ਆ। ਅੰਮ੍ਰਿਤਸਰ ਵੀ ਤਾਂ ਆਏ ਸੀ, ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਵੀ ਇੱਕ ਵਾਰੀ ਹੈਰਾਨ ਕੀਤਾ ਸੀ, ਹਿਮਾਚਲ ਪ੍ਰਦੇਸ਼ 'ਚ ਵੀ ਗਏ ਸੀ। ਸੋ ਕੁੱਲ ਮਿਲਾ ਕੇ ਜੇ ਕੋਈ ਬੰਦਾ ਇਹ ਕਹਿੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਪਤਾ ਨਹੀਂ ਕੀ ਕਰ ਦਿੱਤਾ, ਫਰਜ਼ ਸੀ, ਡਿਊਟੀ ਸੀ, ਕੀਤੀ। ਸਾਡੇ ਭਾਰਤੀ ਫੌਜੀ ਜਵਾਨਾਂ ਦਾ ਮਨੋਬਲ ਵਧੇ, ਬਹੁਤ ਚੰਗਾ, ਪਰ ਨਾਲ ਦੀ ਨਾਲ ਕੂਟਨੀਤਿਕ ਪੱਖ ਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ। WhatsApp ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਾਣਾ ਆਮ ਲੋਕਾਂ ਨੂੰ ਅਚੰਭਿਤ ਕਰਨਾ ਕਈ ਵਾਰੀ ਇਹ ਕਾਰਨ ਬਣ ਸਕਦਾ ਹੈ ਕਿਉਂਕਿ ਸਾਡੇ ਰੱਖਿਆ ਮੰਤਰੀ ਦਾ ਉੱਥੇ ਦੌਰਾ ਤੈਅ ਹੈ ਜੀ। ਪ੍ਰਧਾਨ ਮੰਤਰੀ ਜਾਣ ਜਾਂ ਪਹਿਲਾਂ ਵੀ ਜਾਂਦੇ ਰਹੇ ਨੇ, ਕਿਤੋਂ ਅੰਬ ਲੈ ਕੇ ਆਉਂਦੇ ਰਹੇ ਨੇ, ਸਾੜੀ ਦੇ ਕੇ ਆਉਂਦੇ ਰਹੇ ਜੀ। ਇਹ ਗੱਲਾਂ ਵਾਕਈ ਆਪਣੇ ਮੇਰਾ ਖਿਆਲ ਹੈ ਇਤਿਹਾਸ ਦੇ ਉੱਤੇ ਜੇਕਰ ਨਜ਼ਰ ਮਾਰੀ ਜਾਂ ਬੀਤੇ ਸਮੇਂ ਤੇ ਨਜ਼ਰ ਮਾਰੀਏ ਵਾਪਰਦੀਆਂ ਰਹੀਆਂ ਨੇ ਜੀ। ਪਰ ਜਿਹੜੀ ਘਟਨਾ ਦਾ ਤੁਸੀਂ ਹੁਣ ਜ਼ਿਕਰ ਕੀਤਾ ਕਿ ਉਹਨਾਂ ਨੇ ਜਿਹੜੀਆਂ ਸਭ ਤੋਂ ਅਹਿਮ ਸੰਦੇਸ਼ ਜਾਂ ਉੱਥੇ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਇਸ ਗੱਲ ਨਾਲੋਂ ਕਿਤੇ ਅਹਿਮ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਮੈਂ ਚੀਨ ਨੂੰ ਦੱਸ ਦੇਣਾ ਚਾਹੁੰਦਾ ਕਿ ਗਲਵਾਨ ਘਾਟੀ ਜਿੱਥੇ ਤੁਸੀਂ ਝੜਪ ਕੀਤੀ, ਸਾਡੇ 20 ਜਵਾਨ ਸ਼ਹੀਦ ਕੀਤੇ, ਇਹ ਗਲਵਾਨ ਘਾਟੀ ਭਾਰਤ ਦਾ ਅਟੁੱਟ ਹਿੱਸਾ ਹੈ। ਅੱਜ ਵੀ ਸਾਡਾ, ਕੱਲ ਵੀ ਸਾਡਾ ਤੇ ਕੱਲ ਨੂੰ ਵੀ ਸਾਡੀ ਹੀ ਰਹੇਗੀ। ਅਗਲੀ ਗੱਲ ਉਹਨਾਂ ਨੇ ਇਹ ਕੀਤੀ ਕਿ ਅੱਜ ਦੁਨੀਆ ਦੀਆਂ 2 ਮਾਵਾਂ ਨੂੰ ਮੈਂ ਸਲੂਟ ਕਰਨਾ ਚਾਹੁੰਦਾ, ਮੈਂ ਸਲਾਮ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਜਿਹੜੀ ਭਾਰਤ ਮਾਂ ਹੈ, ਭਾਰਤ ਭੂਮੀ ਹੈ, ਸਭ ਤੋਂ ਪਹਿਲਾ ਸਲੂਟ ਮੇਰਾ ਭਾਰਤ ਮਾਂ ਨੂੰ ਹੈ ਜੀ, ਜਿਹਦੇ ਕਰਕੇ 20 ਜਵਾਨ ਉਹਦੀ ਰੱਖਿਆ ਕਰਦੇ ਕਰਦੇ ਸ਼ਹਾਦਤ ਦਾ ਜਾਮ ਪੀ ਗਏ। ਦੂਸਰੀ ਉਹਨਾਂ ਨੇ ਕਿਹਾ ਕਿ ਉਹ ਮਾਵਾਂ ਨੂੰ ਮੈਂ ਸਲੂਟ ਕਰਨਾ ਚਾਹੁੰਦਾ ਜਿਹੜੀਆਂ ਫੌਜੀ ਜਵਾਨਾਂ ਦੀਆਂ ਮਾਵਾਂ ਨੇ। ਫੌਜੀ ਜਵਾਨਾਂ ਦੀਆਂ ਮਾਵਾਂ ਨੂੰ ਸਲੂਟ ਕਰਨ ਦਾ ਉਹਨਾਂ ਨੇ ਇਹ ਨਾਲ ਤਰਕ ਦਿੱਤਾ ਕਿ ਜਦੋਂ ਅਸੀਂ ਰਜਾਈਆਂ ਦੇ ਵਿੱਚ ਸੁੱਤੇ ਪਏ ਹੁੰਦੇ ਆ ਨਾ ਜੀ, ਜਦੋਂ ਤੋਪਾਂ ਦੇ ਗੋਲੇ ਕਾੜ-ਕਾੜ ਕਰਦੇ ਕੰਨਾਂ ਦੇ ਕੋਲ ਦੀ ਗੂੰਜ ਰਹੇ ਹੁੰਦੇ ਨੇ, ਅਸੀਂ ਤਾਂ ਕਈ ਵਾਰੀ ਕਿਤੇ ਦੂਰ ਕਿਸੇ ਆਵਾਜ਼ ਨੂੰ ਸੁਣ ਕੇ ਡਰ ਕੇ ਉੱਠ ਖੜਦੇ ਹਾਂ। ਅਸੀਂ ਆਪਣੇ ਘਰ ਦੇ ਵਿੱਚ ਵੀ ਸੁਰੱਖਿਅਤ ਕਈ ਵਾਰੀ ਮਹਿਸੂਸ ਨਹੀਂ ਕਰਦੇ। ਉਸ ਵਕਤ ਸਾਡੀਆਂ ਹੱਦਾਂ ਦੀ, ਸਰਹੱਦਾਂ ਦੀ ਰਾਖੀ ਉਹ ਫੌਜੀ ਜਵਾਨ ਕਰ ਰਹੇ ਹੁੰਦੇ ਆ। ਪਰ ਉਹਨਾਂ ਮਾਵਾਂ ਨੂੰ ਸਲੂਟ ਕਰਨਾ ਬਣਦਾ ਜਿਨ੍ਹਾਂ ਦੇ ਪੁੱਤ ਉੱਥੇ ਦੇਸ਼ ਦੀ ਰੱਖਿਆ ਕਰ ਰਹੇ ਹੁੰਦੇ ਨੇ, ਜਾਂ ਉਹ 20 ਜਵਾਨ ਜਿਹੜੇ ਭਾਰਤ ਦੀ ਰੱਖਿਆ ਕਰਦੇ, ਭਾਰਤ ਦੀ ਚੱਪੇ ਚੱਪੇ ਦੀ ਰਾਖੀ ਕਰਦੇ ਸ਼ਹਾਦਤ ਦਾ ਜਾਮ ਪੀ ਗਏ। ਇਹਦੇ ਨਾਲ ਇੱਕ ਪਾਸੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਥੇ ਜਾਣਾ ਚੀਨ ਨੂੰ ਸਪਸ਼ਟ ਦੱਸ ਦੇਣਾ ਕਿ ਗਲਵਾਨ ਘਾਟੀ ਸਾਡੀ ਹੈ। ਦੂਸਰੀ ਮੇਰੇ ਖਿਆਲ ਦੇ ਵਿੱਚ ਇਹ ਮਨੋਬਲ ਬਹੁਤ ਤਕੜਾ ਕਰ ਦਿੰਦਾ ਜੀ। ਮੈਨੂੰ ਯਾਦ ਹੈ ਜਦੋਂ ਪਿੱਛੇ ਜੇ ਈਰਾਨ ਦੀ 에ਅਰ ਸਟ੍ਰਾਈਕ ਹੋਈ,
ਉਹਦੇ ਤੋਂ ਬਾਅਦ ਈਰਾਨ ਨੇ ਬਦਲਾ ਲਊ ਕਾਰਵਾਈ ਕੀਤੀ ਤੇ ਇੱਕ ਜਹਾਜ਼ ਵੀ ਫੌਂਡ ਦਿੱਤਾ ਸੀ, ਜਿਹਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਲੋਕ ਵੀ ਸੀ ਜੀ। ਜਸਟਿਨ ਟਰੂਡੋ ਸਾਹਿਬ ਜਿਹੜੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ, ਉਹ ਬੇਸਿਕਲੀ ਫਿਰਤਾ ਰਹੇ ਸੀ ਕਿ ਯੂਨਾਈਟਿਡ ਜਿਹੜੀ ਨੇਸ਼ਨ ਦੇ ਵਿੱਚ ਇੱਕ ਅਸਥਾਈ ਤੌਰ ਤੇ ਸੀਟ ਲੈਣੀ ਸੀ ਜਿਹੜੀ ਕੈਨੇਡਾ ਨੂੰ ਮਿਲ ਨਹੀਂ ਸਕੀ। ਉਹਦੇ ਪ੍ਰਚਾਰ ਤੇ ਗਏ ਹੋਏ ਸੀ, ਪਰ ਉਹਨਾਂ ਨੂੰ ਪਤਾ ਸੀ ਕਿ ਉੱਥੇ ਜਿਹੜੇ ਸਾਡੇ ਫੌਜੀ ਜਵਾਨ ਈਰਾਨ ਤੋਂ ਕੱਢ ਕੇ ਇਰਾਕ ਭੇਜ ਦਿੱਤੇ ਗਏ ਸੀ ਤਾਂ ਕਿ ਉਹਨਾਂ ਨੂੰ ਕੁਝ ਦਿਨਾਂ ਦੇ ਵਾਸਤੇ ਸੁਰੱਖਿਅਤ ਰੱਖ ਲਿਆ ਜਾਵੇ। ਜਦ ਥੋੜੀ ਬਹੁਤੀ ਸ਼ਾਂਤੀ ਹੋ ਜਾਏਗੀ ਦੁਬਾਰਾ ਫਿਰ ਉਸੇ 에ਅਰਬੇਸ ਦੇ ਵਿੱਚ ਲਿਆਂਦਾ ਜਾਏਗਾ। ਹਾਲਾਂਕਿ ਉਹ ਸ਼ਾਂਤੀ ਮਿਸ਼ਨ ਦੇ ਨੈਟੋ ਦੇ ਅਧੀਨ ਨੇ ਜੀ। ਉਹਨਾਂ ਨੂੰ ਇਸ ਤੱਕ ਦਾ ਇਲਮ ਹੀ ਹੈ ਨਹੀਂ ਸੀ। ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦਾ ਉੱਥੇ ਜਹਾਜ਼ ਜਾ ਕੇ ਉਤਰਿਆ, ਉਹਨਾਂ ਨੂੰ ਫਿਰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਸਾਡੀ ਹਿੱਕ ਤੇ ਪਿੱਠ ਥਾਪੜਨ ਵਾਸਤੇ ਇੱਥੇ ਪਹੁੰਚੇ ਆ। ਸੋ ਇਹ ਕਿਸੇ ਵੀ ਮੁਲਕ ਦੇ ਪ੍ਰਧਾਨ ਦਾ ਜਾਂ ਪ੍ਰਧਾਨ ਮੰਤਰੀ ਦਾ ਫਰਜ਼ ਵੀ ਬਣਦਾ ਹੈ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਇਕੱਲੇ ਨਹੀਂ ਜਾਂ ਅਸੀਂ ਸੁੱਟੇ ਹੋਏ ਨਹੀਂ, ਸਾਡੇ ਨਾਲ ਪੂਰਾ ਮੁਲਕ ਖੜਾ ਹੈ, ਮੁਲਕ ਦਾ ਪ੍ਰਧਾਨ ਮੰਤਰੀ ਖੜਾ ਹੈ। ਇਹਦੇ ਤੋਂ ਬਾਅਦ ਹੁਣ ਤੱਕ ਆਪਾਂ ਸੁਣਦੇ ਆ ਰਹੇ ਸੀ ਕਿ ਇਹ ਝੜਪ ਤੋਂ ਬਾਅਦ 59 ਐਪਸ ਦੇ ਉੱਤੇ ਪਾਬੰਦੀ ਦਾ ਐਲਾਨ ਕਰ ਦਿੱਤਾ। ਬਹੁਤ ਸਾਰਾ ਜਿਹੜਾ ਸਾਜੋ ਸਮਾਨ ਬਿਜਲੀ ਦਾ ਬਣਿਆ ਹੋਇਆ ਸੀ ਨਾ, ਉਹ ਚੀਨ ਤੋਂ ਵੀ ਆਯਾਤ ਕੀਤਾ ਜਾਂਦਾ ਸੀ। ਹੁਣ ਪਿਛਲੇ ਸਾਲ ਜੇਕਰ ਆਪਾਂ 2018 ਤੇ 2019 ਦੀ ਗੱਲ ਕਰੀਏ, ਭਾਰਤ ਨੇ ਲਗਭਗ 71,000 ਕਰੋੜ ਰੁਪਏ ਦਾ ਬਿਜਲੀ ਦਾ ਬਣਿਆ ਸਮਾਨ ਬਾਹਰਲੇ ਮੁਲਕਾਂ ਤੋਂ ਆਯਾਤ ਕੀਤਾ ਤੇ ਉਹਦੇ ਵਿੱਚੋਂ 21,000 ਕਰੋੜ ਦੀ ਭਾਗੀਦਾਰੀ ਚੀਨ ਦੇ ਹਿੱਸੇ ਗਈ। ਅੱਜ ਭਾਰਤ ਸਰਕਾਰ ਨੇ ਫੈਸਲਾ ਕਰ ਦਿੱਤਾ ਹੈ, ਉਹਨਾਂ ਨੇ ਇੱਕ ਕਾਨੂੰਨ ਬਣਾਇਆ ਕਿ ਪ੍ਰਾਇਰ ਰੈਫਰੈਂਸ ਕੰਟਰੀ, ਉਹਦੇ ਵਿੱਚ ਜਿਹੜੇ ਪ੍ਰਾਇਰ ਰੈਫਰੈਂਸ ਕੰਟਰੀ ਦੇ ਵਿੱਚ ਉਚੇਚੇ ਤੌਰ ਤੇ ਚੀਨ ਤੇ ਪਾਕਿਸਤਾਨ ਦਾ ਜ਼ਿਕਰ ਹੈ, ਜਿਨ੍ਹਾਂ ਤੋਂ ਭਾਰਤ ਦੀਆਂ ਹੱਦਾਂ ਨੂੰ, ਭਾਰਤ ਦੀਆਂ ਸਰਹੱਦਾਂ ਨੂੰ ਜਾਂ ਭਾਰਤ ਨੂੰ ਖਤਰਾ ਜਾਂ ਭਾਰਤ ਜਿਨ੍ਹਾਂ ਨੂੰ ਆਪਣਾ ਇਸ ਵਕਤ ਦੁਸ਼ਮਣ ਸਮਝਦਾ, ਉਹਨਾਂ ਵਿੱਚ ਪਾਕਿਸਤਾਨ ਤੇ ਚੀਨ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਚੀਨ ਤੋਂ ਤੇ ਪਾਕਿਸਤਾਨ ਤੋਂ ਜੀ ਜਿਹੜਾ ਬਿਜਲੀ ਦਾ ਬਣਿਆ ਸਮਾਨ ਆ ਉਹਦੀ ਆਯਾਤ ਨਹੀਂ ਹੋ ਸਕੇਗੀ, ਉਹਦੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਪਰ ਕੁਝ ਇੱਕ ਹੋਰ ਜਿਹੜੇ ਮੁਲਕ ਨੇ ਜਿੱਥੋਂ ਉਹ ਲੋੜੀਂਦਾ ਸਮਾਨ ਜਾਂ ਤਾਂ ਉੱਥੋਂ ਆਯਾਤ ਕੀਤਾ ਜਾ ਸਕੇਗਾ ਜਾਂ ਉਹਦੇ ਬਦਲ ਵਜੋਂ ਭਾਰਤ ਦੇ ਵਿੱਚ ਤਿਆਰ ਕੀਤਾ ਜਾ ਸਕੇਗਾ। ਇਹ ਸਾਰਾ ਗਲਵਾਨ ਘਾਟੀ ਦੀ ਹੋਈ ਝੜਪ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਭਾਰਤ ਕੂਟਨੀਤਿਕ ਪੱਧਰ ਤੇ ਵੀ ਅਤੇ ਆਪਣੇ ਵਪਾਰਕ ਪੱਧਰ ਤੇ ਵੀ ਕਾਫੀ ਕਦਮ ਲਗਾਤਾਰ ਅੱਗੇ ਵਧਾ ਰਿਹਾ ਹੈ। ਉਹਨਾਂ ਵਿੱਚੋਂ ਇੱਕ ਕਦਮ ਚੀਨ ਨੂੰ ਸੰਦੇਸ਼ ਦੇਣਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਲਵਾਨ ਘਾਟੀ ਜਾਣਾ ਵੀ ਸੀ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਇਸ ਲਈ ਨਾ ਇੱਕ ਹੁੰਦੀ ਜ਼ਮੀਨੀ ਹਕੀਕਤ, ਇੱਕ ਹੁੰਦੀ ਕਾਗਜ਼ੀ ਕਾਰਵਾਈ ਜੀ। ਜੇ ਤੁਸੀਂ ਜਿੰਨਾ 21,000 ਕਰੋੜ ਦਾ ਜ਼ਿਕਰ ਕੀਤਾ ਕਿ ਬਿਜਲੀ ਦਾ ਸਮਾਨ ਸੀ, ਦੇਖੋ ਭਾਰਤ ਦੇ ਵਿੱਚ ਘਰ ਵੀ ਬਣਨੇ ਆ, ਦੁਕਾਨਾਂ ਵੀ ਬਣਨੀਆਂ, ਫੈਕਟਰੀਆਂ ਵੀ ਬਣਨੀਆਂ, ਉਹਦੇ ਤੋਂ ਇਲਾਵਾ ਘਰਾਂ ਦੇ ਵਿੱਚ ਪਹਿਲਾ ਬਿਜਲੀ ਦਾ ਸਮਾਨ ਖਰਾਬ ਵੀ ਹੋਣਾ। ਬਿਲਕੁਲ, ਜੇ ਸਾਡੀ ਪਹਿਲੀ ਨਿਰਭਰਤਾ ਚੀਨ ਦੇ ਉੱਤੇ ਸੀ ਤਾਂ ਇਹ ਭਾਰਤ ਸਰਕਾਰ ਦਾ ਇੱਕ ਚੰਗਾ ਕਦਮ ਹੈ, ਕਿਉਂਕਿ ਜੇ ਅਸੀਂ ਚੀਨ ਨੂੰ ਫੌਜੀ ਤਰੀਕੇ ਦੇ ਨਾਲ ਨਜਿੱਠਣਾ ਨਹੀਂ ਚਾਹੁੰਦੇ ਤਾਂ ਕੂਟਨੀਤਿਕ ਪੱਖ ਤੋਂ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਚੀਨ ਦੇ ਲਈ ਸਭ ਤੋਂ ਵੱਡੀ ਮੰਡੀ ਜਿਹੜੀ ਉਹ ਹੈ ਹੀ ਭਾਰਤ ਜੀ। ਹੁਣ ਜਦੋਂ ਸਭ ਤੋਂ ਵੱਡੀ ਮੰਡੀ ਭਾਰਤ ਹੈ ਤਾਂ ਜੇ ਅਸੀਂ ਬਿਜਲੀ ਦਾ ਸਮਾਨ ਨਹੀਂ ਮੰਗਵਾਵਾਂਗੇ, ਜਿਹੜੀਆਂ ਫੈਕਟਰੀਆਂ ਦੇ ਵਿੱਚ ਉਹ ਸਮਾਨ ਬਣਦਾ ਹੈ, ਉਹ ਚੀਨ ਦੇ ਫੈਕਟਰੀਆਂ ਦੇ ਮਾਲਕ ਜਿਹੜੇ ਕਿਤੇ ਨਾ ਕਿਤੇ ਸਰਕਾਰ ਤੱਕ ਪਹੁੰਚ ਤਾਂ ਕਰਨਗੇ ਜ਼ਰੂਰ ਕਿ ਆਹ ਭਾਈ ਕੀ ਹੋਈ ਜਾਂਦਾ, ਸਾਡਾ ਸਮਾਨ ਬਣਿਆ ਪਿਆ, ਸਾਨੂੰ ਉਮੀਦ ਸੀ ਕਿ ਭਾਰਤ ਦੇ ਵਿੱਚ ਅਸੀਂ ਇੰਨਾ ਸਮਾਨ ਭੇਜਣਾ, ਜੇ ਭਾਰਤ ਨੇ ਸਾਡਾ ਸਮਾਨ ਮੰਗਵਾਇਆ ਹੀ ਨਾ, ਸਾਡੇ ਪੱਲੇ ਕੱਖ ਨਹੀਂ ਰਹਿਣਾ, ਸਾਡਾ ਕੁਝ ਹੀਲਾ ਵਸੀਲਾ ਕਰੋ, ਭਾਰਤ ਦੇ ਨਾਲ ਸੰਬੰਧ ਸੁਧਾਰੋ। ਇੱਕ ਪ੍ਰੈਸ਼ਰ ਜ਼ਰੂਰ ਕ੍ਰੀਏਟ ਹੁੰਦਾ, ਇੱਕ ਦਬਾਅ ਪੈਂਦਾ। ਪਰ ਨਾਲ ਦੀ ਨਾਲ ਹੁਣ ਨਿਤਿਨ ਗਡਕਰੀ ਸਾਹਿਬ ਹੁਣ ਸੜਕੀ ਆਵਾਜਾਈ ਦੇ ਮੰਤਰੀ ਨੇ, ਸੜਕਾਂ ਜੀਟੀ ਰੋਡ ਜਿੰਨੇ ਬਣਦੇ ਨੇ ਉਹ ਉਹਨਾਂ ਦੇ ਮਹਿਕਮੇ ਦੇ ਅਧੀਨ ਆਉਂਦੇ ਆ। ਉਹਨਾਂ ਨੇ ਪਿਛਲੇ ਦਿਨ ਹੀ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਪ੍ਰੋਜੈਕਟ ਜਿਹੜਾ ਨੈਸ਼ਨਲ ਹਾਈਵੇਜ਼ ਦੇ ਨਾਲ ਸੰਬੰਧਿਤ ਹੋਊਗਾ, ਸੜਕੀ ਆਵਾਜਾਈ ਦੇ ਨਾਲ ਸੰਬੰਧਿਤ ਹੋਏਗਾ, ਕਿਸੇ ਵੀ ਚੀਨੀ ਕੰਪਨੀ ਨੂੰ ਉਹਦੇ ਵਿੱਚ ਕੰਟਰੈਕਟ ਨਹੀਂ ਦਿੱਤਾ ਜਾਊਗਾ, ਠੇਕਾ ਨਹੀਂ ਦਿੱਤਾ ਜਾਊਗਾ। ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੈ ਕਿ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਜਾਂ ਜਿਹੜੇ ਪ੍ਰੋਜੈਕਟ ਆਲਰੇਡੀ ਸੈਂਕਸ਼ਨ ਹੋ ਚੁੱਕੇ ਆ, ਪਹਿਲਾਂ ਤੋਂ ਹੀ ਜਿਹੜੇ ਦਿੱਤੇ ਜਾ ਚੁੱਕੇ ਆ ਕੰਟਰੈਕਟ, ਕੀ ਉਹਨਾਂ ਦੇ ਉੱਤੇ ਵੀ ਨਜ਼ਰਸਾਨੀ ਹੋਣੀ ਹੈ ਜੀ? ਜਾਂ ਬੈਨੀਪਾਲ ਸਾਹਿਬ, ਇੱਥੇ ਵੀ ਚਰਚਾ ਚੱਲਦੀ ਸੀ ਕਿ ਕਈ ਪ੍ਰੋਜੈਕਟ 4-4 5-5 ਕੰਪਨੀਆਂ ਰਲ ਕੇ ਲੈਂਦੀਆਂ, ਕਿਉਂਕਿ ਵੱਡਾ ਖਰਚਾ ਹੁੰਦਾ। ਇੱਕ ਕੰਪਨੀ ਦੀ ਆਪਣੀ ਜਿਹੜੀ ਹੈ ਉਹ ਇੰਨੀ ਰਕਮ ਹੁੰਦੀ ਨਹੀਂ, ਉਹਨਾਂ ਦੇ ਕੋਲੇ ਇੰਨੇ ਸਾਧਨ ਨਹੀਂ ਹੁੰਦੇ। ਹੁਣ ਮੰਨ ਲਓ ਜੇ 5 ਕੰਪਨੀਆਂ ਨੇ ਇੱਕ ਠੇਕਾ ਇਕੱਠੇ ਹੋ ਕੇ ਲਿਆ, ਉਹਦੇ ਵਿੱਚੋਂ 3 ਕੰਪਨੀਆਂ ਭਾਰਤ ਦੀਆਂ ਨੇ, 2 ਕੰਪਨੀਆਂ ਚੀਨ ਦੀਆਂ ਨੇ, ਜਾਂ 2 ਕੰਪਨੀਆਂ ਭਾਰਤ ਦੀਆਂ ਨੇ, ਇੱਕ ਜਾਪਾਨ ਦੀ ਹੈ, ਇੱਕ ਕਿਸੇ ਹੋਰ ਮੁਲਕ ਦੀ ਹੈ, ਇੱਕ ਚੀਨ ਦੀ ਹੈ, ਜਿਹਦੇ ਵਿੱਚ ਚੀਨ ਦੀ ਥੋੜੀ ਹਿੱਸੇਦਾਰੀ ਹੈ, ਕਿ ਉਹਨਾਂ ਪ੍ਰੋਜੈਕਟਾਂ ਦੇ ਉੱਤੇ ਵੀ ਅਸਰ ਪਏਗਾ। ਇਸ ਸੰਬੰਧ ਦੇ ਵਿੱਚ ਬਹੁਤ ਸਾਰੀ ਸਥਿਤੀ ਸਾਫ਼ ਕਰਨੀ ਵੀ ਜ਼ਰੂਰੀ ਹੈ। ਇਹਦੇ ਨਾਲ ਜੇ ਆਪਾਂ ਭਾਰਤ ਦੇ ਆਮ ਖਪਤਕਾਰ ਦੇ ਤੌਰ ਤੇ ਵੇਖੀਏ, ਵੈਸੇ ਆਮ ਲੋਕਾਂ ਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਕਿ ਜੇ 50 ਵਾਲੀ ਚੀਜ਼ 6 ਰੁਪਈਆਂ ਦੀ ਵੀ ਲੈਣੀ ਪਵੇ ਕੋਈ ਗੱਲ ਨਹੀਂ, ਜੇ 50 ਰੁਪਈਆਂ ਵਾਲੀ ਚੀਜ਼ 6.5 ਦੀ ਵੀ ਲੈਣੀ ਪਵੇ ਕੋਈ ਗੱਲ ਨਹੀਂ। ਆਪਾਂ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਸਿੱਧੇ ਤੌਰ ਦੇ ਉੱਤੇ ਆਪਾਂ ਬਿਨਾਂ ਵਰਤਿਓ ਵੀ ਸਾਰ ਸਕਦੇ ਹਾਂ। ਪਰ ਰੌਲਾ ਇਸ ਗੱਲ ਦਾ ਹੈ ਕਿ ਜਿਹੜਾ ਸਮਾਨ ਅਸੀਂ ਪਹਿਲਾਂ ਚੀਨ ਤੋਂ ਮੰਗਵਾਉਂਦੇ ਸੀ, ਭਾਵੇਂ ਮੋਬਾਈਲ ਫੋਨ ਨੇ,
ਭਾਵੇਂ ਉਹ ਬਿਜਲੀ ਦਾ ਸਮਾਨ ਹੈ, ਭਾਵੇਂ ਉਹ ਕੱਪੜੇ ਦਾ ਸਮਾਨ ਹੈ, ਭਾਵੇਂ ਉਹ ਛੋਟੀਆਂ-ਛੋਟੀਆਂ ਹੋਰ ਚੀਜ਼ਾਂ ਨੇ। ਬੈਨੀਪਾਲ ਸਾਹਿਬ, ਜੇ ਅਸੀਂ ਉਹ ਸਮਾਨ ਕਿਸੇ ਹੋਰ ਪਾਸਿਓਂ ਨਹੀਂ ਮੰਗਵਾਉਣਾ, ਇਹ ਚੀਨ ਤੋਂ ਨਹੀਂ ਮੰਗਵਾਉਣਾ, ਪਾਕਿਸਤਾਨ ਤੋਂ ਨਹੀਂ ਮੰਗਵਾਉਣਾ, ਤਾਂ ਕਿੱਧਰੋਂ ਮੰਗਵਾਉਣਾ ਹੈ? ਕੀ ਉਹ ਕਾਸਟ ਭਾਰਤ ਦਾ ਜਿਹੜਾ ਆਮ ਕੰਜ਼ਿਊਮਰ ਹੈ, ਖਪਤਕਾਰ ਹੈ, ਕੀ ਉਹ ਅਦਾ ਕਰਨ ਦੇ ਯੋਗ ਹੈਗਾ? ਅਸਲ ਦੇ ਵਿੱਚ ਸਰਕਾਰ ਨੂੰ ਦੋ ਪੱਖਾਂ ਤੇ ਕੰਮ ਕਰਨਾ ਚਾਹੀਦਾ ਹੈ। ਪਹਿਲਾ ਕੰਮ ਇਹ ਹੈ ਕਿ ਠੀਕ ਹੈ, ਚੀਨ ਦੇ ਉੱਤੇ ਕੁਝ ਪਾਬੰਦੀਆਂ ਲਾਈਏ, ਪ੍ਰੈਸ਼ਰ ਹਟਾਵੇ। ਦੂਸਰਾ, ਉਸ ਸਮਾਨ ਨੂੰ ਭਾਰਤ ਦੇ ਵਿੱਚ ਕਿਵੇਂ ਬਣਾਇਆ ਜਾਵੇ, ਉਹਨਾਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਕੁਝ ਰਾਹਤ ਦਈਏ, ਕੁਝ ਮੁੱਢਲਾ ਢਾਂਚਾ ਦਈਏ। ਕਾਰੀਗਰਾਂ ਦੀ ਘਾਟ ਹੈ ਤਾਂ ਕਾਰੀਗਰਾਂ ਦੇ ਵਿੱਚ ਨਿਪੁੰਨਤਾ ਲਿਆਉਣ ਦੇ ਲਈ ਉਦਾਂ ਦੇ ਪ੍ਰੋਗਰਾਮ ਸ਼ੁਰੂ ਕਰੀਏ, ਕਿਉਂਕਿ ਜ਼ਰੂਰੀ ਨਹੀਂ ਕਿ 2020 ਚ ਹੀ ਆਤਮ ਨਿਰਭਰ ਹੋ ਜਾਣਾ। ਹੁਣ ਅਸੀਂ ਥੋੜੇ ਚਿਰ ਦੇ ਲਈ ਸਮਾਨ ਕਿਤੋਂ ਹੋਰ ਮੰਗਵਾ ਲਈਏ, ਪਰ ਸਾਡਾ 2021 2022 ਕੋਈ ਟੀਚਾ ਹੋਵੇ। ਇਹ ਨਾ ਹੋਵੇ ਕਿ ਅੱਜ ਸਾਡੀ ਚੀਨ ਤੇ ਨਿਰਭਰਤਾ ਹੈ, ਉਹ ਅੱਖਾਂ ਦਿਖਾਉਂਦਾ ਤੇ ਸਾਨੂੰ ਪੰਗਾ ਪੈ ਗਿਆ। ਭਲਕ ਨੂੰ ਸਾਡੀ ਨਿਰਭਰਤਾ ਜਿਹੜੀ ਹੈ ਉਹ ਕਿਸੇ ਹੋਰ ਮੁਲਕ ਦੇ ਉੱਤੇ ਹੋ ਜਾਵੇ, ਭਲਕ ਨੂੰ ਉਹ ਅੱਖਾਂ ਵਿਖਾਉਣ ਲੱਗੇ। ਮਸਲਾ ਇਹ ਹੈ ਕਿ ਸਾਡਾ ਜਿੰਨਾ ਭਾਰ ਹੈ, ਸਾਡੀਆਂ ਆਪਦੀਆਂ ਲੱਤਾਂ ਕਿੰਨਾ ਚੱਕਦੀਆਂ। ਦੂਸਰਾ, ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਵਾਰੀ ਫੇਰ ਬਿਆਨ ਦਿੱਤਾ, ਹਾਲਾਂਕਿ ਭਾਰਤ 20 ਵਾਰੀ ਕਹਿ ਹਟਿਆ ਕਿ ਸਾਡਾ ਭਾਵੇਂ ਪਾਕਿਸਤਾਨ ਦੇ ਨਾਲ ਮਸਲਾ ਹੈ, ਭਾਵੇਂ ਚੀਨ ਦੇ ਨਾਲ ਮਸਲਾ ਹੈ, ਭਾਵੇਂ ਕਿਸੇ ਹੋਰ ਮੁਲਕ ਦੇ ਨਾਲ ਮਸਲਾ ਹੈ, ਅਸੀਂ ਆਪ ਨਜਿੱਠਾਂਗੇ, ਸਾਨੂੰ ਕਿਸੇ ਤੀਸਰੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ। ਹੁਣ ਅਮਰੀਕਾ ਵਾਲਿਆਂ ਨੇ ਕਿਹਾ ਕਿ ਚੀਨ ਜੀ ਗਲਤ ਕਰਦਾ ਹੈ, ਜੇ ਭਾਰਤ ਚੀਨ ਦੀਆਂ ਐਪਸ ਦੇ ਉੱਤੇ ਪਾਬੰਦੀ ਲਾਉਂਦਾ ਤੇ ਠੀਕ ਕਰਦਾ ਹੈ, ਉਹਦੇ ਤੋਂ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਖਤਰਾ ਹੈ। ਤੁਹਾਨੂੰ ਕਿੱਦਾਂ ਪਤਾ? ਅਸੀਂ ਦੱਸਿਆ, ਸਾਡੀ ਭਾਰਤ ਦੀ ਸਰਕਾਰ ਨੇ ਰਿਪੋਰਟ ਭੇਜੀ ਹੈ। ਭਾਰਤ ਦੀ ਸਰਕਾਰ ਨੇ ਜ਼ਰੂਰ ਕਿਹਾ ਕਿ ਭਾਈ ਸਾਡੀ ਜ਼ਮੀਨ ਦੇ ਉੱਤੇ ਕੋਈ ਕਬਜ਼ਾ ਕਰਨ ਨੂੰ ਫਿਰਦਾ, ਤੁਸੀਂ ਡਾਂਗ ਲੈ ਕੇ ਆਇਓ ਜ਼ਰੂਰ। ਠੀਕ ਹੈ, ਇੱਕ ਦੇਸ਼ ਤੇ ਦੂਜੇ ਦੇਸ਼ ਦੇ ਨਾਲ ਸੰਬੰਧ ਹੁੰਦੇ ਆ, ਪਰ ਉਹ ਸੰਬੰਧਾਂ ਦੇ ਵਿੱਚ ਵੀ ਇੱਕ ਸੀਮਾ ਨਿਰਧਾਰਿਤ ਕਰਨੀ ਚਾਹੀਦੀ ਹੈ। ਜਦੋਂ ਅਮਰੀਕਾ ਵਾਲਿਆਂ ਦਾ ਕਿਸੇ ਹੋਰ ਦੇ ਨਾਲ ਪੰਗਾ ਪੈਂਦਾ, ਭਾਰਤ ਵਾਲੇ ਕਿੰਨਾ ਕੁ ਬਿਆਨ ਦਿੰਦੇ ਆ ਕਿ ਭਾਈ ਫਲਾਨਾ ਦੇਸ਼ ਅਮਰੀਕਾ ਨਾਲ ਧੱਕਾ ਕਰਦਾ ਹੈ ਜਾਂ ਅਮਰੀਕਾ ਫਲਾਨੇ ਦੇਸ਼ ਨਾਲ ਧੱਕਾ ਕਰਦਾ ਹੈ। ਇਸ ਵੇਲੇ ਭਾਰਤ ਦੀ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਸਾਹਿਬ ਨੇ ਠੀਕ ਕੀਤਾ, ਉਹ ਉੱਥੇ ਗਏ ਨੇ, ਉਹਨਾਂ ਨੇ ਅਚੰਭਤ ਵੀ ਕੀਤਾ, ਸਾਰਿਆਂ ਨੂੰ ਵਧੀਆ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਿਕਿਉਰਿਟੀ ਦੇ ਪੱਖ ਤੋਂ ਵੀ, ਪਰ ਨਾਲ ਦੀ ਨਾਲ ਅਸੀਂ ਆਪਣੇ ਪੈਰਾਂ ਦੇ ਉੱਤੇ ਖਲੋਣਾ ਕਿਵੇਂ ਹੈ, ਚੀਨ ਦੀਆਂ ਚੀਜ਼ਾਂ ਦਾ ਬਦਲ ਅਸੀਂ ਭਾਰਤ ਦੇ ਵਿੱਚ ਦੇਣਾ ਕਿਵੇਂ ਹੈ, ਉਹਦਾ ਰਾ ਮਟੀਰੀਅਲ, ਉਹਦਾ ਕੱਚਾ ਮਾਲ ਲਿਆਉਣਾ ਕਿਵੇਂ ਹੈ, ਜਿਹੜੇ ਮਾਹਿਰ ਸਾਡੇ ਘੱਟ ਨੇ ਜਾਂ ਅਸੀਂ ਕਾਸਟ ਨੂੰ ਕੰਪੀਟ ਕਰਨਾ ਕਿਵੇਂ ਹੈ, ਉਧਰ ਵੀ ਧਿਆਨ ਰੱਖੀਏ। ਤੇ ਸਭ ਤੋਂ ਵੱਡੀ ਗੱਲ, ਦੁਨੀਆ ਦੇ ਵਿੱਚ ਜਿਹੜਾ ਧਰੁਵੀਕਰਨ ਹੋਈ ਜਾਂਦਾ ਹੈ, ਉਹਦੇ ਵਿੱਚ ਅਸੀਂ ਬਚ ਕੇ ਕਿਵੇਂ ਚੱਲਣਾ ਹੈ, ਬਹੁਤ ਜ਼ਰੂਰੀ ਹੈ। ਅਸੀਂ ਚੀਨ ਤੋਂ ਸਾਜੋ ਸਮਾਨ ਜਿਹੜਾ ਰੂਸ ਤੋਂ ਸਾਜੋ ਸਮਾਨ ਖਰੀਦਣਾ ਹੈ, ਮੁਕਾਬਲਾ ਸਾਡਾ ਚੀਨ ਦੇ ਨਾਲ ਹੈ। ਦੂਸਰੇ ਪਾਸੇ USA ਵਾਲੇ ਆਪਣੇ ਪੱਧਰ ਦੇ ਉੱਤੇ ਵਿੱਚ ਮਾੜੀ ਮੋਟੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਆ। ਬਹੁਤ ਬਚ ਕੇ ਚੱਲਣ ਦੀ ਲੋੜ ਹੈ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਸੀਂ ਇਹਨਾਂ ਪੱਥਰਾਂ ਦੇ ਉੱਤੇ ਤੁਰ ਕੇ ਆਏ ਆ ਕਿ ਪੈਰ ਕਿਤੇ ਫਿਸਲੇ ਨਾ, ਜਿੱਦਾਂ ਅਸੀਂ ਇਹਨਾਂ ਪੱਥਰਾਂ ਦੇ ਉੱਤੇ ਕੁਰਸੀ ਰੱਖੀ ਹੈ ਕਿ ਪ੍ਰੋਗਰਾਮ ਕਰਦੇ ਆ, ਇਹ ਨਾ ਹੋਵੇ ਕਿ ਕੁਰਸੀ ਉਲਟ ਜਾਵੇ। ਬਿਲਕੁਲ ਉਸੇ ਤਰੀਕੇ ਭਾਰਤ ਦੀ ਸਥਿਤੀ ਹੈ। ਬਾੜ ਸਾਹਿਬ ਦੇਖੋ, ਚੀਨ ਇੱਕ ਪਾਸੇ ਹੈ ਤੇ ਅਮਰੀਕਾ ਇੱਕ ਪਾਸੇ ਹੈ। ਇਹ ਦੁਨੀਆ ਨੂੰ ਪਤਾ ਹੈ, ਦਰਸ਼ਕਾਂ ਨੂੰ ਵੀ ਪਤਾ ਹੈ ਕਿ ਅਮਰੀਕਾ ਆਪਣੇ ਆਪ ਨੂੰ ਦੁਨੀਆ ਦਾ ਲੰਬੜਦਾਰ ਸਮਝਦਾ ਜੀ। ਆਪਣੇ ਪਿੰਡ ਵਿੱਚ ਵੀ ਨਾ ਕੋਈ ਰੌਲਾ ਝਗੜਾ ਕਿਸੇ ਪਰਿਵਾਰ ਦਾ ਹੋ ਜਾਏ, ਆਪਾਂ ਕਈ ਵਾਰੀ ਪਿੰਡ ਦੇ ਵਿੱਚ ਕਿਸੇ ਨੂੰ ਕਹਿਣ ਨਹੀਂ ਜਾਂਦੇ, ਲੰਬੜ ਆਪਣੇ ਆਪ ਹੀ ਆ ਕੇ ਪੁੱਛਣ ਲੱਗ ਜਾਂਦਾ, ਭਾਈ ਫਲਾਣਿਆਂ ਨਾਲ ਤੁਹਾਡੀ ਲਾਗ ਡਾਟ ਹੋ ਗਈ ਸੀ, ਜੇ ਕਹੀਏ ਤਾਂ ਸੁਲ੍ਹਾ ਸਫਾਈ ਕਰਾ ਦਈਏ। ਹੋ ਸਕਦਾ ਕਿ ਅਮਰੀਕਾ ਸੁਲ੍ਹਾ ਸਫਾਈ ਦੀ ਪੇਸ਼ਕਸ਼ ਪਹਿਲਾਂ ਵੀ ਕਰਦਾ ਰਿਹਾ ਤੇ ਹੁਣ ਵੀ ਕਰ ਰਿਹਾ, ਪਰ ਇਹ ਸੋਚਣਾ ਭਾਰਤ ਨੇ ਤੇ ਭਾਰਤ ਦੀ ਸਰਕਾਰ ਨੇ ਸੋਚਣਾ ਹੈ ਕਿ ਚੀਨ ਨਾਲ ਸਾਡਾ ਮਾਮਲਾ ਅਸੀਂ ਹੱਲ ਕਰਨਾ ਕਿਵੇਂ ਜੀ। ਪਰ ਅਗਲੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹਦੇ ਵਿੱਚ ਕਿ ਅਸੀਂ ਬਾਈਕਾਟ ਐਪਸ ਦਾ ਕਰ ਦਿੱਤਾ ਹੈ। ਹੁਣ ਆਰਕੇ ਸਿੰਘ ਨੇ ਜਿਹੜੇ ਬਿਜਲੀ ਮੰਤਰੀ ਨੇ, ਉਹਨਾਂ ਨੇ ਵੀ ਫਰਲਾ ਕੱਢ ਦਿੱਤਾ ਕਿ ਭਾਈ ਅਸੀਂ ਬਿਜਲੀ ਦਾ ਸਮਾਨ ਉੱਥੋਂ ਆਯਾਤ ਨਹੀਂ ਕਰਨਾ। ਮੈਨੂੰ ਲੱਗਦਾ ਕਿ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਨਾ, ਜਿਹੜੀ ਸਾਡੀ ਸਿੱਖਿਆ ਵੀ ਹੈ, ਉਹਨੂੰ ਵੀ ਕਿੱਤਾ ਮੁਖੀ ਬਣਾਉਣ ਦੀ ਬਹੁਤ ਜ਼ਰੂਰਤ ਹੈ ਜੀ। ਅਸੀਂ ਵੇਖਦੇ ਹਾਂ ਕਿ ਕਈ ਵਾਰੀ ਸਾਡੇ ਬੱਚੇ ਸਕੂਲਾਂ ਦੇ ਵਿੱਚ ਜਿਹੜੀ ਸਟੱਡੀ ਕਰ ਰਿਹਾ, ਪੜ੍ਹਾਈ ਕਰ ਰਿਹਾ, ਅੱਗੇ ਚੱਲ ਕੇ ਉਹਨਾਂ ਦੇ ਕੰਮ ਨਹੀਂ ਆਉਂਦੀ। ਕਿਸੇ ਨੇ ਮਾਸਟਰਸ ਕਰ ਲਈ, ਕੋਈ BA ਕਰਕੇ ਬਹਿ ਗਿਆ, ਕੋਈ MA ਕਰਕੇ ਬਹਿ ਗਿਆ, ਕਿਸੇ ਨੇ ਇੰਜੀਨੀਅਰਿੰਗ ਕਰ ਲਈ। ਬਹੁਤ ਸਾਰੀ ਪੜ੍ਹਾਈ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਉਹ ਕੀਤੀ ਜਾਂ ਕਰਵਾਈ ਜਾ ਰਹੀ ਹੈ ਜਿਹੜੀ ਅੱਗੇ ਚੱਲ ਕੇ ਸਾਡੇ ਕੰਮ ਨਹੀਂ ਆਉਂਦੀ। ਕਈ ਵਾਰੀ ਫਿਰ ਵਿਦਿਆਰਥੀ ਵੀ ਕਹਿੰਦੇ ਨੇ, ਬੱਚੇ ਵੀ ਕਹਿੰਦੇ ਨੇ ਕਿ ਆ ਜਿਹੜਾ ਡਿਗਰੀਆਂ ਦਾ ਅਸੀਂ ਥੱਬਾ ਚੁੱਕੀ ਫਿਰਦੇ ਹਾਂ, ਢੇਰ ਚੁੱਕੀ ਫਿਰਦੇ ਹਾਂ, ਕਿਹੜੇ ਕੰਮ ਦਾ? ਇੱਕ ਤੇ ਸਰਕਾਰਾਂ ਨੂੰ ਜਿਹੜਾ ਸਿਲੇਬਸ ਨਾ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਕਿ ਕੱਲਾ ਨੂੰ ਪੜ੍ਹ ਕੇ ਜੇਕਰ ਉਹ ਕੋਈ ਕੰਮ ਸਰਕਾਰੀ ਨਹੀਂ ਵੀ ਮਿਲਦਾ, ਉਹ ਕਿੱਤਾ ਮੁਖੀ ਪੜ੍ਹਾਈ ਹੋਵੇ, ਜਿਵੇਂ ਪਹਿਲਾਂ ITI 'ਚ ਲੋਕ ਪੜ੍ਹਦੇ ਸੀ। ਸੋ ਇਸ ਤਰ੍ਹਾਂ ਦੀ ਪੜ੍ਹਾਈ ਕਰਾਉਣ ਦੇ ਨਾਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਕਿ ਜਿਹੜੀਆਂ ਐਪਸ ਬੰਦ ਕਰ ਦਿੱਤੀਆਂ, ਉਹਨਾਂ ਦੇ ਬਦਲ ਵੀ ਲੋਕਾਂ ਨੂੰ ਚਾਹੀਦੇ ਆ। ਅਸੀਂ ਵੇਖਦੇ ਹਾਂ ਕਿ ਸਾਊਥ ਦੇ ਵਿੱਚ ਬਹੁਤ ਸਾਰੇ ਲੋਕ ਨੇ, ਹੁਣ ਅਸੀਂ ਆਪਣੇ ਕੋਲ ਫੋਨ ਪਏ ਆ, ਆਪਾਂ ਐਪਸ ਵਰਤਦੇ ਹਾਂ। ਟੈਕਨੋਲੋਜੀ ਵਰਤਣ ਵਾਲੇ ਲੋਕ ਸਾਡੇ ਕੋਲ ਘੱਟ ਚਾਹੀਦੇ ਨੇ। ਅਸਲ ਦੇ ਵਿੱਚ ਟੈਕਨੋਲੋਜੀ ਡਿਵੈਲਪ ਕਰਨ ਵਾਲੇ ਲੋਕਾਂ ਦਾ ਜ਼ਮਾਨਾ ਇਹ, ਕਿਉਂਕਿ ਜਿਹੜੀ ਚੀਜ਼ ਅਸੀਂ ਡਿਵੈਲਪ ਕਰਾਂਗੇ ਵਰਤਣੀ ਉਹ ਲੋਕਾਂ ਨੇ ਜੀ। ਅਸੀਂ ਆਤਮ ਨਿਰਭਰ ਭਾਵੇਂ ਓਵਰਨਾਈਟ ਨਹੀਂ ਬਣ ਸਕਦੇ, ਪਰ ਸਾਨੂੰ ਬਣਨਾ ਪਏਗਾ। ਇਹਦੇ ਨਾਲ ਇੱਕ ਗੱਲ ਜਿਹੜੀ ਹੋਰ ਅਹਿਮ ਜ਼ਰੂਰਤ ਇਹ ਹੈ ਕਿ ਜੇਕਰ ਸਰਕਾਰ ਇਸ ਵਕਤ ਕਿਸੇ ਤਰ੍ਹਾਂ ਦੇ ਵੀ ਫੈਸਲੇ ਲੈ ਰਹੀ ਹੈ, ਉਹਦੇ ਵਿੱਚ ਜਿੰਨੀ ਦੇਰ ਲੋਕ ਸਹਿਯੋਗ ਨਹੀਂ ਕਰਨਗੇ,
ਉਨੀ ਦੇਰ ਸਰਕਾਰਾਂ ਦੀਆਂ ਲਾਈਆਂ ਕਈ ਵਾਰੀ ਪਾਬੰਦੀਆਂ ਸਰਕਾਰ ਦੇ ਨੱਕ 'ਚ ਦਮ ਕਰ ਦਿੰਦੇ ਤੇ ਲੋਕਾਂ ਦੇ ਵੀ ਨੱਕ 'ਚ ਦਮ ਹੋ ਜਾਂਦਾ ਹੈ। ਦੂਸਰੇ ਪਾਸੇ ਇਹ ਗੱਲ ਪੱਕੀ ਹੈ, ਯਕੀਨ ਵਾਲੀ ਹੈ ਕਿ ਜੇਕਰ ਸਰਕਾਰ ਕਿਸੇ ਚੀਜ਼ ਦੇ ਉੱਤੇ ਕੋਈ ਸਟੈਪ ਲੈ ਰਹੀ ਹੈ, ਉਹ ਦੇਸ਼ ਦੀ ਏਕਤਾ ਨੂੰ, ਅਖੰਡਤਾ ਨੂੰ, ਪ੍ਰਭੂ ਸੱਤਾ ਨੂੰ ਵਾਕਈ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ। ਇਹਦੇ ਕਰਕੇ ਕਈ ਵਾਰੀ ਹੋ ਸਕਦਾ ਕਿ ਜਿਹੜੇ ਤਾਂ ਲੋਕ ਇਸ ਵਕਤ ਭਾਜ ਪਾਈ ਨੇ ਉਹ ਤਾਂ ਇਹਦੇ ਹੱਕ 'ਚ ਖੜ ਜਾਣ, ਦੂਸਰੇ ਲੋਕ ਇਹਦੀ ਵਿਰੋਧਤਾ ਕਰਨ ਲੱਗ ਜਾਣ। ਮੇਰਾ ਖਿਆਲ ਹੈ ਇਹ ਜਿਹੜਾ ਚੀਨ ਨੂੰ ਜਾਂ ਦੁਨੀਆ ਨੂੰ ਕੋਈ ਚੰਗਾ ਸੰਦੇਸ਼ ਨਹੀਂ ਜਾਣਾ। ਇਸ ਵਕਤ ਇੱਕ ਹੀ ਦਾ ਸੰਦੇਸ਼ ਦੇਣ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਕਿ ਜਿਹੜੇ ਸਟੈਪ ਲਏ ਜਾ ਰਹੇ ਨੇ, ਸਰਕਾਰਾਂ ਨੂੰ ਵੀ ਇਹ ਗੱਲ ਦੀ ਸੋਚ ਜਾਂ ਵਿਚਾਰ ਕਰਨੀ ਚਾਹੀਦੀ ਹੈ ਕਿ ਇਹਦਾ ਬਦਲ ਨਾਲ ਦੀ ਨਾਲ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਨਹੀਂ ਤਾਂ ਅਰਾਜਕਤਾ ਵਾਲੀ ਸਥਿਤੀ ਪੈਦਾ ਲੋਕਾਂ 'ਚ ਹੋ ਜਾਂਦੀ ਹੈ। ਤੇ ਹੁਣ ਆਪਾਂ ਅਗਲੀ ਖਬਰ ਵੱਲ ਨੂੰ ਰੁਖ ਕਰੀਏ ਜੀ, ਕਿਉਂਕਿ ਬੀਤੇ ਕਈ ਦਿਨਾਂ ਦੀ ਗੱਲ ਚੱਲ ਰਹੀ ਹੈ। ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਲਗਾਤਾਰ ਗਰਮਾ ਰਹੀ ਹੈ ਕਿਉਂਕਿ ਸਾਲ ਡੇਢ ਸਾਲ ਦਾ ਸਮਾਂ ਰਹਿ ਗਿਆ ਜੀ। ਟਕਸਾਲੀਆਂ ਨੇ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਬਾਦਲਾਂ ਤੋਂ ਖਫਾ ਹੋ ਕੇ ਕਿ ਕੁਰਬਾਨੀਆਂ ਅਸੀਂ ਕਰਦੇ ਰਹੇ, ਜੇਲ੍ਹਾਂ ਅਸੀਂ ਕੱਟਦੇ ਰਹੇ ਤੇ ਲੰਬੜਦਾਰੀਆਂ ਤੁਸੀਂ ਕਰੀ ਜਾਂਦੇ ਹੋ। ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ, ਪਰ ਪਿਛਲੀ ਚੋਣ ਦੇ ਵਿੱਚ ਕੋਈ ਕਾਰਗੁਜ਼ਾਰੀ ਉਹਨਾਂ ਦੀ ਕੋਈ ਚੰਗੀ ਨਜ਼ਰ ਨਾ ਆਈ ਜੀ। ਹੁਣ ਢੀਂਡਸੇ ਵੱਖਰੇ ਹੋਏ ਨੇ। ਹੁਣ ਕਿਆਸਰਾਈਆਂ ਇਹ ਲਾਈਆਂ ਜਾ ਰਹੇ ਨੇ ਕਿ ਹੋ ਸਕਦਾ ਹੈ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਇਸ ਵਕਤ ਗਤੀਵਿਧੀਆਂ ਵਧਾਈਆਂ ਹੋਈਆਂ ਨੇ, ਐਲਾਨ ਵੀ ਕਰ ਚੁੱਕੇ ਨੇ ਕਿ ਨਵੀਂ ਪਾਰਟੀ ਬਣਾਵਾਂਗੇ, ਪਰ ਟਕਸਾਲੀਆਂ ਨੇ ਜਿਹੜੀ ਉਹਨਾਂ ਨੂੰ ਆਫਰ ਕੀਤੀ ਆ ਕਿ ਸਾਡੇ 'ਚ ਆ ਜਾਓ ਜੀ, ਅਸੀਂ ਤੁਹਾਨੂੰ ਪ੍ਰਧਾਨ ਬਣਾਉਣ ਨੂੰ ਵੀ ਤਿਆਰ ਹਾਂ। ਪਰ ਟਕਸਾਲੀਆਂ ਦਾ ਦੂਸਰੇ ਪਾਸੇ ਇਹ ਕਹਿਣਾ ਜਾਂ ਢੀਂਡਸਾ ਸਾਹਿਬ ਦਾ ਇਹ ਕਹਿਣਾ ਕਿ ਹਿੰਦੂ ਵੋਟ ਨੂੰ ਆਪਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਮੇਰੇ ਖਿਆਲ ਦੇ ਵਿੱਚ ਇੱਕ ਤਾਂ ਇਹ ਗੱਲ ਮੰਨਣੀ ਪਊ ਕਿ ਜੇਕਰ ਆਪਾਂ ਅਕਾਲੀ ਵੀ ਦੇਖ ਲਈਏ, ਭਾਵੇਂ ਉਹਨਾਂ ਨੇ ਪਾਰਟੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਪਰ ਹੌਲੀ ਹੌਲੀ ਉਹਨਾਂ ਦੇ ਸੰਵਿਧਾਨ ਦੇ ਵਿੱਚ ਜਥੇਦਾਰ ਜੈਨ ਵੀ ਤਾਂ ਵਿੱਚ ਆਈ ਨੇ ਜੀ। ਹੌਲੀ ਹੌਲੀ ਉਹਨਾਂ ਨੇ ਪੰਜਾਬ ਪਾਰਟੀ ਬਣਾ ਕੇ ਰੱਖ ਲਈ ਜਾਂ ਪੰਜਾਬੀ ਪਾਰਟੀ ਬਣਾ ਕੇ ਰੱਖ ਲਈ। ਮੈਨੂੰ ਲੱਗਦਾ ਕਿ ਢੀਂਡਸਾ ਸਾਹਿਬ ਇਹੋ ਹੀ ਚਾਹੁੰਦੇ ਹੋਣਗੇ, ਪਰ ਟਕਸਾਲੀ ਸ਼ਾਇਦ ਇਹ ਤੋਂ ਕੋਈ ਵੱਖਰੀ ਸੁਰ ਰੱਖਦੇ ਨੇ। ਦੇਖੋ ਬੈਨੀਪਾਲ ਸਾਹਿਬ, ਜਿੱਥੋਂ ਤੱਕ ਤਾਂ ਸਿੱਖਾਂ ਦੀ ਤੇ ਪੰਜਾਬੀਆਂ ਦੀ ਪਾਰਟੀ ਦੀ ਗੱਲ ਹੈ, ਹੁਣ ਤਾਂ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਰਹੀ ਨਹੀਂ। ਵੈਸੇ ਵੀ ਜੇ ਤੁਸੀਂ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ, ਜੇ ਵਿਧਾਨ ਸਭਾ ਦੀ ਚੋਣ ਲੜਨੀ ਹੈ, ਤਾਂ ਤੁਹਾਨੂੰ ਇਦਾਂ ਦੀ ਕੰਮ ਕੋਈ ਕਰਨਾ ਹੀ ਨਹੀਂ ਚਾਹੀਦਾ, ਕਿਉਂਕਿ ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਹਰ ਧਰਮ ਦੇ ਲੋਕ ਰਹਿੰਦੇ। ਫਿਰਕਾ ਪ੍ਰਸਤੀ ਤੋਂ ਉੱਠਣਾ ਚਾਹੀਦਾ। ਦੇਖੋ ਉਹ ਤਾਂ ਪੰਜਾਬ ਦੀ ਗੱਲ ਹੈ, ਮਨੁੱਖਤਾ ਦੀ ਗੱਲ ਹੈ ਨਾ। ਸਾਰੇ ਪੰਜਾਬ ਦਾ ਆਪਾਂ ਭਲਾ ਕਰਨਾ ਹੈ, ਉਹਦੇ ਵਿੱਚ ਯੋਜਨਾ ਕਿਸੇ ਇੱਕ ਧਰਮ ਵਿਸ਼ੇਸ਼ ਨੂੰ ਦੇਖ ਕੇ ਥੋੜੀ ਬਣਾਵਾਂਗੇ। ਅਕਾਲੀ ਦਲ ਤਾਂ ਵੈਸੇ 1997 ਤੋਂ ਬਾਅਦ ਉਹਨਾਂ ਨੂੰ ਸਮਝ ਆ ਗਈ ਸੀ ਕਿ ਜਿਸ ਤਰੀਕੇ ਵੋਟ ਬੈਂਕ ਦੀ ਰੇਸ਼ੋ ਘਟ ਵੱਧ ਰਹੀ ਹੈ, ਜਿਸ ਤਰੀਕੇ ਔਸਤ ਉੱਪਰ ਥੱਲੇ ਹੋ ਰਹੀ ਹੈ, ਸਾਨੂੰ ਉਧਰਲੇ ਪਾਸੇ ਜਾਣਾ ਪਊ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਫਿਰ ਇਧਰਲੇ ਪਾਸੇ ਨੂੰ ਬਹੁਤ ਕੰਮ ਜਿਹੜਾ ਅਗਲੇ ਪਾਸੇ ਨੂੰ ਤੋਰਿਆ ਸੀ। ਬੜੇ ਲੀਡਰ ਨੇ, ਹੁਣ ਤਾਂ ਜਾਣੀ ਇਦਾਂ ਦੀ ਗੱਲ ਹੀ ਕੋਈ ਨਹੀਂ ਜਿਹੜੇ ਕਿ ਗੈਰ ਸਿੱਖ ਨੇ ਅਕਾਲੀ ਦਲ ਦੇ ਵਿੱਚ। ਸਗੋਂ ਖਜ਼ਾਨਚੀ ਤਾਂ ਅਕਾਲੀ ਦਲ ਦੇ ਬਹੁਤ ਲੰਬੇ ਸਮੇਂ ਤੋਂ ਆ ਜਿਹੜੇ ਖਰੜ ਬਨੂੜ ਵਾਲੇ ਪਾਸੇ ਤੋਂ ਵਿਧਾਇਕ ਵੀ ਨੇ, ਸ਼ਰਮਾ ਜੀ, ਉਹ ਵੀ ਰਹੇ ਨੇ, ਇਸ ਵੇਲੇ ਵੀ ਹੈਗੇ ਆ, ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਨੇ। ਇਹਦੇ ਤੋਂ ਬਿਨਾਂ ਤੁਸੀਂ ਜੈਨ ਸਾਹਿਬ ਦੀ ਗੱਲ ਕੀਤੀ ਸੀ, ਮੋਗੇ ਵਾਲਿਆਂ ਦੀ, ਇਹਨਾਂ ਤੋਂ ਬਿਨਾਂ ਵੀ ਅਕਾਲੀ ਦਲ ਦੇ ਵਿੱਚ ਬਹੁਤ ਲੀਡਰ ਨੇ, ਦਰਜਨਾਂ ਲੀਡਰ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਉਹ ਅਕਾਲੀ ਦਲ ਦੇ ਵਿੱਚ ਸਰੂਪ ਚੰਦ ਸਿੰਗਲਾ ਹੋਰੀ ਨੇ, ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ ਉਹੀ ਨੇ। ਇਹਦੇ ਤੋਂ ਬਿਨਾਂ ਕਈ ਲੋਕ ਸਭਾ ਹਲਕਿਆਂ ਦੇ ਵਿੱਚ ਵੀ ਅਕਾਲੀ ਦਲ ਟਿਕਟਾਂ ਦਿੰਦਾ ਆਇਆ। ਚਲੋ ਉਹਨਾਂ ਦੀ ਆਪਣੀ ਪਾਲਿਸੀ ਹੈ। ਬਾਕੀ ਬੈਨੀਪਾਲ ਸਾਹਿਬ, ਜਿੱਥੋਂ ਤੱਕ ਅਕਾਲੀ ਦਲ ਟਕਸਾਲੀ ਦਾ ਸਵਾਲ ਹੈ ਨਾ, ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਤਾਂ ਉਹਨਾਂ ਨੇ ਗੱਲ ਇਹ ਕੀਤੀ ਸੀ ਕਿ ਅਕਾਲੀ ਦਲ ਥੜਕ ਗਿਆ, ਅਕਾਲੀ ਦਲ ਭਟਕ ਗਿਆ, ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ, ਫੈਸਲੇ ਥੋਪੇ ਜਾਂਦੇ ਆ। ਉਹਦੇ ਵਿੱਚ ਦੇਖੋ, ਜਦੋਂ ਤਾਂ ਗੱਲ ਚੱਲੀ ਸੀ ਸਿੱਧੇ ਤੌਰ ਤੇ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ ਦੀ ਤੇ ਨਾਲ ਅਜਨਾਲਾ ਸਾਹਿਬ, 3 ਲੀਡਰ ਸੀ ਵੱਡੇ, ਤੇ ਲੋਕ ਸਭਾ ਦੀ ਚੋਣ ਲੜੀ। ਪਹਿਲਾਂ ਕਹਿੰਦੇ ਸੀ ਸਾਰੀਆਂ ਸੀਟਾਂ ਤੇ ਚੋਣ ਲੜਨੀ ਆ, ਬਾਅਦ ਵਿੱਚ 3-4 ਉਮੀਦਵਾਰ ਐਲਾਨ ਦਿੱਤੇ। ਸੰਗਰੂਰ ਵਾਲੇ ਜਿਹੜੇ ਸਾਹਿਬ ਸੀਗੇ ਉਹਨਾਂ ਨੇ ਤਾਂ ਕਿਹਾ ਕਿ ਸਿਹਤ ਨਹੀਂ ਠੀਕ, ਮੈਂ ਕਾਗਜ਼ ਨਹੀਂ ਦਾਖਲ ਕਰਨੇ। ਜਿਹੜੇ ਭਾਰਤੀ ਫੌਜ ਦੇ ਸਾਬਕਾ ਮੁਖੀ ਸਾਹਿਬ ਨੂੰ ਟਿਕਟ ਦਿੱਤੀ ਸੀ ਖਡੂਰ ਸਾਹਿਬ ਤੋਂ, ਉਹਨਾਂ ਦੀ ਫਿਰ ਟਿਕਟ ਬੀਬੀ ਜੀ ਦੇ ਹੱਕ ਦੇ ਵਿੱਚ ਵਾਪਸ ਲੈ ਲਈ ਗਈ ਸੀ। ਉਹਦੇ ਤੋਂ ਇਲਾਵਾ ਇੱਕੋ ਇੱਕ ਰਹਿ ਗਿਆ ਸੀ ਵੀਰ ਦਵਿੰਦਰ ਸਿੰਘ ਹੋਰੀ, ਸ਼੍ਰੀ ਅਨੰਦਪੁਰ ਸਾਹਿਬ ਤੋਂ 10,000 ਵੋਟਾਂ ਉਹਨਾਂ ਨੂੰ ਪਈਆਂ। ਗੱਠਜੋੜ ਕਰਨ ਦੇ ਵਿੱਚ ਵੀ ਪਛੜੇ, ਨੀਤੀ ਨਿਰਧਾਰਿਤ ਕਰਨ 'ਚ ਵੀ ਪਛੜੇ, ਪ੍ਰਚਾਰ ਕਰਨ 'ਚ ਵੀ ਪਛੜੇ, ਸਹੀ ਉਮੀਦਵਾਰ ਲੱਭਣ 'ਚ ਵੀ ਪਛੜੇ। ਉਹਦੇ ਤੋਂ ਬਾਅਦ ਇੱਕ ਸਮਾਂ ਤਾਂ ਬੈਨੀਪਾਲ ਸਾਹਿਬ ਇਦਾਂ ਦਾ ਆ ਗਿਆ ਸੀ ਕਿ ਅਕਾਲੀ ਦਲ ਬਾਦਲ ਦਾ ਬਦਲ ਬਣਦੇ ਲੱਗਾ ਕਿ ਅਕਾਲੀ ਦਲ ਟਕਸਾਲੀ ਕਿਤੇ ਸਿਆਸੀ ਬਦਲਾਂ ਦੇ ਪਿੱਛੇ ਨਾ ਚਲੇ ਜਾਏ, ਕਿਉਂਕਿ ਅਜਨਾਲਾ ਸਾਹਿਬ ਦਾ ਬੇਟਾ ਉਹ ਤਾਂ ਪਹਿਲੇ ਚਲੇ ਗਿਆ ਅਕਾਲੀ ਦਲ ਬਾਦਲ ਦੇ ਵਿੱਚ ਵਾਪਸ। ਅਜਨਾਲਾ ਸਾਹਿਬ ਮੁੜ ਕੇ ਚੁੱਪ ਕਰਕੇ ਘਰੇ ਬਹਿ ਗਿਆ, ਕਹਿੰਦੇ ਸੀ ਮੈਂ ਅਕਾਲੀ ਦਲ ਟਕਸਾਲੀ 'ਚ। ਮੈਂ ਕਹਾਂ ਕਿ ਬੈਨੀਪਾਲ ਦੀ ਕਿਸੇ ਨਾਲ ਲੜਾਈ ਹੋ ਗਈ ਹੈ, ਬੈਨੀਪਾਲ ਦੇ ਨਾਲ ਕੋਈ ਕਰਦਾ ਧੱਕਾ, ਬੈਨੀਪਾਲ ਸਿਆ ਹੈਗਾ ਮੈਂ ਤੇਰੇ ਨਾਲ ਆ, ਪਰ ਬੈਠਾ ਆਪਣੇ ਘਰੇ ਆ, ਮੂਹਰੇ ਬਾਹਰ ਡਾਂਗ ਚੱਲਦੀ ਹੋਵੇ ਤਾਂ ਮੇਰਾ ਤੁਸੀਂ ਮੈਨੂੰ ਰਗੜ ਕੇ ਗੋਡੇ ਤੇ ਲਾਉਣਾ ਜੇ ਮੈਂ ਕਮਰੇ ਦੇ ਵਿੱਚੋਂ ਕੁੰਡਾ ਲਾ ਕੇ ਬਾਹਰ ਨਹੀਂ ਨਿਕਲਦਾ। ਹੁਣ ਜਦੋਂ ਇਹ ਸਾਰਾ ਕੁਝ ਚੱਲਦਾ ਤੇ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਬੈਨੀਪਾਲ ਸਾਹਿਬ, ਪੰਜਾਬ ਦੀ ਰਾਜਨੀਤੀ ਪਾਣੀ ਵਰਗੀ ਹੈ, ਪਾਣੀ ਦੇ ਵਿੱਚ ਚੱਲਦੇ ਜਹਾਜ਼ ਵਰਗੀ ਹੈ। ਕਿਉਂਕਿ ਜਦੋਂ ਜਹਾਜ਼ ਚੱਲਦਾ, ਸਮੁੰਦਰੀ ਜਹਾਜ਼ ਹੋਵੇ, ਛੋਟੀ ਕਿਸ਼ਤੀ ਹੋਵੇ, ਤਾਂ ਪਾਣੀ ਦੇ ਵਿੱਚ ਛੱਲਾਂ ਆਉਂਦੀਆਂ, ਪਾਣੀ ਦੇ ਵਿੱਚ ਲਹਿਰਾਂ ਆਉਂਦੀਆਂ।
ਉਹਨਾਂ ਲਹਿਰਾਂ ਦੇ ਨਾਲ ਕੁਝ ਚੀਜ਼ਾਂ ਤਾਂ ਵਹਿ ਕੇ ਕਿਨਾਰੇ ਤੇ ਲੱਗ ਜਾਂਦੀਆਂ, ਕਈ ਚੀਜ਼ਾਂ ਆਪਣੇ ਆਪ ਨੂੰ ਉੱਥੇ ਕੰਟਰੋਲ ਦੇ ਵਿੱਚ ਰੱਖਦੀਆਂ ਕਿ ਅਸੀਂ ਉੱਥੇ ਰਹਿਣਾ ਹੈ। ਉਮੀਦ ਕਰਦੇ ਹਾਂ ਕਿ ਉਹਨਾਂ ਸਾਰੀਆਂ ਚੀਜ਼ਾਂ ਤੋਂ ਪੰਜਾਬ ਦੀ ਰਾਜਨੀਤੀ ਉੱਪਰ ਉੱਠੇ। ਸਾਡੇ ਦਰਸ਼ਕ ਹੁਣ ਪਿੱਛੇ ਦੇਖਦੇ ਹੋਣਗੇ ਕਿ ਪਾਣੀ ਦੀਆਂ ਛੱਲਾਂ ਵੀ ਆਉਂਦੀਆਂ ਤੇ ਪਾਣੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਸ਼ਤੀਆਂ, ਜਹਾਜ਼, ਸਟੀਮਰ ਵਗੈਰਾ ਜੋ ਵੀ ਹੈਗਾ ਉਹ ਸਾਰਾ ਕੁਝ ਚੱਲਦਾ ਹੈ। ਲੋਕ ਇੱਥੇ ਆਪਣੀਆਂ ਕਿਸ਼ਤੀਆਂ ਲੈ ਕੇ ਵੀ ਘੁੰਮਦੇ ਫਿਰਦੇ ਆ, ਪਰ ਇਹ ਤਾਂ ਹੈਗਾ ਮਨੋਰੰਜਨ ਦਾ ਸਾਧਨ। ਪਰ ਪੰਜਾਬ ਦੀ ਰਾਜਨੀਤੀ ਮਨੋਰੰਜਨ ਨਹੀਂ, ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਭਲੇ ਬੁਰੇ ਦੀ ਗੱਲ ਹੈ, ਲੋਕਾਂ ਦੇ ਹਿੱਤ ਜੁੜੇ ਆ, ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਗੱਲ ਹੈ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਥੱਲੇ ਨੂੰ ਜਾਂਦੀ ਹੈ, ਪਾਣੀ ਥੱਲੇ ਨੂੰ ਜਾਂਦਾ ਹੈ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਸਾਡੀ ਐਜੂਕੇਸ਼ਨ, ਸਾਡੀ ਸਿਹਤ, ਸਾਰਾ ਕੁਝ ਥੱਲੇ ਨੂੰ ਹੈ। ਜਿੰਨੀ ਦੇਰ ਸਾਡੇ ਰਾਜਨੇਤਾ ਪੰਜਾਬ ਦੀ ਰਾਜਨੀਤੀ ਨੂੰ ਪਾਣੀ ਦੀਆਂ ਲਹਿਰਾਂ ਵਰਗੀ ਨਹੀਂ ਸਮਝਣੋਂ ਹਟਣਗੇ, ਉਨੀ ਦੇਰ ਕੰਮ ਨਹੀਂ ਚੱਲਣਾ। ਜਦੋਂ ਅਜਨਾਲਾ ਸਾਹਿਬ ਸੱਜੇ ਖੱਬੇ ਹੋ ਗਏ, ਬ੍ਰਹਮਪੁਰਾ ਸਾਹਿਬ ਦੀ ਸਿਹਤ ਢਿੱਲੀ ਹੋ ਗਈ, ਕਈ ਵਾਰੀ ਉਹਨਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਵੀ ਦਾਖਲ ਕਰਾਉਣਾ ਪਿਆ, ਸੇਖਵਾ ਸਾਹਿਬ ਇਕੱਲੇ, ਉਦੋਂ ਲੱਗਦਾ ਸੀ ਕਿ ਅਕਾਲੀ ਦਲ ਟਕਸਾਲੀ ਸ਼ਾਇਦ ਚੰਦ ਹਫ਼ਤਿਆਂ ਦਾ ਮਹਿਮਾਨ ਹੈ, ਕੋਈ ਮੀਟਿੰਗ ਨਾ ਹੋਣੀ, ਕੋਈ ਸਰਗਰਮੀ ਨਾ ਹੋਣੀ। ਪਰ ਹੁਣ ਬ੍ਰਹਮਪੁਰਾ ਸਾਹਿਬ ਨੂੰ ਹਸਪਤਾਲੋਂ ਛੁੱਟੀ ਮਿਲੀ, ਸਿਹਤਯਾਬ ਹੋਏ, ਕੋਰ ਕਮੇਟੀ ਦੀ ਬੈਠਕ ਹੋਈ ਤੇ ਕੋਰ ਕਮੇਟੀ ਦੀ ਬੈਠਕ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ, ਜਿਹੜੇ ਕਿ ਅਕਾਲੀ ਦਲ ਟਕਸਾਲੀ ਦਾ ਹਿੱਸਾ ਨਹੀਂ, ਉਹਦਾ ਸਾਂਝ ਭਿਆਲੀ ਉਹਨਾਂ ਦੀ ਹੈਗੀ ਹੈ, ਉਸ ਅਕਾਲੀ ਦਲ ਟਕਸਾਲੀ ਦੇ ਵਿੱਚ ਉਹਨਾਂ ਨੇ ਮੀਟਿੰਗ ਕਹਿਤਾ ਸੀ ਢੀਂਡਸਾ ਸਾਹਿਬ ਨੇ ਪਹਿਲਾਂ ਕਿ ਦੇਖੋ ਮੈਂ ਨਵਾਂ ਅਕਾਲੀ ਦਲ ਬਣਾਉਣਾ ਹੈ, ਨਵੀਂ ਪਾਰਟੀ ਬਣਾਉਂਗਾ, ਸਾਰੇ ਪੰਜਾਬੀਆਂ ਨੂੰ ਆਪਣੀ ਬੁੱਕਲ ਦੇ ਵਿੱਚ ਲੈਣਾ ਹੈ, ਅਕਾਲੀ ਦਲ ਬਾਦਲ ਦਾ ਬਦਲ ਸਿਰਜਾਂਗੇ। ਤੇ ਜਦੋਂ ਅਕਾਲੀ ਦਲ ਟਕਸਾਲੀ ਵਾਲਿਆਂ ਨੂੰ ਇਹ ਪਤਾ ਲੱਗੀ, ਉਹਨਾਂ ਨੇ ਮੀਟਿੰਗ ਕੀਤੀ ਤਾਂ ਬ੍ਰਹਮਪੁਰਾ ਸਾਹਿਬ ਨੂੰ ਸਾਰੇ ਅਧਿਕਾਰ ਦਿੱਤੇ ਤੇ ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਦੇਖੋ ਅਸੀਂ ਬੇਨਤੀ ਕਰਦੇ ਹਾਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇਸ ਲਈ ਇਕਜੁੱਟਤਾ ਦੀ ਬਹੁਤ ਲੋੜ ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਅਹੁਦੇ ਦਾ ਲਾਲਚ ਕੋਈ ਨਹੀਂ, ਤੁਸੀਂ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬਣ ਜਾਓ, ਪਰ ਸ਼ਰਤ ਇਹ ਹੈ ਕਿ ਇਹਦਾ ਚੰਗੇ ਤਰੀਕੇ ਸੰਵਿਧਾਨ ਬਣਾਇਓ, ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਕੰਮ ਕਰਾਂਗੇ। ਹੁਣ ਇੱਕ ਬੰਦਾ ਆਪਣੀ ਨਵੀਂ ਪਾਰਟੀ ਬਣਾਉਣ ਨੂੰ ਫਿਰਦਾ ਹੈ, ਦੂਸਰੇ ਪਾਸੇ ਦੂਸਰੀ ਪਾਰਟੀ ਦਾ ਪ੍ਰਧਾਨ ਤੇ ਕਰਤਾ ਧਰਤਾ ਇਹ ਸਰਬਸੰਮਤੀ ਦੇ ਨਾਲ ਬਾਕੀ ਪਾਰਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਕਹਿੰਦਾ ਕਿ ਤੁਸੀਂ ਸਾਡੀ ਪਾਰਟੀ ਦੇ ਪ੍ਰਧਾਨ ਬਣ ਜਾਓ। ਲੋਕਾਂ ਦੀਆਂ ਨਜ਼ਰਾਂ ਟਿਕ ਗਈਆਂ ਕਿ ਸੁਖਦੇਵ ਸਿੰਘ ਢੀਂਡਸਾ ਬਣੀ ਬਣਾਈ ਪਾਰਟੀ ਭਾਵੇਂ ਛੋਟੀ ਆ ਜਾਂ ਵੱਡੀ, ਉਹਦੇ ਪ੍ਰਧਾਨ ਬਣਨਗੇ ਜਾਂ ਆਪਦੀ ਪਾਰਟੀ ਬਣਾਉਣਗੇ। ਬੈਨੀਪਾਲ ਸਾਹਿਬ ਥੋੜੀ ਦੇਰ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਸਪਸ਼ਟ ਸੁਨੇਹਾ ਆ ਗਿਆ, ਉਹ ਕਹਿੰਦੇ ਮੈਂ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਨਹੀਂ ਬਣਨਾ, ਜੇ ਪੰਜਾਬ ਦੇ ਹਿੱਤਾਂ ਦੇ ਲਈ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਗੰਭੀਰ ਹੈ, ਉਹਨਾਂ ਨੂੰ ਆਪਦੀ ਪਾਰਟੀ ਭੰਗ ਕਰਨੀ ਪਊ, ਆਪਦੀ ਪਾਰਟੀ ਭੰਗ ਕਰਕੇ ਜਿਹੜੀ ਨਵੀਂ ਪਾਰਟੀ ਬਣਨੀ ਹੈ ਉਹਦੇ ਵਿੱਚ ਸ਼ਾਮਿਲ ਹੋਣਾ ਪਊ, ਆਪਾਂ ਉਹਦਾ ਸੰਵਿਧਾਨ ਵੀ ਬਣਾਵਾਂਗੇ, ਪੰਜਾਬ ਦੇ ਹਿੱਤਾਂ ਦੇ ਨਾਲ ਅੱਗੇ ਵੀ ਚੱਲਾਂਗੇ, ਕਿਉਂਕਿ ਟੱਕਰ ਵੱਡੇ ਲੋਕਾਂ ਨਾਲ। ਹੁਣ ਸੁਖਦੇਵ ਸਿੰਘ ਢੀਂਡਸਾ ਦੇ ਇਸ ਬਿਆਨ ਤੋਂ ਬਾਅਦ ਕਿ ਮੈਂ ਅਕਾਲੀ ਦਲ ਟਕਸਾਲੀ ਜਾਣਾ ਨਹੀਂ, ਪ੍ਰਧਾਨ ਉਹਦਾ ਬਣਨਾ ਨਹੀਂ, ਅਕਾਲੀ ਦਲ ਟਕਸਾਲੀ ਨੂੰ ਆਪਦੀ ਪਾਰਟੀ ਭੰਗ ਕਰਨੀ ਪਊਗੀ, ਹੋਰ ਪਾਰਟੀਆਂ ਦੇ ਨਾਲ ਉਹ ਕਹਿੰਦੇ ਮੇਰੀ ਗੱਲ ਚੱਲਦੀ ਹੈ। ਕੀ ਹੁਣ ਬ੍ਰਹਮਪੁਰਾ ਸਾਹਿਬ, ਸੇਖਵਾ ਸਾਹਿਬ, ਹਰਸੁਖਿੰਦਰ ਸਿੰਘ, ਬੱਬੀ ਬਾਦਲ, ਵੀਰ ਦਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਲੀਡਰ ਜਿਹੜੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਹਿ ਚੁੱਕੇ ਆ ਕਿ ਅਸਲ ਅਕਾਲੀ ਦਲ ਸਾਡਾ ਹੈ, ਇਹ ਪਾਰਟੀ ਇਹਦੀ ਜਾਰੀ ਰਹੂਗੀ, ਇਹ ਪਾਰਟੀ ਭੰਗ ਨਹੀਂ ਹੋਊਗੀ, ਕੀ ਉਹ ਇਹ ਬਿਆਨ ਦੇ ਕੇ ਕਿ ਅਸੀਂ ਪੰਥਕ ਹਿੱਤਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਆਪਦੀ ਪਾਰਟੀ ਭੰਗ ਕਰਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਨਵੀਂ ਪਾਰਟੀ ਸ਼ਾਮਲ ਹੋਣੇ ਆ, ਕੀ ਇਹ ਸੰਭਵ ਹੈ? ਤੇ ਨਾਲ ਦੀ ਨਾਲ ਕੀ ਅਕਾਲੀ ਦਲ ਟਕਸਾਲੀ ਤੇ ਸੁਖਦੇਵ ਸਿੰਘ ਢੀਂਡਸਾ ਇਹ ਦੋ ਧੜਿਆਂ ਦਾ ਰਲੇਵਾਂ ਅਕਾਲੀ ਦਲ ਬਾਦਲ ਦਾ ਬਦਲ ਬਣ ਸਕਦਾ ਹੈ ਜਾਂ ਉਹਦੇ ਨੇੜੇ ਤੇੜੇ ਵੀ ਹੋ ਸਕਦਾ ਹੈ? ਤੇ ਜੇ ਇਹ ਦੋਵੇਂ ਧਿਰਾਂ ਇਕੱਠੀਆਂ ਹੋ ਵੀ ਜਾਂਦੀਆਂ, ਕੀ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦੇ ਕਿਸੇ ਗੱਠਜੋੜ ਦੀ ਕੋਈ ਸੰਭਾਵਨਾ ਪੈਦਾ ਹੁੰਦੀ ਹੈ? ਉਹਦੇ ਤੋਂ ਵੀ ਵੱਡੀ ਗੱਲ ਕਿ ਕੀ ਬੈਂਸ ਭਰਾ ਵੀ ਉਹਨਾਂ ਦਾ ਹਿੱਸਾ ਬਣਨਗੇ ਜਾਂ ਗੱਠਜੋੜ ਬਣਨਗੇ? ਅਜੇ ਬਹੁਤ ਕੁਝ ਹੋਣਾ ਬਾਕੀ ਹੈ, ਪਰ ਲੱਗਦਾ ਹੈ ਕਿ ਤੀਸਰਾ ਮੋਰਚਾ ਬਣਨ ਤੋਂ ਪਹਿਲਾਂ ਆਪਣੀਆਂ ਤਰੇੜਾਂ ਲੋਕਾਂ ਨੂੰ ਨੰਗੀਆਂ ਅੱਖਾਂ ਨਾਲ ਦਿਖਾ ਰਿਹਾ ਹੈ। ਬਾਠ ਸਾਹਿਬ, ਆਪਾਂ ਪੰਜਾਬ ਦੀ ਰਾਜਨੀਤੀ ਤੇ ਜਾਂ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਤੇ ਜੇਕਰ ਝਾਤ ਮਾਰੀਏ ਨਾ, ਤਾਂ ਇਹ ਆਖਿਆ ਜਾ ਸਕਦਾ ਕਿ ਡੁੱਬੀ ਤਾਂ ਹੀ ਜੇ ਸਾਹ ਨਾ ਆਇਆ। ਕਹਿੰਦਾ ਜਿਸ ਕੌਮ 'ਚ ਬਣ ਜਾਣ 20 ਜਥੇਬੰਦੀਆਂ, ਉਸ ਕੌਮ ਦੀਆਂ ਕਦੇ ਮੁਹਿੰਮਾਂ ਸਰ ਨਹੀਂ ਹੁੰਦੀਆਂ। ਹੁਣ ਅਸੀਂ ਇਹ ਗੱਲ ਵੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਬਣਿਆ, ਉਹਦੇ ਤੋਂ ਬਾਅਦ ਸਮੇਂ-ਸਮੇਂ ਤੇ ਇਹਦੇ ਵਿੱਚ ਤਰੇੜਾਂ ਪੈਂਦੀਆਂ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਅਕਾਲੀ ਦਲ ਬਣਦੇ ਰਹੇ, ਪਰ ਉਹਨਾਂ ਦੀ ਕਾਰਗੁਜ਼ਾਰੀ ਲਗਭਗ ਜ਼ੀਰੋ ਦੇ ਬਰਾਬਰ। ਹਾਂ, ਇੱਕ ਵਾਰੀ ਜਦੋਂ ਸਰਬ ਹਿੰਦ ਅਕਾਲੀ ਦਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬਾਦਲਕਿਆਂ ਨਾਲੋਂ ਵੱਖਰੇ ਹੋ ਕੇ ਬਣਾਇਆ, ਜਥੇਦਾਰ ਗੁਰਚਰਨ ਸਿੰਘ ਟੌਹੜਾ ਆਮ ਸਟੇਜਾਂ ਤੇ ਕਹਿੰਦੇ ਹੁੰਦੇ ਸੀ, ਮੈਨੂੰ ਇਸ ਗੱਲ ਦਾ ਇਲਮ ਹੈ, ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੋ ਸਕਦਾ ਅਸੀਂ ਕੋਈ ਜਿੱਤ ਪ੍ਰਾਪਤ ਨਾ ਕਰ ਸਕੀਏ, ਜਿੱਤ ਦਰਜ ਨਾ ਕਰ ਸਕੀਏ, ਪਰ ਅਸੀਂ ਇੰਨੀ ਹਿੰਮਤ ਰੱਖਦੇ ਹਾਂ ਕਿ ਬਾਦਲਕਿਆਂ ਨੂੰ ਅਸੀਂ ਕੁਰਸੀ ਤੋਂ ਲਾਹੁਣ ਦੀ ਹਿੰਮਤ ਰੱਖਦੇ ਆ, ਇੰਨੀ ਕਿ ਸਾਡੇ ਵਿੱਚ ਤਾਕਤ ਹੈਗੀ ਤੇ ਉਹ ਤਾਕਤ ਉਹਨਾਂ ਨੇ ਵਰਤੀ, ਔਰ ਹੋਇਆ ਵੀ ਇੰਝ ਜੀ। ਇਹਦੇ ਤੋਂ ਇਲਾਵਾ ਕਦੇ ਸ਼੍ਰੋਮਣੀ ਅਕਾਲੀ ਦਲ 1920 ਬਣਿਆ, ਕਦੇ ਰਵੀ ਇੰਦਰ ਦਾ ਧੜਾ ਬਣਿਆ,
ਕਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ, ਕਦੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ। ਲਗਭਗ 15-20 ਅਕਾਲੀ ਦਲ ਤੁਰੇ ਫਿਰਦੇ ਆ, ਪਰ ਉਹਨਾਂ ਦੀਆਂ ਵੋਟਾਂ ਦੇ ਵਿੱਚ ਲਗਭਗ ਇੰਨੀ ਕੁ ਵੰਡ ਪਈ ਕਿ ਕਿਤੇ 1% 2%। ਮੈਨੂੰ ਲੱਗਦਾ ਕਿ ਬਹੁਤੇ ਤਾਂ ਇਹ ਸੀ ਕਿ ਕਿਸੇ ਖਿੱਤੇ ਤੱਕ ਹੀ ਮਹਦੂਦ ਰਹਿ ਗਏ। ਜਿਨ੍ਹਾਂ ਵੱਡੇ 3 ਲੀਡਰਾਂ ਦੀ ਤੁਸੀਂ ਗੱਲ ਕੀਤੀ ਆ, ਅਜਨਾਲਾ ਸਾਹਿਬ ਦੀ ਗੱਲ ਕੀਤੀ ਹੈ, ਸ਼ੇਖਮਾ ਸਾਹਿਬ ਦੀ ਗੱਲਬਾਤ ਕੀਤੀ ਹੈ ਤੇ ਬ੍ਰਹਮਪੁਰਾ ਸਾਹਿਬ ਦੀ ਜੀ, ਇਹ ਵੀ ਮਾਝੇ ਖੇਤਰ ਦੇ ਤਾਂ ਵੱਡੇ ਲੀਡਰ ਸੀ, ਪਰ ਪੂਰੇ ਪੰਜਾਬ ਦੇ ਵਿੱਚ ਕੋਈ ਬਹੁਤਾ ਕਰਿਸ਼ਮਾ ਇਹ ਕਰ ਨਾ ਸਕੇ। ਇੱਕ ਗੱਲ ਤੇ ਚੰਗੀ ਸੀ, ਜੇਕਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਆਫਰ ਜਾਂ ਸੁਖਦੇਵ ਸਿੰਘ ਢੀਂਡਸਾ ਦੀ ਆਫਰ ਉਹ ਮੰਨ ਲੈਣ, ਇਹ ਗੱਲ ਮੰਨਣੀ ਪਊ ਕਿ ਸੁਖਦੇਵ ਸਿੰਘ ਢੀਂਡਸਾ ਦਾ ਵੀ ਸੰਗਰੂਰ ਜਾਂ ਮਾਲਵੇ ਖੇਤਰ ਦੇ ਵਿੱਚ ਹੀ ਜ਼ਿਆਦਾ ਆਧਾਰ ਹੈ। ਪਰ ਸੁਖਬੀਰ ਸਿੰਘ ਬਾਦਲ ਤੋਂ ਵੱਖਰੀ ਗੱਲ ਕਹਿੰਦੇ ਆ। ਉਹ ਕਹਿੰਦੇ ਭਾਵੇਂ ਸੁਖਦੇਵ ਸਿੰਘ ਢੀਂਡਸਾ ਨੂੰ ਲੱਗਦਾ ਹੋਣਾ ਕਿ ਮੇਰਾ ਆਧਾਰ ਹੈ ਸੰਗਰੂਰ ਦੇ ਵਿੱਚ ਵੀ, ਪਰ ਅੱਜ ਤੱਕ ਅਸੀਂ ਟਿਕਟਾਂ ਦੇ ਦੇ ਕੇ ਹੰਭ ਗਏ ਆ। ਇਹ ਹਾਰੇ ਹੋਏ ਜੁਆਰੀ ਨੇ, ਇਹ ਕਦੇ ਆਪਣੀ ਸੀਟ ਜਿੱਤ ਨਹੀਂ ਸਕੇ। ਪਰ ਦੂਸਰੇ ਪਾਸੇ ਜੇ ਆਪਾਂ ਟਕਸਾਲੀਆਂ ਦੀ ਗੱਲ ਕਰੀਏ, ਮਾਝੇ ਖੇਤਰ ਦੇ ਵਿੱਚ ਉਹਨਾਂ ਦਾ ਚੰਗਾ ਆਧਾਰ ਸੀ। ਪਰ ਪਿਛਲੀ ਲੋਕ ਸਭਾ ਚੋਣ ਦੇ ਵਿੱਚ ਜਦੋਂ ਬੀਬੀ ਜੀ ਨੂੰ ਟਿਕਟ ਦਿੱਤੀ, ਲੱਗਦਾ ਤਾਂ ਇਹ ਸੀ, ਮੈਂ ਦੇਖ ਰਿਹਾ ਸੀ ਕਿ NRI ਜਗਤ ਨੂੰ ਵੀ ਇਹ ਲੱਗਦਾ ਸੀ, ਸਿੱਖ ਸਫਾਂ ਦੇ ਵਿੱਚ ਵੀ ਇਹ ਲੱਗਦਾ ਸੀ ਕਿ ਬੀਬੀ ਜੀ ਵੱਡੀਆਂ ਵੋਟਾਂ ਦੇ ਨਾਲ, ਵੱਡੀ ਲੀਡ ਦੇ ਨਾਲ ਉੱਥੋਂ ਜਿੱਤ ਦਰਜ ਕਰਨਗੇ। ਪਰ ਮੈਨੂੰ ਲੱਗਦਾ ਇਹ ਥੋੜੀਆਂ ਗੱਲਾਂ ਜਜ਼ਬਾਤੀ ਨੇ, ਉਹ ਵੋਟ ਬੈਂਕ ਦੇ ਵਿੱਚ ਬਦਲ ਨਾ ਸਕਿਆ। ਉਹਦੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਰੱਜ ਕੇ ਪੜਾਸ ਵੀ ਕੱਢੀ ਜੀ ਕਿ ਜੇਕਰ ਬੀਬੀ ਖਾਲੜਾ ਦਾ ਇਹ ਹਸ਼ਰ ਹੋ ਸਕਦਾ ਆਪਣੀਆਂ ਜ਼ਮਾਨਤਾਂ ਤੱਕ ਬਚਾ ਨਾ ਸਕੇ, ਤਾਂ ਫਿਰ ਟਕਸਾਲੀ ਜਿਹੜੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਅਕਾਲੀ ਦਲ ਸਾਡਾ ਹੈ, ਉਹਨਾਂ ਦਾ ਵੋਟ ਬੈਂਕ ਕਿੱਥੇ ਹੈ? ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਸਿੱਖੀ ਦੇ ਨਾਲ ਹਮਦਰਦੀ ਰੱਖਦੇ ਹਾਂ, ਖਾਸ ਕਰਕੇ ਖਾਲੜਾ ਸਾਹਿਬ ਦੇ ਨਾਲ ਹਮਦਰਦੀ ਰੱਖਦੇ ਹਾਂ ਜੀ, ਜਿਹੜੇ ਉਹਨਾਂ ਲਾਸ਼ਾਂ ਦਾ ਹਿਸਾਬ ਕਿਤਾਬ ਲੈਂਦੇ ਇੱਕ ਖੁਦ ਲਾਸ਼ ਬਣ ਗਏ, ਜਿਨ੍ਹਾਂ ਦਾ ਖੁਦ ਪਤਾ ਨਾ ਲੱਗ ਸਕਿਆ, ਤੇ ਉਹਨਾਂ ਦੀ ਕੁਰਬਾਨੀ ਦਾ ਮੁੱਲ ਪੰਜਾਬੀਆਂ ਨੇ ਕਿੱਥੇ ਪਾਇਆ? ਮੈਨੂੰ ਲੱਗਦਾ ਕਿ ਦੇਖੋ ਆ 1.5 ਸਾਲ ਦੇ ਵਿੱਚ ਬਹੁਤ ਸਾਰੇ ਗੱਠਜੋੜ ਬਣਨਗੇ ਵੀ, ਟੁੱਟਣਗੇ ਵੀ, ਪਰ ਹਾਲ ਦੀ ਘੜੀ ਜਿਹੜੀਆਂ ਇਸ ਵਕਤ ਭਾਵੇਂ ਟਕਸਾਲੀਆਂ ਵੱਲੋਂ ਭਾਵੇਂ ਢੀਂਡਸਾ ਸਾਹਿਬ ਵੱਲੋਂ ਗੱਲਾਂ ਬਾਤਾਂ ਹੋ ਰਹੀਆਂ ਨੇ, ਉਹ ਲਗਭਗ ਪਿੱਠ ਭੂਮੀ ਜਾਂ ਜ਼ਮੀਨ ਇਸੇ ਤਰ੍ਹਾਂ ਦੀ ਤਿਆਰ ਕਰ ਰਹੀਆਂ ਨੇ ਕਿ ਇਸ ਵਕਤ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਪਰ ਸਾਨੂੰ ਹਮੇਸ਼ਾ ਆਲਵੇਜ਼ ਥਿੰਕ ਪੋਜ਼ਿਟਿਵ ਨੋਟ ਤੇ ਚੱਲਣਾ ਚਾਹੀਦਾ। ਹੋ ਸਕਦਾ ਕੋਈ ਚੰਗਾ ਬਦਲ ਲੈ ਆਉਣ, ਪਰ ਜਿਹੜੀਆਂ ਹਮ ਖਿਆਲੀ ਪਾਰਟੀਆਂ ਦੇ ਹੋਰ ਬੰਦੇ ਨੇ ਉਹਨਾਂ ਨੂੰ ਇੱਕੋ ਮਹਾਜ਼ ਤੇ ਤੋਰਨਾ ਜ਼ਰੂਰੀ ਹੋਏਗਾ। ਨਹੀਂ ਤੇ ਪਹਿਲਾਂ ਟਕਸਾਲੀਆਂ ਦਾ ਵੀ, 1920 ਵਾਲਿਆਂ ਦਾ ਵੀ, ਰਵੀ ਅੰਦਰ ਦਾ ਵੀ ਆਪਾਂ ਹਾਲ ਦੇਖ ਚੁੱਕੇ ਹਾਂ। ਦੇਖੋ ਬੈਨੀਪਾਲ ਸਾਹਿਬ, ਵਿਆਹ ਜਿਹੜਾ ਹੁੰਦਾ ਨਾ, ਵਿਆਹ ਜੀ, ਉਹਦੇ ਵਿੱਚ ਮਸਲਾ ਇਹ ਹੁੰਦਾ ਕਿ 2 ਪਰਿਵਾਰਾਂ ਦਾ ਮੇਲ ਹੋਣਾ ਤੇ ਅਸੀਂ ਉੱਥੇ ਜਾ ਕੇ ਖੁਸ਼ੀ ਮਨਾਉਣੀ ਹੈ ਜੀ। ਪਰ ਜਦੋਂ ਅਸੀਂ ਖੁਸ਼ੀ ਮਨਾਉਣ ਦੀ ਥਾਂ ਜਾ ਕੇ ਇਹ ਦੇਖਦੇ ਜਾਵਾਂਗੇ ਨਾ ਕਿ ਮੇਰਾ ਕੋਟ ਫਲਾਨੇ ਦੇ ਕੋਟ ਦੇ ਨਾਲੋਂ ਮਹਿੰਗਾ, ਮੇਰੀ ਟਾਈ ਫਲਾਨੇ ਦੀ ਟਾਈ ਨਾਲੋਂ ਵਧੀਆ ਜੀ, ਮੇਰੀ ਕਾਰ ਫਲਾਨੇ ਦੀ ਕਾਰ ਨਾਲੋਂ ਵੱਡੀ ਹੈ, ਮੈਂ ਜਦੋਂ ਮਿਲਣੀ ਹੋਣੀ ਹੈ ਤੇ ਸਾਰੇ ਬੰਦੇ ਤਾਂ ਮੋਹਰੇ ਨਹੀਂ ਖੜੇ ਹੋ ਸਕਦੇ। ਪਤਾ ਕਿ ਵੀਡੀਓ ਵਾਲੇ ਨੇ ਵਿਚਾਲੇ ਖੜੇ ਹੋ ਕੇ ਬਣਾਉਣੀ ਹੈ, ਦੋਨਾਂ ਪਰਿਵਾਰਾਂ ਦੇ ਜਿੱਥੇ ਜੀ ਖੜੇ ਹੁੰਦੇ ਆ। ਹੁਣ ਉੱਥੇ ਜਿਹੜੇ ਬੰਦੇ ਤਾਂ ਪਿੱਛੇ ਨੇ, ਜੋ ਆਪਣੇ ਆਪ ਨੂੰ ਐ ਮਹਿਸੂਸ ਕਰ, ਨਹੀਂ ਯਾਰ ਫੋਟੋ ਤਾਂ ਫਲਾਨਾ ਜਿਹੜਾ ਮੋਹਰੇ ਖੜਾ ਉਹਦੀਆਂ ਖਿੱਚੀਆਂ ਜਾਣੀਆਂ, ਮੇਰੀ ਤਾਂ ਫੋਟੋ ਨਹੀਂ ਖਿੱਚੀ ਜਾਣੀ, ਤੇ ਮੋਹਰੇ ਵਾਲਾ ਜਿਹੜਾ ਖੜਾ ਹੈ ਉਹ ਐ ਚੌੜਾ ਹੋ ਕੇ ਖੜਾ ਹੋ ਜਾ, ਮੈਂ ਕਿਸੇ ਦੀ ਧੌਣ ਵੀ ਨਹੀਂ ਇੱਥੇ ਆਉਣ ਦੇਣੀ, ਫਿਰ ਕੰਮ ਖਰਾਬ ਹੋ ਜਾਂਦਾ। ਇਹ ਜਿਹੜੀਆਂ ਤੀਸਰੀਆਂ ਧਿਰਾਂ ਨੇ ਨਾ, ਇਹ ਤੀਸਰੀਆਂ ਧਿਰਾਂ ਨੂੰ ਕੋਟ, ਟਾਈ ਤੇ ਫੋਟੋ ਤੇ ਮੂਵੀ, ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ। ਹੁਣ ਤੁਸੀਂ ਬੀਬੀ ਖਾਲੜਾ ਦਾ ਜ਼ਿਕਰ ਕੀਤਾ, ਦੇਖੋ ਉਸ ਇਤਿਹਾਸ ਤੋਂ, ਉਸ ਕੁਰਬਾਨੀ ਤੋਂ, ਉਸ ਕੰਮ ਤੋਂ, ਉਸ ਸੰਘਰਸ਼ ਤੋਂ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ ਕਿ ਉਹਨਾਂ ਨੇ ਬਹੁਤ ਅਹਿਮ ਜਿਹੜਾ ਉਹ ਕੰਮ ਕੀਤਾ। ਪਰ ਨਾਲ ਦੀ ਨਾਲ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਭਾਵੇਂ ਬ੍ਰਹਮਪੁਰਾ ਸਾਹਿਬ ਦਾ ਧੜਾ ਹੈ, ਭਾਵੇਂ ਖਹਿਰਾ ਸਾਹਿਬ ਦਾ ਧੜਾ ਹੈ, ਭਾਵੇਂ ਸਿਮਰਜੀਤ ਸਿੰਘ ਬੈਂਸ ਹੋਰੀ ਨੇ, ਭਾਵੇਂ ਡਾਕਟਰ ਧਰਮਵੀਰ ਗਾਂਧੀ ਨੇ, ਕੀ ਇਲੈਕਸ਼ਨ ਤੋਂ ਬਿਨਾਂ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਸਰਗਰਮੀ ਰੱਖੀ ਜਾਂਦੀ ਹੈ? ਕਿਉਂਕਿ ਜਦੋਂ ਖਡੂਰ ਸਾਹਿਬ ਤੋਂ ਵੀ ਚੋਣ ਹੋਈ ਸੀ ਨਾ, ਜਿੱਤ ਪ੍ਰਾਪਤ ਹੋਈ ਹੈ ਜਸਵੀਰ ਸਿੰਘ ਡਿੰਪਾ ਨੂੰ, ਬੀਬੀ ਜਗੀਰ ਕੌਰ ਦੂਸਰੇ ਨੰਬਰ ਦੇ ਉੱਤੇ ਰਹੇ ਨੇ। ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਇਹ ਵੀ ਕਿਤੇ ਨਾ ਕਿਤੇ ਰਿਹਾ ਕਿ ਇਹ ਤੀਸਰੀ ਧਿਰ ਜਿਹੜੀ ਹੈ ਉਹਦੇ ਸਾਰੇ ਪਿੰਡਾਂ ਦੇ ਵਿੱਚ ਸੈੱਲ ਹੀ ਨਹੀਂ ਸੀ, ਉਹ ਸਮੇਂ ਸਿਰ ਉੱਥੇ ਪਹੁੰਚ ਹੀ ਨਹੀਂ ਸਕੇ। ਅਕਾਲੀ ਦਲ ਟਕਸਾਲੀ ਤਾਂ 2 ਹਫ਼ਤੇ ਪਹਿਲਾਂ ਤੱਕ ਇਸੇ ਗੱਲ ਦੇ ਨਾਲ ਜੂਝਦਾ ਰਿਹਾ ਕਿ ਸਾਡਾ ਉਮੀਦਵਾਰ ਜਿਹੜਾ ਹੈ ਉਹ ਭਾਰਤ ਦਾ ਸਾਬਕਾ ਫੌਜ ਦਾ ਮੁਖੀ ਹੋਏਗਾ, ਜਾਂ ਫਿਰ ਅਸੀਂ ਬੀਬੀ ਖਾਲੜਾ ਨੂੰ ਆਪਣੀ ਹਮਾਇਤ ਦਈਏ। ਜਦੋਂ ਸਾਡੇ ਮਨ ਦੇ ਵਿੱਚ ਦੁਚਿੱਤੀ ਹੈ ਤਾਂ ਫਿਰ ਅਸੀਂ ਜਿੱਤ ਦੀ ਆਸ ਰੱਖਦੇ ਕਿੱਥੋਂ ਹੈ? ਇਹਦੇ ਨਾਲ ਨਾਲ ਬੈਨੀਪਾਲ ਸਾਹਿਬ, ਹੁਣ ਇਹ ਵੀ ਗੱਲ ਦੇਖਣੀ ਪਊਗੀ ਕਿ ਜੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਨਾ, ਉਹਨਾਂ ਦੇ ਨਾਲ ਟਕਸਾਲੀਆਂ ਦਾ ਰਲੇਵਾਂ ਹੁੰਦਾ ਜੀ, ਜਾਂ ਹੋਰ ਤਰ੍ਹਾਂ ਨਾਲ ਰਲਦੀਆਂ, ਫਿਰ ਗੱਲ ਕਿੱਧਰ ਨੂੰ ਜਾਊ? ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਹੀ ਮੁੱਖ ਸਰਗਰਮੀ ਕਰਦੇ ਆ। ਬਿਲਕੁਲ, ਉਹਨਾਂ ਨੇ ਕਹਿ ਦਿੱਤਾ ਸੀ ਜੇ ਅਕਾਲੀਆਂ ਨਾਲੋਂ ਗੱਠਜੋੜ ਟੁੱਟ ਜਾ ਤਾਂ ਅਸੀਂ ਬੀਜੇਪੀ ਨਾਲ ਜਾ ਸਕਦੇ ਹਾਂ ਜੀ। ਹੁਣ ਬੀਜੇਪੀ ਦੇ ਨਾਲ ਕਈ ਸਾਡੇ ਮੁੱਦੇ ਨੇ, ਮੁੱਦਿਆਂ ਦੇ ਵਿੱਚੋਂ ਪੰਜਾਬ ਦੇ ਹਿੱਤਾਂ ਦਾ ਵੀ ਮੁੱਦਾ ਹੈ, ਆ ਬਿਜਲੀ ਵਾਲਾ ਵੀ ਮੁੱਦਾ ਹੈ, ਇਹਦੇ ਨਾਲ ਨਾਲ ਪਿਛਲੇ ਦਿਨਾਂ ਦੇ ਵਿੱਚ ਖੇਤੀਬਾੜੀ ਦੇ ਆਰਡੀਨੈਂਸਾਂ ਦਾ ਵੀ ਮੁੱਦਾ ਹੈ। ਕਿ ਉਹਨਾਂ ਸਾਰੇ ਮੁੱਦਿਆਂ ਦੇ ਬਾਵਜੂਦ ਵੀ ਜੇ ਬੀਜੇਪੀ ਅਕਾਲੀ ਦਲ ਦੇ ਨਾਲੋਂ ਗੱਠਜੋੜ ਤੋੜਦੀ ਆ ਤੇ ਇਹ ਸਾਰੀਆਂ ਤਰ੍ਹਾਂ ਬੀਜੇਪੀ ਨਾਲ ਗੱਠਜੋੜ ਕਰ ਪਾਉਣਗੀਆਂ?
ਇੱਕ ਬਹੁਤ ਬਰੀਕ ਲਾਈਨ ਹੋਣੀ ਹੈ, ਇੱਕ ਬਹੁਤ ਮਲੀਨ ਜਿਹਾ ਕੰਮ ਹੋਣਾ ਹੈ ਜਿਹਦੇ ਤੇ ਤੁਰ ਤੁਰ ਕੇ ਇਹਨਾਂ ਨੂੰ ਅੱਗੇ ਵਧਣਾ ਪਊਗਾ, ਕਿਉਂਕਿ ਢੀਂਡਸਾ ਪਰਿਵਾਰ ਦੀ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਕਿ ਆਖਰੀ ਮੌਕੇ ਤੇ ਜਾ ਕੇ ਕਿਸੇ ਨਾ ਕਿਸੇ ਇਸ਼ੂ ਤੇ ਜਾ ਕੇ ਬੀਜੇਪੀ ਦੇ ਨਾਲ ਉਹਨਾਂ ਦੀ ਅੰਗਲੀ ਸੰਗਲੀ ਜੁੜ ਸਕਦੀ ਹੈ। ਹੁਣ ਦੂਸਰੀ ਗੱਲ, ਪੰਜਾਬ ਦੀ ਰਾਜਨੀਤੀ ਦਾ ਇੱਕ ਵੱਡਾ ਨਾਮ ਹੈ ਡਾਕਟਰ ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ ਰਹਿ ਚੁੱਕੇ, ਆਪਣੀ ਵੱਖਰੀ ਨਵਾਂ ਪੰਜਾਬ ਪਾਰਟੀ ਬਣਾ ਕੇ 1,65,000 ਦੇ ਕਰੀਬ ਵੋਟਾਂ ਲੈ ਗਿਆ ਸੀ। ਉਹਨਾਂ ਦਾ ਇੱਕ ਬਿਆਨ ਆਇਆ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਥੋੜਾ ਜਿਹਾ ਨਵਾਂ ਵਰਕਾ ਉਲੱਦ ਸਕਦਾ ਹੈ, ਥਲ ਸਕਦਾ ਹੈ, ਪਲਟ ਸਕਦਾ ਹੈ। ਉਹ ਕਹਿੰਦੇ ਜੇ ਆਮ ਆਦਮੀ ਪਾਰਟੀ ਰਾਸ਼ਟਰ ਦੇ ਮੁੱਦੇ ਦੀ ਥਾਂ ਪੰਜਾਬ ਦੇ ਹਿੱਤਾਂ ਦੇ ਉੱਤੇ ਆਵੇ ਤਾਂ ਅਸੀਂ ਨਾਲ ਸਹਿਮਤ ਹੋਣ ਨੂੰ ਤਿਆਰ ਹਾਂ, ਉਧਰਲੇ ਪਾਸੇ ਨੂੰ ਵਿਚਾਰਿਆ ਜਾ ਸਕਦਾ, ਇਕੱਠੇ ਹੋ ਕੇ ਤੁਰਿਆ ਜਾ ਸਕਦਾ। ਉਹ ਕਹਿੰਦੇ ਜੇ ਮਨਮੁਟਾਵ ਹੋਇਆ ਵੀ ਸੀ, ਕੋਈ ਗੱਲ ਨਹੀਂ, ਜੇ ਸਾਡੀਆਂ ਆਪਸ ਦੇ ਵਿੱਚ ਕੁਝ ਦੂਰੀਆਂ ਵਧੀਆਂ ਸੀ ਤਾਂ ਇਹ ਸਿਰਫ ਇਸ ਕਰਕੇ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇਕਾਈ ਨੂੰ ਪੰਜਾਬ ਦੇ ਫੈਸਲੇ ਨਹੀਂ ਸੀ ਲੈਣ ਦਿੱਤੇ ਜਾਂਦੇ, ਦਿੱਲੀ ਵਾਲੇ ਫੈਸਲਾ ਕਰਦੇ ਸੀ। ਤੇ ਜੇ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਖੁਦ ਮੁਖਤਾਰੀ ਮਿਲਦੀ ਹੈ, ਜੇ ਦਿੱਲੀ ਵਾਲੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਲੀਡਰਾਂ ਨੂੰ ਆਪਣਾ ਸਟੈਂਡ ਲੈਣ ਦੀ ਮੋਹਲਤ, ਖੁੱਲ੍ਹ, ਅਧਿਕਾਰ, ਸ਼ਕਤੀ ਦਿੰਦੇ ਆ ਤੇ ਸਾਨੂੰ ਇਤਰਾਜ਼ ਕੀ ਹੈ? ਅਸੀਂ ਤਾਂ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ ਕਰਨਾ, ਆਮ ਆਦਮੀ ਪਾਰਟੀ ਜੇ ਇੱਧਰ ਨੂੰ ਤੁਰਦੀ ਹੈ ਤਾਂ ਅਸੀਂ ਸਵਾਗਤ ਕਰਾਂਗੇ। ਹੁਣ ਜੇ ਡਾਕਟਰ ਧਰਮਵੀਰ ਗਾਂਧੀ ਵੀ ਇਹ ਕਹਿੰਦੇ ਆ, ਪਿਛਲੇ ਦਿਨਾਂ ਦੇ ਵਿੱਚ ਆਪਾਂ ਪੁੱਛਿਆ ਸੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ ਪ੍ਰਾਈਮ ਸਵੇਰ ਪ੍ਰੋਗਰਾਮ ਦੇ ਵਿੱਚ ਹੀ ਪੁੱਛਿਆ ਸੀ, ਜਿਹੜਾ ਪ੍ਰਾਈਮ ਸਵੇਰ ਪ੍ਰੋਗਰਾਮ 2 ਦਿਨਾਂ ਤੋਂ ਬੰਦ ਹੈ ਤੇ 2 ਦਿਨ ਬੰਦ ਹੋ ਰਹਿਣਾ, ਸੋਮਵਾਰ ਤੋਂ ਆਪਾਂ ਦੁਬਾਰਾ ਸ਼ੁਰੂ ਕਰ ਦੇਣਾ, ਕਿਉਂਕਿ ਇਧਰਲੇ ਪਾਸੇ ਆਏ ਆ ਵੈਨਕੂਵਰ ਆਈਲੈਂਡ ਦੇ ਉੱਤੇ, ਬੰਦ ਨਹੀਂ, ਪੌਜ਼ ਹੀ ਕੀਤਾ 2 ਦਿਨਾਂ ਦੇ ਲਈ। ਉਹ ਜਿਹੜਾ ਉੱਥੇ ਕੋਈ ਹੋਰ ਪ੍ਰੋਗਰਾਮ ਆ ਰਿਹਾ, ਪਰ ਸੋਮਵਾਰ ਤੋਂ ਬਿਲਕੁਲ ਠਾਠਾ ਕਰਕੇ ਦੁਬਾਰਾ ਚੱਲੂਗਾ। ਕੁਲਤਾਰ ਸਿੰਘ ਸੰਧਵਾਂ ਹੋਰੀ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਵੀ ਮੁਖੀ ਨੇ, ਪੰਜਾਬ ਇਕਾਈ ਦੇ, ਉਹ ਕਹਿੰਦੇ ਸੀ ਕਿ ਕਿਉਂ ਨਹੀਂ, ਅਸੀਂ ਤਾਂ ਝੁੱਕ ਕੇ ਜਾਵਾਂਗੇ, ਲੰਮੇ ਪੈ ਕੇ ਜਾਵਾਂਗੇ, ਗੱਲ ਕਿਹੜੀ ਹੈ? ਹੁਣ ਜੇ ਕਿਤੇ ਇਹ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਖੜੇ ਪਾਣੀਆਂ ਦੇ ਵਿੱਚ ਬਿਲਕੁਲ ਉਸ ਤਰ੍ਹਾਂ ਦੀਆਂ ਲਹਿਰਾਂ ਹੋਣਗੀਆਂ ਜਿਸ ਤਰੀਕੇ ਜਾਂਦੀ ਕਿਸ਼ਤੀ ਦੇ ਨਾਲ ਇਹ ਪਿਛਲੇ ਪਾਣੀਆਂ ਦੇ ਵਿੱਚ ਲਹਿਰਾਂ ਉੱਠਦੀਆਂ। ਇਸ ਕਰਕੇ ਜੇ ਡਾਕਟਰ ਧਰਮਵੀਰ ਗਾਂਧੀ ਵੀ ਕਹਿੰਦੇ ਆ, ਜੇ ਉਧਰੋਂ ਕੁਲਤਾਰ ਸਿੰਘ ਸੰਧਵਾਂ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਕਹਿੰਦੀ ਹੈ, ਜੇ ਨਵਜੋਤ ਸਿੰਘ ਸਿੱਧੂ ਦਾ ਵੀ ਕੁਝ ਚਰਚਾ ਚੱਲਦਾ ਹੈ, ਜੇ ਸੁੱਚਾ ਸਿੰਘ ਛੋਟੇਪੁਰ ਵੀ ਉਧਰਲੇ ਪਾਸੇ ਨੂੰ ਚੱਲਦੇ ਨੇ, ਜੇ ਬਾਕੀ ਸਾਰੀਆਂ ਚੀਜ਼ਾਂ ਚੱਲਦੀਆਂ, ਜੇ ਸਾਰੀਆਂ ਤੀਸਰੀਆਂ ਧਿਰਾਂ ਕਿਤੇ ਆਪਣੇ ਨਿੱਜੀ ਹਿੱਤ ਮਫਾਦ, ਅਗਲੀਆਂ ਪਿਛਲੀਆਂ ਲੜਾਈਆਂ ਪੜਾਈਆਂ ਛੱਡਣ ਨੂੰ ਤਿਆਰ ਹੁੰਦੇ ਆ ਤੇ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਨੂੰ ਇੱਕ ਵੱਡਾ ਮੁਕਾਬਲਾ ਬੈਨੀਪਾਲ ਸਾਹਿਬ ਮਿਲ ਵੀ ਸਕਦਾ ਹੈ। ਬਾਠ ਸਾਹਿਬ, ਇੱਕ ਪੰਜਾਬੀ ਦੀ ਕਹਾਵਤ ਹੈ ਜੀ, ਜੇ ਰੁੱਸੇ ਨੂੰ ਮਨਾਈਏ ਨਾ ਜੀ ਤੇ ਪਾਟੇ ਨੂੰ ਸਵਾਈਏ ਨਾ, ਇਹ ਵੱਧ ਜਾਂਦਾ। ਹੁਣ ਸਮਾਂ ਆ ਗਿਆ ਜਦੋਂ ਡਾਕਟਰ ਧਰਮਵੀਰ ਗਾਂਧੀ ਇੱਕ ਦਰਵੇਸ਼ ਜੇ ਸਿਆਸਤਦਾਨ ਨੇ, ਸਿਆਸਤਦਾਨਾਂ ਵਾਂਗੂ ਗੱਲ ਹੀ ਨਹੀਂ ਕਰਦੇ। ਜੇ ਉਹ ਖੁਦ ਇਸ ਗੱਲ ਦਾ ਹੁਲਾਰਾ ਤੇ ਹੁੰਗਾਰਾ ਭਰ ਰਹੇ ਹੈ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਰਗਰਮ ਹੋਵੇ, ਪੰਜਾਬ ਦੇ ਵਾਸਤੇ, ਪੰਜਾਬ ਦੇ ਹਿੱਤਾਂ ਦੀ ਹੋਰ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕਰੇ, ਸਾਨੂੰ ਪੰਜਾਬ ਦੀ ਇਕਾਈ ਨੂੰ ਖੁਦ ਮੁਖਤਿਆਰੀ ਮਿਲ ਜਾਵੇ, ਤੇ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਨੂੰ ਤਿਆਰ ਹਾਂ। ਸੰਧਵਾਂ ਸਾਹਿਬ ਨੇ ਵੀ ਆਪਣੇ ਨਾਲ ਗੱਲਬਾਤ ਕਰਦਿਆਂ ਲਗਭਗ ਇਹੋ ਹੀ ਗੱਲ ਕੀਤੀ ਸੀ ਤੇ ਬੀਤੇ ਦਿਨਾਂ ਦੇ ਵਿੱਚ ਸਰਗਰਮੀਆਂ ਆਮ ਆਦਮੀ ਪਾਰਟੀ ਨੇ ਵਧਾਈਆਂ ਵੀ ਨੇ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਰੁੱਸਿਆਂ ਨੂੰ ਮਨਾਉਣ ਦੇ ਯਤਨ ਕਰ ਰਹੀ ਹੈ। ਯਤਨਸ਼ੀਲ ਹੋਣਾ ਵੀ ਚਾਹੀਦਾ, ਕੋਈ ਬਹੁਤੇ ਵੱਡੇ ਮੁੱਦੇ ਨਹੀਂ ਸੀ, ਪਰ ਇਹ ਗੱਲ ਸੀ ਕਿ ਵਣ ਦੀ ਲੱਕੜੀ ਇਕੱਠੀ ਹੋਈ ਸੀ, ਹੌਲੀ ਹੌਲੀ ਖਿਲਰ ਗਈ। ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਗੱਲ ਤੇ ਹੈ ਕਿ ਜਦੋਂ ਇਕੱਠੇ ਹੋਏ ਸੀ, ਉਹ ਜਿਹੜੀਆਂ ਸਿਆਸੀ ਧਿਰਾਂ ਨੇ, ਜਿਹੜੀਆਂ ਐਸਟੈਬਲਿਸ਼ਮੈਂਟ ਆ, ਉਹਦੇ ਖਿਲਾਫ ਉਹ ਇਕਜੁੱਟ ਹੋਈਆਂ ਸੀ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਾਲੇ ਨੇ, ਭਾਵੇਂ ਕਾਂਗਰਸ ਪਾਰਟੀ ਹੈ। ਇਹ ਨਵੇਂ ਬੰਦੇ ਕੁਝ ਉਹਨਾਂ ਵਿੱਚੋਂ ਵੀ ਟੁੱਟ ਕੇ ਆਏ ਸੀ ਕਿਉਂਕਿ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਉਹ ਜਾਣਦੇ ਸੀ। ਕੁਝ ਉਹ ਨੇ ਜਿਹੜੇ ਬਿਲਕੁਲ ਨਵੇਂ ਸੀ, ਪਰ ਉਹ ਚਾਹੁੰਦੇ ਸੀ ਕਿ ਪੰਜਾਬ ਨੂੰ ਕੋਈ ਨਵਾਂ ਸਿਆਸੀ ਬਾਦਲ ਮਿਲ ਸਕੇ, ਪੰਜਾਬ ਦੀ ਤਸਵੀਰ ਬਦਲੀ ਜਾ ਸਕੇ। ਇਸ ਕਰਕੇ ਜੇ ਇੱਕ ਵਾਰ ਫਿਰ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਇਹ ਆਖਿਆ। ਦੂਸਰੇ ਪਾਸੇ ਤੁਸੀਂ ਗੱਲ ਕਰ ਰਹੇ ਸੀ ਕਿ ਜਥੇਦਾਰ ਸੁਖਦੇਵ ਸਿੰਘ ਢੀਂਡਸਾ, ਪਰ ਵਾਲੇ ਲੋਕ ਉਹਨਾਂ ਨੂੰ ਜਥੇਦਾਰ ਕਹਿੰਦੇ ਨਹੀਂ, ਆਮ ਤੌਰ ਤੇ ਆਪਣੇ ਆਪ ਦੇ ਇੱਕ ਨਵੀਨ ਦਵੇਕਲੀ ਗੱਲ ਹੈ। ਹਾਂਜੀ, ਕਿਉਂਕਿ ਆਮ ਤੌਰ ਤੇ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹ ਜਥੇਦਾਰੀ ਕਿਹਾ ਜਾਂਦਾ ਉਹਨਾਂ ਨੂੰ। ਪਰ ਕਿਤੇ ਨਾ ਕਿਤੇ ਕਨਸੋਆਂ ਵਿੱਚ ਵਿਚਾਲੇ ਗੱਲਾਂ ਦੀਆਂ ਇਹ ਵੀ ਨੇ ਕਿ ਭਾਜਪਾ ਵਾਲਿਆਂ ਦਾ ਉਹਨਾਂ ਤੇ ਥਾਪੜਾ ਕਿਤੇ ਨਾ ਕਿਤੇ ਜ਼ਰੂਰ ਹੈ, ਕਿਤੇ ਨਾ ਕਿਤੇ ਗੱਲਬਾਤ ਹੋ ਰਹੀ ਹੈ। ਪਰ ਤੁਸੀਂ ਇਹ ਗੱਲ ਦੇਖੋ, ਜਿਸ ਦਿਨ ਸਰਬ ਪਾਰਟੀ ਮੀਟਿੰਗ ਹੋਈ ਉਸ ਦਿਨ ਸੁਖਦੇਵ ਸਿੰਘ ਢੀਂਡਸਾ ਵੀ ਵਿੱਚ ਨੇ, ਸੁਖਬੀਰ ਸਿੰਘ ਬਾਦਲ ਵੀ ਉੱਥੇ ਨੇ। ਸੁਖਬੀਰ ਸਿੰਘ ਬਾਦਲ ਨੇ ਕਹਿਣ ਚੋਬਦਾਰ ਸੂਈ ਵੀ ਮਾਰੀ ਸੀ ਕਿ ਉਹ ਬੰਦੇ ਵੀ ਸੱਦ ਲਏ ਜਿਨ੍ਹਾਂ ਬੰਦਿਆਂ ਦੀ ਆਪਣੀ ਕੋਈ ਪਾਰਟੀ ਹੈ ਨਹੀਂ। ਪਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਸਪਸ਼ਟ ਸਟੈਂਡ ਲੈਣਾ ਉਸ ਆਰਡੀਨੈਂਸ ਦੇ ਖਿਲਾਫ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਆਪਣੀ ਆਵਾਜ਼ ਬੁਲੰਦ ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ, ਭਾਵੇਂ ਉਹਨਾਂ ਦੇ ਕਿਤੇ ਨਾ ਕਿਤੇ ਨੇੜਤਾ ਦੀਆਂ ਗੱਲਾਂ ਜਗ ਜ਼ਾਹਰ ਵੀ ਹੁੰਦੀਆਂ ਨੇ। ਪਰ ਦੂਸਰੇ ਪਾਸੇ ਦੇਖੋ, ਗੱਲਾਂ ਦੋ ਵੱਖੋ ਵੱਖਰੇ ਤਰੀਕੇ ਨਾਲ ਵੱਖੋ ਵੱਖਰੇ ਐਂਗਲੇ ਤੋਂ ਦੇਖਣੀਆਂ ਪੈਣਗੀਆਂ।
ਕਿ ਇੱਕ ਪਾਸੇ ਭਾਜਪਾ ਦੇ ਨਾਲ ਸਾਂਝ ਵੀ ਹੈ, ਪਰ ਭਾਜਪਾ ਉਹਨਾਂ ਤੋਂ ਦੂਰ ਜਾ ਰਹੀ ਹੈ, ਪਰ ਉਹ ਭਾਜਪਾ ਦਾ ਹੱਕ ਪਿੱਠ ਪੂਰ ਰਹੇ ਨੇ ਉੱਥੇ। ਸੋ ਆਪਸ ਦੇ ਵਿੱਚ ਸਿਆਸਤ ਦੇ ਵਿੱਚ ਆਪਾਂ ਇਹ ਆਖ ਸਕਦੇ ਹਾਂ ਕਿ ਸਿਆਸਤ ਦਾ, ਮੈਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ, ਕਿਸੇ ਦਾ ਕੋਈ ਵਿਰੋਧੀ ਨਹੀਂ ਜੀ। ਕਿਸੇ ਵੀ ਮੁੱਦੇ ਤੇ ਸਿਆਸਤਦਾਨ ਇਕੱਠੇ ਹੋ ਸਕਦੇ ਆ, ਕਿਸੇ ਵੀ ਮੁੱਦੇ ਤੇ ਸਿਆਸਤਦਾਨ ਵੱਖਰੀ ਰਾਏ ਰੱਖ ਸਕਦੇ ਆ, ਹੋਣਾ ਵੀ ਇੰਝ ਚਾਹੀਦਾ। ਪਰ ਹੁਣ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਲੇ ਥੋੜੇ ਸੁਹਿਰਦ ਹੋਣ ਲੱਗੇ ਨੇ। ਆਉਣ ਵਾਲੀ ਚੋਣ ਤੋਂ ਪਹਿਲਾਂ ਜੇਕਰ ਰੁੱਸਿਆ ਨੂੰ ਮਨਾ ਕੇ ਆਪਣੇ ਗਲ ਨਾਲ ਲਾ ਲੈਣਾ, ਕੁਝ ਨਾ ਕੁਝ ਫੇਰ ਜਿਸ ਤਰ੍ਹਾਂ ਦੀ ਮੁਹਿੰਮ ਪਿਛਲੀ ਵਾਰੀ ਲੱਗੀ ਸੀ ਉਸ ਤਰ੍ਹਾਂ ਦੀ ਵੇਵ ਦੁਬਾਰਾ ਬਣ ਸਕਦੀ ਹੈ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਗੱਲ ਇਹ ਆ ਨਾ ਕਿ ਸੋਚਣਾ ਤਾਂ ਪਊਗਾ, ਕਿਉਂਕਿ ਹੁਣ ਸਾਲ ਬਹੁਤ ਥੋੜੇ ਰਹਿ ਗਏ, ਜਾਨੀ ਕਿ ਸਵਾ ਕੁ ਸਾਲ ਹੀ ਰਹਿ ਗਿਆ, ਡੂਢ ਨਾ ਮੰਨ ਕੇ ਚੱਲਣ। ਉਹ ਸਵਾ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਾਕੀ ਧਿਰਾਂ ਨੇ ਪੰਜਾਬ ਦੇ ਲੋਕਾਂ ਕੋਲ ਪਹੁੰਚਣਾ ਵੀ ਹੈ, ਉਹਨਾਂ ਨੂੰ ਇਹ ਦੱਸਣਾ ਵੀ ਹੈ ਕਿ ਅਸੀਂ ਆਹ ਕੰਮ ਕਰਾਂਗੇ, ਆਹ ਨਾ ਕਰਾਂਗੇ, ਏਦਾਂ ਹੋ ਜੂ ਓਦਾਂ ਹੋ ਜੂ, ਠੀਕ ਹੈ। ਪਰ ਸਮਾਂ ਥੋੜਾ ਰਹਿ ਗਿਆ, ਵੇਲਾ ਸਾਂਭ ਲੈਣ ਤਾਂ ਚੰਗਾ ਜੀ। ਦੂਸਰੀ ਗੱਲ ਬੈਨੀਪਾਲ ਸਾਹਿਬ, ਇੱਕ ਨਾ ਪੰਜਾਬ ਦੀ ਤੇ ਚੰਡੀਗੜ੍ਹ ਦੀ ਤੇ ਹਰਿਆਣੇ ਦੀ ਇੱਕ ਆਪਸ ਦੇ ਵਿੱਚ ਬੜੀ ਮੇਲ ਜੋਲ ਵਾਲੀ ਸਥਿਤੀ ਹੈ। ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਹੈ ਬੀਬੀ ਕਿਰਨ ਖੇਰ। ਕਈ ਵਾਰੀ ਹੁੰਦਾ ਕਿ ਬੰਦਾ ਸ਼ਕਤੀ ਤਾਂ ਪ੍ਰਾਪਤ ਕਰ ਲੈਂਦਾ, ਉੱਚਾ ਤਾਂ ਬਹੁਤ ਚਲੇ ਜਾਂਦਾ, ਪਰ ਉਹ ਕਈ ਕਦਮ ਇਦਾਂ ਦੇ ਚੁੱਕ ਲੈਂਦਾ, ਕਈ ਗੱਲਾਂ ਇਦਾਂ ਦੀਆਂ ਕਹਿ ਦਿੰਦਾ ਕਿ ਉਹਦੇ ਨਾਲ ਉਹਦਾ ਨੁਕਸਾਨ ਹੋ ਜਾਂਦਾ। ਬੀਬੀ ਜੀ ਦੀ ਵੀ ਇੱਕ ਵੀਡੀਓ ਆਈ ਸੀ ਕਿ ਕੋਈ ਪਤਾ ਨਹੀਂ ਉਦਘਾਟਨੀ ਪੱਥਰ ਸੀ, ਪਤਾ ਨਹੀਂ ਨੀਂਹ ਪੱਥਰ ਸੀ, ਕਿ ਮੇਰਾ ਨਾਮ ਇੱਥੇ ਕਿਉਂ ਲਿਖਿਆ, ਮੇਰਾ ਨਾਮ 1.5 ਇੰਚ 2 ਇੰਚ 2.5 ਇੰਚ ਚਾਹੀਦਾ ਸੀ। ਚਲੋ ਮੈਂਬਰ ਪਾਰਲੀਮੈਂਟ ਨੇ ਭਾਈ, ਕਿਤੇ ਨਾ ਹੋ ਸਕਦਾ ਲਿਖਿਆ ਹੋਵੇ, ਕਿਤੇ ਨਾ ਲਿਖਿਆ ਹੋਵੇ, ਇਤਰਾਜ਼ ਉਹਨਾਂ ਨੇ ਕੀਤਾ, ਸਾਨੂੰ ਰੌਲਾ ਕੋਈ ਨਹੀਂ, ਲੋਕਾਂ ਨੇ ਵੋਟਾਂ ਪਾ ਕੇ MP ਬਣਾਏ ਆ। ਪਰ ਬੀਬੀ ਕਿਰਨ ਖੇਰ ਜਿਹੜੇ ਨੇ, ਉਹਨਾਂ ਦੇ ਘਰੋਂ, ਯਾਨੀ ਕਿ ਉਹਨਾਂ ਦੇ ਪਤੀ ਦੇਵ ਜਿਹੜੇ ਆ ਅਨੁਪਮ ਖੇਰ, ਕਲਾਕਾਰ ਵਧੀਆ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਉੱਪਰਲੀਆਂ ਸਤ੍ਹਾ ਦੇ ਜਿਹੜੇ ਕਲਾਕਾਰ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਇੰਪੋਰਟੈਂਟ ਨੇ, ਉਹਨਾਂ ਦੇ ਵਿੱਚ ਅਨੁਪਮ ਖੇਰ ਦਾ ਨਾਮ ਆਉਂਦਾ। ਬਿਲਕੁਲ। ਪਰ ਅਨੁਪਮ ਖੇਰ ਹੋਰੀ ਜਦੋਂ ਦੇ ਬੀਬੀ ਕਿਰਨ ਖੇਰ BJP ਦੀ ਟਿਕਟ ਲੈ ਕੇ MP ਬਣਿਆ ਨਾ, ਉਦੋਂ ਤੋਂ ਲੈ ਕੇ ਲਗਾਤਾਰ ਉਹਨਾਂ ਨੇ ਕੁਝ ਇਦਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਆ ਕਿ ਉਹ ਇੱਕ ਕਲਾਕਾਰ ਦੇ ਉੱਤੇ ਵੀ ਕਈ ਵਾਰੀ ਲੱਗਦਾ ਹੁੰਦਾ ਕਿ ਭਾਰੂ ਪੈਣ ਲੱਗ ਪਿਆ। ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਦਾ ਕਲਾਕਾਰ ਜਿਹੜਾ ਕਦੀ ਇਦਾਂ ਦਾ ਬਿਆਨ ਨਾ ਦੇਵੇ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ। ਹੁਣ ਸੰਬਿਤ ਪਾਤਰਾ ਭਾਰਤੀ ਜਨਤਾ ਪਾਰਟੀ ਦਾ ਇੱਕ ਬੁਲਾਰਾ ਹੈ, ਅੱਗੇ ਹੋ ਕੇ TV ਚੈਨਲਾਂ ਦੇ ਉੱਤੇ ਉਹ ਬੰਦਾ ਡਿਬੇਟ ਕਰਦਾ ਹੈ। ਚਲੋ BJP ਦਾ ਉਹ ਆਪਦਾ ਬੰਦਾ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਕਈ ਵਾਰੀ ਜਿੱਦਾਂ ਦੀਆਂ ਗੱਲਾਂ ਸੰਬਿਤ ਪਾਤਰਾ ਕਰ ਦਿੰਦਾ, ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਦੇ ਵਿੱਚ, ਭਾਰਤ ਦੇ ਵਰਗੇ ਸੰਵਿਧਾਨਕ ਮੁਲਕ ਦੇ ਵਿੱਚ, ਲੋਕਤੰਤਰੀ ਮੁਲਕ ਦੇ ਵਿੱਚ ਜਿੱਥੇ ਵੱਖ-ਵੱਖ ਧਰਮਾਂ ਦੇ ਭਾਈਚਾਰਿਆਂ ਦੇ ਲੋਕ ਰਹਿੰਦੇ ਨੇ ਜੀ, ਉਹ ਕਈ ਵਾਰੀ ਗੱਲਾਂ ਡਾਈਜੈਸਟ ਕਰਨੀਆਂ ਔਖੀਆਂ ਹੋ ਜਾਂਦੀਆਂ। ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ, ਜੇ ਵੇਖਿਆ ਤਾਂ ਟਿੱਪਣੀਆਂ ਜ਼ਰੂਰ ਲਿਖਿਓ, ਇਹ ਵੀ ਲਿਖ ਦਿਓ ਕਿ ਤੁਹਾਨੂੰ ਆਲੇ ਦੁਆਲੇ ਦੇ ਦ੍ਰਿਸ਼ ਕਿੱਦਾਂ ਦੇ ਲੱਗੇ ਆ, ਅੱਜ ਪੱਥਰਾਂ ਦੇ ਉੱਤੇ ਬੈਠ ਕੇ ਕੀਤਾ ਪ੍ਰਾਈਮ ਫੋਕਸ ਕਿੱਦਾਂ ਦਾ ਲੱਗਾ। ਪਰ ਮੈਂ ਦੁਬਾਰਾ ਅਨੁਪਮ ਖੇਰ ਤੇ ਸੰਬਿਤ ਪਾਤਰਾ ਵੱਲ ਆਉਣਾ। ਸੰਬਿਤ ਪਾਤਰਾ ਦੇ ਹੱਕ ਦੇ ਵਿੱਚ ਟਵੀਟ ਕੀਤਾ ਅਨੁਪਮ ਖੇਰ ਸਾਹਿਬ ਨੇ, ਕੋਈ ਗੱਲ ਨਹੀਂ ਕਰ ਦਿਓ, ਨਾਲ ਗੁਰਬਾਣੀ ਦੀ ਇੱਕ ਤੁਕ ਲਿਖੀ। ਹੁਣ ਸੰਬਿਤ ਪਾਤਰਾ ਦੀ ਫੋਟੋ ਹੋਵੇ, ਗੁਰਬਾਣੀ ਦੀ ਤੁਕ ਹੋਵੇ, ਗੁਰਬਾਣੀ ਦੇ ਵਿੱਚੋਂ ਸ਼ਬਦ ਹੋਣ, ਉਹ ਵੀ ਸਹੀ ਨੇ ਕਿ ਨਹੀਂ, ਉਹਦੇ ਉੱਤੇ ਵੀ ਦੁਚਿੱਤੀ ਹੋਵੇ। ਬੜਾ ਰੌਲਾ ਪਿਆ ਕਿ ਅਨੁਪਮ ਖੇਰ ਵਰਗੇ ਬੰਦੇ ਨੇ ਕੀਤਾ ਕੀ, ਸੰਬਿਤ ਪਾਤਰਾ ਦੇ ਲਈ ਸ਼ਬਦ ਵਰਤਣੇ ਸੀ। ਵੈਸੇ ਕੋਈ ਪਹਿਲੀ ਵਾਰੀ ਨਹੀਂ ਹੋਇਆ, ਇੱਕ ਵਾਰੀ ਇਦਾਂ ਹੀ ਪੰਜਾਬ ਦੇ ਵਿੱਚ ਲੋਕ ਸਭਾ ਦੀ ਚੋਣ ਸੀ। ਚਲੋ ਹੁਣ ਜੇਤਲੀ ਸਾਹਿਬ, ਬੈਨੀਪਾਲ ਸਾਹਿਬ ਦੁਨੀਆ ਤੇ ਨਹੀਂ ਹੈਗੇ, ਉਦੋਂ ਇਲੈਕਸ਼ਨ ਹਾਰ ਗਿਆ ਸੀ, ਉਦੋਂ ਵੀ ਇੱਕ ਵਾਰੀ ਪੰਜਾਬ ਦੇ ਇੱਕ ਲੀਡਰ ਨੇ ਤੁਕ ਦਾ ਉਚਾਰਨ ਕੀਤਾ ਸੀ ਤੇ ਗਲਤ ਕਰਤਾ ਸੀ। 11-12 ਪੰਜਾਬ ਦੇ ਲੀਡਰ ਹੋਰ ਨੇ, ਉਹਨਾਂ ਨੇ ਵੀ ਇਦਾਂ ਹੀ ਕੀਤਾ ਸੀ। ਪਰ ਅਨੁਪਮ ਖੇਰ ਨੇ ਜਿਹੜੀ ਆ ਗੱਲ ਕੀਤੀ, ਉਹਦੇ ਤੋਂ ਬਾਅਦ ਬਹੁਤ ਵੱਡਾ ਰੋਸ ਉੱਠਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ, ਜਥੇਦਾਰ ਸਾਹਿਬ ਨੇ ਵੀ ਕਿਹਾ, ਇੱਥੋਂ ਤੱਕ ਕਿ ਰਵਨੀਤ ਸਿੰਘ ਬਿੱਟੂ ਨੇ ਵੀ ਕਿਹਾ, ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ। ਹੁਣ ਕਿਹਾ ਕਿ ਉਹਦੇ ਪਿੱਛੇ ਦੋ ਕਾਰਨ, ਇੱਕ ਤਾਂ ਕਿ ਭਾਈ ਗਲਤ ਬੰਦੇ ਦੇ ਨਾਲ ਇਹ ਕਿਹੜੀ ਚੀਜ਼ ਤੂੰ ਵਰਤ ਲਈ, ਇਹ ਕਿਹੜੀ ਤੁਕ ਵਰਤ ਲਈ ਪਾਵਨ ਪਵਿੱਤਰ। ਦੂਸਰੇ ਪਾਸੇ ਅਕਾਲੀ ਦਲ ਨੂੰ ਵੀ ਕਿਹਾ ਕਿ ਤੁਹਾਡੀ ਭਾਈਵਾਲੀ ਆ ਭਾਜਪਾ ਨਾਲ ਜੀ, ਭਾਜਪਾ ਦੇ ਵਿੱਚ ਅਨੁਪਮ ਖੇਰ ਦੀ ਧਰਮ ਪਤਨੀ ਬੀਬੀ ਕਿਰਨ ਖੇਰ ਮੈਂਬਰ ਪਾਰਲੀਮੈਂਟ ਹੈ ਜੀ, ਤੁਸੀਂ ਉਹਨਾਂ ਦੇ ਨਾਲੋਂ ਗੱਠਜੋੜ ਤੋੜੋ। BJP ਵਾਲਿਆਂ ਨੂੰ ਕਿਹਾ ਕਿ ਤੁਸੀਂ ਭਾਈ ਬੀਬੀ ਕਿਰਨ ਖੇਰ ਨੂੰ ਪਾਰਟੀ ਚੋਂ ਕੱਢੋ ਤੇ ਨਾਲੇ ਅਨੁਪਮ ਖੇਰ ਮਾਫੀ ਮੰਗੇ। ਹੁਣ ਉਹ ਬੰਦਾ ਮਾਫੀ ਤਾਂ ਮੰਗ ਗਿਆ ਕਿ ਮੈਂ ਗਲਤੀ ਕਰ ਲਈ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਕਿੱਥੇ ਕਿਸ ਤੁਕ ਦੀ ਵਰਤੋਂ ਕਰ ਰਹੇ ਹੋ, ਤੇ ਕਿਹੜੇ ਬੰਦੇ ਲਈ ਕਰ ਰਹੇ ਹੋ। ਬਾਰ-ਬਾਰ ਇਦਾਂ ਗਲਤੀਆਂ ਕਰਨਾ, ਮਾਫੀਆਂ ਮੰਗਣਾ ਇਹਨਾਂ ਨੂੰ ਸੋਭਦਾ ਨਹੀਂ। ਆਪਣੀ ਸੀਮਾ ਦੇਖ ਕੇ ਗੱਲ ਕਰਿਆ ਕਰਨ ਤਾਂ ਚੰਗਾ। ਬਾਠ ਸਾਹਿਬ, ਜਿਹੜਾ ਪਹਿਲਾਂ ਤੁਸੀਂ ਨੀਂਹ ਪੱਥਰ ਵਾਲਾ ਜ਼ਿਕਰ ਕੀਤਾ ਨਾ, ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਵਾਲੇ ਪਾਸਿਓਂ ਬੰਦ ਹੈ ਜੀ, ਪਾਕਿਸਤਾਨ ਨੇ ਬੀਤੇ ਦਿਨਾਂ ਦੇ ਵਿੱਚ ਖੋਲ ਦਿੱਤਾ ਸੀ। ਜਥੇਦਾਰ ਸਾਹਿਬ ਨੇ ਬੀਤੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਮੈਂ ਵੀ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਲਾਂਘਾ ਖੋਲ ਦਿੱਤਾ ਜਾਵੇ ਜੀ, ਪਰ ਲਾਂਘਾ ਹਾਲ ਦੀ ਕੜੀ ਬੰਦ ਪਿਆ। ਉਸ ਲਾਂਘੇ ਦਾ ਜਦੋਂ ਉਦਘਾਟਨ ਹੋਇਆ ਨਾ, ਉਸ ਵਕਤ ਕੁਝ ਕਾਂਗਰਸੀਆਂ ਨੇ ਵੀ ਚੰਦ ਇਸ ਤਰ੍ਹਾਂ ਦੇ ਚਾੜੇ ਸੀ ਜੀ, ਕੁਝ ਅਕਾਲੀ ਦਲ ਵਾਲਿਆਂ ਨੇ ਵੀ ਚਾੜੇ ਸੀ। ਲਗਭਗ ਲੀਡਰਾਂ ਦੇ ਵਿੱਚ ਭੁੱਖ ਇਸ ਨਾਂ ਦੀ ਰਹਿੰਦੀ ਹੈ। ਆਮ ਤੌਰ ਤੇ ਇਕੱਲੇ ਲੀਡਰਾਂ ਦੀ ਨਹੀਂ ਮੈਂ ਕਹਾਂਗਾ, ਲਗਭਗ ਦੁਨੀਆ ਦੇ ਉੱਤੇ ਜਿਹੜਾ ਵੀ ਇਨਸਾਨ ਆਇਆ,
ਨਾਂ ਦੇ ਪਿੱਛੇ ਕਈ ਵਾਰੀ ਇਸ ਤਰ੍ਹਾਂ ਦੇ ਵਾਦ ਵਿਵਾਦ ਹੁੰਦੇ ਰਹੇ ਨੇ। ਉਦੋਂ ਵੀ ਸੀ ਕਿ ਸਾਡਾ ਨਾਂ ਉੱਪਰ ਹੈ, ਸਾਡਾ ਨਾਂ ਥੱਲੇ ਆ, ਕਈਆਂ ਨੇ ਤਾਂ ਨਹੀਂ ਪੱਥਰੀ ਕਹਿੰਦੇ ਸੀ ਬਦਲ ਦਿਓ ਜੀ। ਸੋ ਬੀਬੀ ਕਿਰਨ ਖੇਰ ਨੂੰ ਜੇ ਇੱਕ ਪਾਸੇ ਰੱਖਦੇ ਆ, ਅਨੁਪਮ ਖੇਰ ਨੇ ਜਿਹੜੀ ਗਲਤੀ ਕੀਤੀ ਸੀ, ਵਿਵਾਦ ਵੱਡੇ ਪੱਧਰ ਤੇ ਹੋਇਆ, ਕਹਿੰਦੇ ਸੀ ਅਕਾਲ ਤਖਤ ਸਾਹਿਬ ਤੇ ਤਲਬ ਵੀ ਕਰਨਾ ਚਾਹੀਦਾ, ਸ਼ਿਕਾਇਤਾਂ ਵੀ ਹੋਈਆਂ ਨੇ, ਪਰ ਅਨੁਪਮ ਖੇਰ ਨੇ ਜਿਸ ਤਰ੍ਹਾਂ ਟਵੀਟ ਕੀਤਾ ਸੀ ਉਸੇ ਤਰ੍ਹਾਂ ਟਵੀਟ ਕਰਕੇ ਮੁਆਫੀ ਮੰਗ ਲਈ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਹੈ। ਸੋ ਜੇਕਰ ਗਲਤੀ ਕਰਨ ਵਾਲਾ ਗਲਤੀ ਮੰਨ ਲੈਂਦਾ ਤੇ ਉਹਨੂੰ ਮਾਫ ਕਰਨ ਵਾਲੇ ਉਹਦੇ ਨਾਲੋਂ ਵੱਡੇ ਹੁੰਦੇ ਨੇ, ਪਰ ਇਸ ਤਰ੍ਹਾਂ ਦੀਆਂ ਗਲਤੀਆਂ ਹੋਣੀਆਂ ਨਹੀਂ ਚਾਹੀਦੀਆਂ। ਜੇਕਰ ਸਾਨੂੰ ਕਿਸੇ ਤੁਕ ਦਾ ਗਿਆਨ ਨਹੀਂ ਤਾਂ ਲਿਖਣੀ ਵੀ ਨਹੀਂ ਚਾਹੀਦੀ, ਉਚਾਰਨ ਵੀ ਨਹੀਂ ਕਰਨਾ ਚਾਹੀਦਾ। ਇਹ ਗੱਲ ਅਸੀਂ ਇੱਕ ਵਾਰ ਨਹੀਂ ਵਾਰ-ਵਾਰ ਕਹਿੰਦੇ ਆ। ਹੁਣ ਇੱਕ ਛੋਟੀ ਜਿਹੀ ਨਾ ਕਿਸੇ ਪਿਆਰ ਮੁਹੱਬਤ ਦੀ, ਕਿਉਂਕਿ ਆਪਾਂ ਵੇਖਦੇ ਹਾਂ ਕਿ ਕਈ ਵਾਰੀ ਟੈਂਸ ਹੋ ਜਾਂਦਾ ਮਾਹੌਲ। ਆਮ ਤੌਰ ਤੇ ਆਪਣੇ ਲੋਕਾਂ ਦੇ ਵਿੱਚ ਇੱਕ ਧਾਰਨਾ ਪ੍ਰਚਲਿਤ ਹੋਈ ਪਈ ਆ, ਜਿਸ ਕਰਕੇ ਜਿਹੜੇ ਮੁਲਕ ਵਿੱਚ ਰਹਿੰਦੇ ਆ ਕਿ ਯਾਰ ਇਹ ਲੋਕ ਬਾਹਲਾ ਇੱਕ ਦੂਸਰੇ ਨੂੰ, ਪਤੀ ਪਤਨੀ ਨੂੰ ਪਿਆਰ ਨਹੀਂ ਕਰਦੇ, ਸਾਲ ਕਿਸੇ ਨਾਲ, 2 ਸਾਲ ਕਿਸੇ ਨਾਲ, 4 ਸਾਲ ਕਿਸੇ ਨਾਲ। ਪਰ ਇੱਕ ਖਬਰ ਮਿਲ ਰਹੀ ਹੈ ਟੈਕਸਸ ਦੇ ਵਿੱਚ, ਅਮਰੀਕਾ ਦੇ ਵਿੱਚੋਂ ਖਬਰ ਮਿਲ ਰਹੀ ਹੈ ਜੀ, 80 ਤੇ 79 ਸਾਲ ਦਾ ਇੱਕ ਜੋੜਾ ਸੀ, 53 ਸਾਲ ਹੋ ਗਏ ਸੀ ਉਹਨਾਂ ਦੇ ਵਿਆਹ ਹੋਇਆ ਨੂੰ। ਕਰੋਨਾ ਵਾਇਰਸ ਹੋਇਆ ਦੋਨਾਂ ਨੂੰ, ਹਸਪਤਾਲ ਦੇ ਵਿੱਚ ਦੋਵੇਂ ਦਾਖਲ ਕਰਾ ਦਿੱਤੇ ਗਏ। ਪਤਾ ਲੱਗ ਗਿਆ ਕਿ ਹੁਣ ਲਗਭਗ ਨੇੜਲਾ ਸਮਾਂ, ਆਖਰੀ ਸਮਾਂ ਉਹ ਨੇੜੇ ਆ ਗਿਆ ਤੇ ਹੁਣ ਬਚਾਅ ਹੋਣਾ ਨਹੀਂ ਜੀ। ਸੋ ਤੁਸੀਂ ਦੇਖੋ 80 ਵਰਿਆਂ ਦੀ ਔਰਤ ਸੀ ਜਿਸ ਦਾ ਨਾਮ ਬੈਟੀ, 79 ਵਰਿਆਂ ਦਾ ਕਰਟਿਸ ਤੇ ਬੈਟੀ ਦੋਵਾਂ ਨੇ ਨਰਸਾਂ ਨੂੰ ਕਿਹਾ ਕਿ ਹੁਣ ਸਾਨੂੰ ਲੱਗਦਾ ਹੈ ਕਿ ਸਾਡਾ ਆਖਰੀ ਸਮਾਂ ਆ ਗਿਆ, ਅੰਤਲਾ ਸਮਾਂ ਨੇੜੇ ਆ ਗਿਆ, ਅਸੀਂ ਇੱਕ ਦੂਸਰੇ ਦੇ ਕੋਲ ਬੈਠ ਕੇ ਗੱਲਾਂ ਕਰਨੀਆਂ ਚਾਹੁੰਦੇ ਹਾਂ। ਉਹਨਾਂ ਨੇ ਕੀ ਕੀਤਾ, ਕਹਿੰਦੇ ਬੈੱਡ ਸਾਡੇ ਨੇੜੇ ਕਰ ਦਿਓ। ਉਹਨਾਂ ਦੇ ਧੀ ਤੇ ਪੁੱਤ ਨੇ ਦੱਸਿਆ, ਜੇ ਉਹਨਾਂ ਨੂੰ ਨਰਸਾਂ ਨੇ ਦੱਸਿਆ, ਧੀ ਪੁੱਤ ਵੀ 52 ਵਰਿਆਂ ਦੇ ਆ। ਉਹ ਕਹਿੰਦੇ ਦੋਵਾਂ ਨੇ ਲਗਭਗ 20-25 ਮਿੰਟ ਇੱਕ ਦੂਸਰੇ ਦੇ ਹੱਥ ਵਿੱਚ ਹੱਥ ਪਾ ਕੇ ਰੱਖਿਆ। ਉਹਦੇ ਤੋਂ ਬਾਅਦ ਹੁਣ ਪਤਾ ਸੀ ਕਿ ਉਮਰ ਦਰਾਜ਼ ਹੈ, ਬੈਟੀ ਦਾ ਸਾਹ ਚੱਲਦਾ ਧੜਕਣ ਚਲਦੀ ਆਖਰਕਾਰ ਰੁਕ ਗਈ। ਹੁਣ ਉਸ ਦਾ ਪਤੀ ਦੇਵ ਜਿਹੜੇ 53 ਵਰਿਆਂ ਤੋਂ ਇਕੱਠੇ ਸੀ, ਅਸਲ ਦੇ ਵਿੱਚ ਹਾਈ ਸਕੂਲ ਦੇ ਵਿੱਚ ਪੜ੍ਹਦਿਆਂ ਨੂੰ ਮੁਹੱਬਤ ਹੋਈ। ਉਸ ਮੁਹੱਬਤ ਨੂੰ ਉਹਨਾਂ ਨੇ ਇੱਕ ਪਵਿੱਤਰ ਰਿਸ਼ਤੇ ਵਿੱਚ ਬਦਲ ਲਿਆ। 53 ਸਾਲ ਇਕੱਠੇ ਜੀਏ, ਇਕੱਠੇ ਹੀ ਪੜ੍ਹੇ, ਇਕੱਠੇ ਹੀ ਕੰਮ ਕਰਦੇ ਰਹੇ ਤੇ ਹਸਪਤਾਲ ਦੇ ਵਿੱਚ ਜਦੋਂ ਮੌਤ ਹੋ ਜਾਂਦੀ ਹੈ ਬੈਟੀ ਦੀ, ਉਹ ਤੋਂ ਕੁਝ ਮਿੰਟਾਂ ਤੋਂ ਬਾਅਦ ਉਹਦੇ ਪਤੀ ਦੇਵ ਨੇ ਵੀ ਸਵਾਸ ਤਿਆਗ ਦਿੱਤੇ। ਸੋ ਦੁਨੀਆ ਦੇ ਵਿੱਚ ਪਿਆਰ ਮੁਹੱਬਤ ਹਾਲੇ ਵੀ ਕਾਇਮ ਹੈ। ਜੇਕਰ ਆਪਾਂ ਇੱਕ ਫਿਰਕੇ ਨੂੰ ਕਹਿ ਦਈਏ ਨਾ ਕਿ ਇਹ ਲੋਕ ਬਹੁਤਾ ਕਿਸ ਦਾ ਜੀਵਨ ਭਰ ਸਾਥ ਨਹੀਂ ਦਿੰਦੇ ਜੀ। ਆਹ ਜਿਹੜੀ ਖਬਰ ਤਾਜੀ ਵਾਪਰੀ ਹੈ, ਇੱਕ ਪਿਆਰ ਦੀ ਮੁਹੱਬਤ ਦੀ। ਆਮ ਤੌਰ ਤੇ ਆਪਾਂ ਵੈਲੈਂਟਾਈਨ ਡੇ ਮਨਾਉਂਦੇ ਆ, ਫੁੱਲ ਦਿੰਦੇ ਆ, ਪਰ ਕਈ ਵਾਰੀ ਅਗਲੇ ਵਾਰੇ ਫੁੱਲ ਵਿਅਕਤੀ ਕਿਸੇ ਨੂੰ ਹੋਰ ਦੇ ਰਿਹਾ ਹੁੰਦਾ ਜੀ। ਪਰ ਆਹ ਜਿਹੜੀ ਉਦਾਹਰਨ ਹੈ, ਇਹ ਸਾਨੂੰ ਕੁਝ ਸਿਖਾਉਂਦੀ ਹੈ ਕਿ ਆਖਰੀ ਪਲਾਂ ਤੱਕ ਇੱਕ ਦੂਸਰੇ ਦਾ ਹੱਥ ਫੜ ਕੇ ਰੱਖਿਆ, ਪਰ ਉਹਨਾਂ ਨੇ ਕਿਸੇ ਗੁਰੂ ਦੀ ਹਾਜ਼ਰੀ ਵਿੱਚ ਹੱਥ ਨਹੀਂ ਸੀ ਫੜਿਆ ਜੀ। ਅਸੀਂ ਗੁਰੂ ਦੀ ਹਾਜ਼ਰੀ ਵਿੱਚ 4 ਲਾਵਾਂ ਲੈ ਕੇ ਨਾ ਨਿੱਕੀ ਗੱਲ ਤੇ ਰੋਸੇ ਗਿਲੇ ਸ਼ਿਕਵੇ ਇਸ ਕਦਰ ਵਧਾ ਲੈਨੇ ਆ ਕਿ ਪਤੀ ਦਾ ਮੂੰਹ ਉਧਰ ਨੂੰ, ਪਤਨੀ ਦਾ ਮੂੰਹ ਉਧਰ ਨੂੰ, ਫਿਰ ਤਲਾਕ, ਫਿਰ ਬੱਚੇ ਵਿਚਾਰੇ ਰੁਲਦੇ ਫਿਰਦੇ ਰਹਿੰਦੇ ਆ। ਸੋ ਇਹ ਇੱਕ ਅੱਜ ਦੇ ਸਮੇਂ ਦੇ ਵਿੱਚ ਪਦਾਰਥਵਾਦੀ ਯੁੱਗ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਪਿਆਰ ਦੀ ਮੁਹੱਬਤ ਦੀ ਬਹੁਤ ਵੱਡੀ ਮਿਸਾਲ ਹੈ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਰੌਲਾ ਇਹ ਆ ਕਿ ਭਾਵੇਂ ਅਸੀਂ ਭਰਾ ਆ, ਭਾਵੇਂ ਭੈਣਾਂ ਨੇ, ਹੋਰ ਰਿਸ਼ਤੇਦਾਰੀਆਂ, ਭਾਵੇਂ ਸਾਡਾ ਕੰਮ ਕਰਨ ਵਾਲਾ ਬੰਦਾ ਸਾਡੇ ਕੋਲ ਹੈ ਜਾਂ ਅਸੀਂ ਕਿਸੇ ਕੋਲ ਕੰਮ ਕਰਦੇ ਹਾਂ, ਸਾਰਿਆਂ ਦੇ ਨਾਲ ਸਾਨੂੰ ਇੱਕ ਮੋਹ ਵਾਲਾ, ਮੁਹੱਬਤ ਵਾਲਾ ਰਿਸ਼ਤਾ ਰੱਖਣਾ ਚਾਹੀਦਾ। ਗਲਤੀਆਂ ਬਹੁਤ ਸਾਰੀਆਂ ਹੋ ਜਾਂਦੀਆਂ, ਪਰ ਉਹ ਗਲਤੀਆਂ ਤੋਂ ਬਾਅਦ ਆਪਾਂ ਫਿਰ ਜੇ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਕੁਝ ਠੀਕ ਹੋ ਸਕਦਾ ਹੈ। ਹੁਣ ਬੈਨੀਪਾਲ ਸਾਹਿਬ, ਮੈਂ ਇੱਕ ਵਿਸ਼ੇਸ਼ ਗੱਲ ਜਿਹੜੀ ਹੈ ਉਹ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਨਾਲ ਕਰਨੀ ਹੈ। ਪਿਛਲੇ ਦਿਨਾਂ ਦੇ ਵਿੱਚ ਕਈ ਟਿੱਪਣੀਆਂ ਇਦਾਂ ਦੀਆਂ ਆਉਂਦੀਆਂ ਸੀ ਕਿ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਂਦੇ ਹੋ, ਉੱਥੇ ਜਾ ਕੇ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਪ੍ਰੋਗਰਾਮ ਕਰਦੇ ਹੋ, ਵਧੀਆ। ਪਰ ਨਾਲ ਦੀ ਨਾਲ ਕਈ ਵਾਰੀ ਇਹ ਵੀ ਟਿੱਪਣੀਆਂ ਆਉਂਦੀਆਂ ਸੀ ਕਿ ਭਾਈ ਮੌਜਾਂ ਕਰਦੇ ਹੋ, ਅਸੀਂ ਵੀ ਕੈਨੇਡਾ ਆਉਣਾ ਹੈ, ਸਾਰਾ ਕੁਝ ਇਦਾਂ ਕਰਨਾ ਹੈ, ਵਧੀਆ। ਮੈਂ ਇੱਕ ਗੱਲ ਤੁਹਾਨੂੰ ਦੱਸਦੇ ਹਾਂ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਸ ਲਈ ਇੱਥੇ ਵੱਡੇ ਘਰ ਲਏ ਨੇ, ਕਾਰਾਂ ਲਈਆਂ, ਕੰਮ ਕਰਦੇ ਆ, ਬਹੁਤ ਔਖੇ ਹੋ ਕੇ ਕੰਮ ਕਰਦੇ ਆ। ਹਾਂ, ਮਿਹਨਤ ਦਾ ਮੁੱਲ ਮਿਲਦਾ ਜ਼ਰੂਰ ਹੈ, ਇਹ ਗੱਲ ਪੱਕੀ ਹੈ। ਪਰ ਜੇ ਕਿਸੇ ਨੂੰ ਇਹ ਭੁਲੇਖਾ ਨਾ ਰਵੇ ਕਿ ਅਸੀਂ ਸ਼ਾਇਦ ਬਹੁਤ ਵੱਡੀ ਐਸ਼ ਦੇ ਵਿੱਚ ਆ, ਬੜਾ ਵਧੀਆ, ਇਦਾਂ ਨਹੀਂ। 5-5 6-6 ਘੰਟੇ ਰੋਜ਼ ਅਸੀਂ ਸਫ਼ਰ ਕਰਦੇ ਹਾਂ, ਉਹਦੇ ਤੋਂ ਬਾਅਦ 4-5 ਘੰਟੇ ਪ੍ਰੋਗਰਾਮ ਦੀ ਜਿਹੜੀ ਉਹ ਤਿਆਰੀ ਕਰਨੀ ਪੈਂਦੀ ਹੈ। ਇਹਦੇ ਨਾਲ ਫਿਰ ਸਾਨੂੰ ਥਾਂ ਵੀ ਲੱਭਣੀ ਪੈਂਦੀ ਹੈ, ਉੱਥੇ ਇੰਟਰਨੈਟ ਦਾ ਕਨੈਕਸ਼ਨ ਵੀ ਚਾਹੀਦਾ ਹੈ, ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ। ਕਈ ਵਾਰੀ ਤਾਂ ਇਦਾਂ ਵੀ ਹੁੰਦਾ ਹੈ ਕਿ ਇੰਟਰਨੈਟ ਦਾ ਕਨੈਕਸ਼ਨ ਚੱਲਦੇ ਪ੍ਰੋਗਰਾਮ 'ਚ ਚਲੀ ਜਾਏ, ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੋ ਜਾਂਦੀਆਂ। ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਜਿੱਥੇ ਵੀ ਪੰਜਾਬੀ ਗਏ ਨੇ, ਉਹਨਾਂ ਨੇ ਸੰਘਰਸ਼ ਕੀਤਾ ਹੈ, ਉਹ ਉਸ ਮੁੱਦੇ ਦੇ ਉੱਤੇ ਤੁਸੀਂ ਉਹਦੇ ਅੰਗ ਸੰਗ ਜਿਹੜਾ ਉਹ ਕਿਤੇ ਨਾ ਕਿਤੇ ਹੋ ਸਕੋ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਇਹ ਪੱਥਰਾਂ ਦੇ ਉੱਤੇ ਬੈਠੇ ਆ, ਕੇਕੜੇ ਥੱਲੇ ਘੁੰਮ ਰਹੇ ਨੇ, ਬਹੁਤ ਸਾਰੇ ਸਮੁੰਦਰੀ ਜੀਵ ਥੱਲੇ ਘੁੰਮ ਰਹੇ ਨੇ, ਦੱਸਿਓ ਜ਼ਰੂਰ। ਖਬਰਾਂ ਜਿਹੜੀਆਂ ਕਈ ਰਹਿ ਗਈਆਂ ਹੋਣਗੀਆਂ
ਪਰ ਅੰਗ ਸੰਗ ਚੱਲਿਓ। ਹੋਰ ਬਹੁਤ ਸਾਰੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਾਹਰਲੇ ਹਿੱਸਿਆਂ ਦੇ ਵਿੱਚੋਂ ਕਰਨੇ ਆ। WhatsApp ਲਗਭਗ ਸਮੇਂ ਦੀ ਸਮਾਪਤੀ ਹੈ, ਪਰ ਜਾਣ ਤੋਂ ਪਹਿਲਾਂ ਅਸੀਂ ਦੋਵੇਂ ਵੀਰ ਜਿਹੜੇ ਉਹ 20 ਸ਼ਰਧਾਲੂ ਨਨਕਾਣਾ ਸਾਹਿਬ ਦੀ ਸੰਗਤ ਦੇ ਰੂਪ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਗਏ ਸੀ। ਰੋਡੇ ਫਾਟਕਾਂ ਤੇ ਇੱਕ ਹਾਦਸੇ ਦਾ ਸ਼ਿਕਾਰ ਹੋਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤੇ ਹੋਰ ਆਗੂਆਂ ਨੇ ਵੀ ਉਹਨਾਂ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ, ਅਫਸੋਸ ਕੀਤਾ ਹੈ। ਸਾਡੇ ਵੱਲੋਂ ਵੀ ਅਦਾਰਾ ਪ੍ਰਾਈਮ ਏਸ਼ੀਆ ਵੀ ਅਫਸੋਸ ਕਰ ਰਿਹਾ, ਜ਼ਾਹਰ ਕਰ ਰਿਹਾ ਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਰਿਹਾ ਹੈ। ਸੋ ਇਸ ਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। WhatsApp ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰਾਈਮ ਫੋਕਸ, ਜਿਹੜਾ ਅਸੀਂ ਓਸ਼ਨ ਪੈਸੀਫਿਕ ਓਸ਼ਨ ਦੇ ਬਿਲਕੁਲ ਕਿਨਾਰੇ ਤੇ ਕੈਂਪਬੈਲ ਰਿਵਰ ਦੇ ਵਿੱਚੋਂ ਤੁਹਾਡੇ ਰੂਬਰੂ ਕੀਤਾ ਹੈ। ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਆਪਣੀਆਂ ਖੂਬਸੂਰਤ ਤੇ ਕੀਮਤੀ ਟਿੱਪਣੀਆਂ ਸਾਡੇ ਤੱਕ ਜ਼ਰੂਰ ਪੁੱਜਦੀਆਂ ਕਰਿਓ। ਹੁਣ ਸਮਾਂ ਸਮਾਪਤ ਹੈ। ਕੱਲ ਕਿਸੇ ਹੋਰ ਨਵੇਂ ਸਥਾਨ ਤੋਂ, ਵੈਨਕੂਵਰ ਆਈਲੈਂਡ ਦੇ ਕਿਸੇ ਹੋਰ ਸ਼ਹਿਰ ਦੇ ਵਿੱਚੋਂ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਤੁਸੀਂ ਪ੍ਰਾਈਮ ਏਸ਼ੀਆ ਦੇਖਦੇ ਰਹਿਣਾ ਤੇ ਮੈਂ ਇਹ ਕਹਿਣਾ ਕਿ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ੍ਰੀ ਅਕਾਲ, ਰੱਬ ਰਾਖਾ।